ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਪ੍ਰਭੂ ਦਾ ਬਹੁਤ ਧੰਨਵਾਦ ਕਿ ਪ੍ਰਭੂ ਨੇ ਅੱਜ ਇੱਕ ਵਾਰ ਫਿਰ ਸਮਾਂ ਦਿੱਤਾ ਕਿ ਤੁਹਾਡੇ ਨਾਲ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਵਿੱਚੋਂ ਲੈ ਕੇ ਕੁਝ ਸਾਂਝਾ ਕਰ ਸਕੀਏ। ਤੇ ਅਗਰ ਆਪਾਂ ਗੱਲ ਕਰੀਏ ਅੱਜ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਲੋਕ ਸੰਸਾਰ ਦੇ ਉੱਪਰ ਨੇ, ਅਗਰ ਤੁਸੀਂ ਕਿਸੇ ਨਾਲ ਵੀ ਗੱਲ ਕਰੋ ਤਾਂ ਹਰ ਇਨਸਾਨ ਇਹੀ ਚਾਹੁੰਦਾ ਗਾ ਕਿ ਮੈਂ ਸਵਰਗ ਜਾਵਾਂ। ਹਰ ਇਨਸਾਨ ਨੂੰ ਸਵਰਗ ਹੀ ਪਸੰਦ ਹੈ। ਕੋਈ ਵੀ ਇਨਸਾਨ ਨਰਕ ਨਹੀਂ ਜਾਣਾ ਚਾਹੁੰਦਾ। ਚਾਹੇ ਤਾਂ ਕੋਈ ਇਨਸਾਨ ਝੂਠ ਬੋਲਦਾ ਗਾ, ਚਾਹੇ ਚੋਰੀ ਕਰਦਾ ਗਾ, ਚਾਹੇ ਜੂਆ ਖੇਡਦਾ ਗਾ, ਚਾਹੇ ਉਹ ਨਸ਼ਾ ਕਰਦਾ ਗਾ, ਚਾਹੇ ਉਹ ਜੈਸੇ ਮਰਜ਼ੀ ਬੁਰੇ ਕੰਮ ਕਰਦਾ ਗਾ। ਲੇਕਿਨ ਉਸ ਨੂੰ ਪੁੱਛੋ ਕਿ ਭਾਈ ਸਾਹਿਬ ਮਰਨ ਤੋਂ ਬਾਅਦ ਕਿੱਥੇ ਜਾਏਗਾ, ਤਾਂ ਇਨਸਾਨ ਇਹੀ ਕਹਿੰਦਾ ਗਾ ਕਿ ਮੈਂ ਸਵਰਗ ਜਾਣਾ ਚਾਹਾਂਗਾ। ਹਰ ਇਨਸਾਨ ਨੂੰ ਸਵਰਗ ਪਸੰਦ ਹੈ। ਕੋਈ ਵੀ ਇਨਸਾਨ ਉਹ ਨਰਕ ਨੂੰ ਪਸੰਦ ਨਹੀਂ ਕਰਦਾ ਔਰ ਨਾ ਹੀ ਨਰਕ ਦੇ ਵਿੱਚ ਜਾਣਾ ਚਾਹੁੰਦਾ ਗਾ। ਤੁਸੀਂ ਦੇਖਿਆ ਹੋਵੇਗਾ ਕਈ ਘਰਾਂ ਦੇ ਵਿੱਚ ਅਗਰ ਮੌਤ ਹੋਈ ਹੁੰਦੀ ਹੈ ਤਾਂ ਜਦੋਂ ਘਰ ਦੇ ਵਿੱਚ ਇੱਕ ਫੋਟੋ ਬਣਾਉਂਦੇ ਨੇ ਉਸ ਇਨਸਾਨ ਦੀ, ਤਾਂ ਉਸ ਫੋਟੋ ਦੇ ਉੱਪਰ ਲਿਖਿਆ ਹੁੰਦਾ ਗਾ ਸਵਰਗਵਾਸੀ। ਚਾਹੇ ਉਹ ਇਨਸਾਨ ਜਿੰਨਾ ਮਰਜ਼ੀ ਨਸ਼ਾ ਕਰ ਰਿਹਾ ਗਾ, ਝੂਠ ਬੋਲਦਾ ਗਾ, ਲੜਾਈ ਝਗੜਾ ਕਰਦਾ, ਜੈਸਾ ਵੀ ਜੀਵਨ ਉਹਦਾ, ਚਾਹੇ ਪਰਿਵਾਰ ਦੇ ਲੋਕ ਉਹਦਾ ਜੀਵਨ ਜਾਣਦੇ ਨੇ, ਚਾਹੇ ਉਹਦੇ ਰਿਸ਼ਤੇਦਾਰ, ਉਹਦੇ ਮੁਹੱਲੇ ਦੇ ਲੋਕ ਉਸਦਾ ਜੀਵਨ ਜਾਣਦੇ ਨੇ, ਲੇਕਿਨ ਉਹਦੀ ਫੋਟੋ ਉੱਪਰ ਲਿਖਿਆ ਹੁੰਦਾ ਗਾ ਸਵਰਗਵਾਸੀ। ਅੱਜ ਤੱਕ ਕੋਈ ਵੀ ਐਸਾ ਇਨਸਾਨ ਨਹੀਂ ਹੈ ਕਿ ਜਿਸ ਨੇ ਇਹ ਗੱਲ ਲਿਖੀ ਹੋਵੇ ਕਿ ਨਰਕਵਾਸੀ। ਇੱਥੋਂ ਪਤਾ ਚੱਲਦਾ ਗਾ ਕਿ ਨਰਕ ਦੇ ਵਿੱਚ ਕੋਈ ਵੀ ਇਨਸਾਨ ਜਾਣਾ ਨਹੀਂ ਚਾਹੁੰਦਾ ਔਰ ਕੋਈ ਵੀ ਇਨਸਾਨ ਨਰਕ ਨੂੰ ਪਸੰਦ ਨਹੀਂ ਕਰਦਾ। ਅੱਜ ਦੇਖੋ ਲੋਕ ਸਵਰਗ ਜਾਣ ਦੇ ਲਈ ਕਿੰਨੀ ਤਪੱਸਿਆ ਕਰਦੇ ਨੇ, ਕਿੰਨੀ ਮਿਹਨਤ ਕਰਦੇ ਨੇ। ਲੋਕੀ ਆਪਣਾ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਨੇ। ਕੈਸਾ ਪਹਿਰਾਵਾ, ਕੈਸੇ ਕੱਪੜੇ, ਭੁੱਖੇ ਰਹਿਣਾ, ਪਿਆਸੇ ਰਹਿਣਾ ਇਹ ਇਨਸਾਨ ਕਰਦਾ ਗਾ। ਕਿਉਂ? ਕਿਉਂਕਿ ਸਵਰਗ ਜਾਣਾ ਚਾਹੁੰਦਾ ਗਾ। ਲੇਕਿਨ ਸਵਰਗ ਦੇ ਵਿੱਚ ਜਾਣ ਦੇ ਲਈ ਕੋਈ ਰਸਤਾ ਤਾਂ ਹੋਣਾ ਚਾਹੀਦਾ ਹੈ ਇਨਸਾਨ ਦੇ ਕੋਲ। ਹੁਣ ਸਵਰਗ ਦੇਖੋ, ਇਹ ਜੋ ਆਪਾਂ ਬੱਦਲ ਦੇਖਦੇ ਹਾਂ, ਆਕਾਸ਼ ਦੇਖਦੇ ਹਾਂ, ਇਸ ਦੇ ਉੱਪਰ ਸਵਰਗ ਹੈ। ਉੱਥੇ ਜਾਣ ਦੇ ਲਈ ਨਾ ਤਾਂ ਕੋਈ ਗੱਡੀ ਹੈ, ਨਾ ਕੋਈ ਸੜਕ ਹੈ, ਔਰ ਨਾ ਕੋਈ ਰਾਕਟ ਜਾ ਸਕਦਾ, ਨਾ ਕੋਈ ਜਹਾਜ਼ ਜਾ ਸਕਦਾ ਗਾ। ਅਗਰ ਉੱਥੇ ਜਾਣਾ ਗਾ ਤਾਂ ਉਸ ਦੇ ਲਈ ਸਾਨੂੰ ਰਸਤਾ ਚਾਹੀਦਾ ਗਾ। ਹਰ ਸੰਸਾਰ ਦੇ ਵਿੱਚ ਕਿਸੇ ਵੀ ਇਨਸਾਨ ਨੇ ਇਹ ਨਹੀਂ ਕਿਹਾ ਕਿ ਮੈਂ ਰਸਤਾ ਗਾ। ਲੇਕਿਨ ਬਾਈਬਲ ਪੜ੍ਹ ਕੇ ਦੇਖੋ, ਬਾਈਬਲ ਦੇ ਵਿੱਚ ਲਿਖਿਆ ਗਾ, ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਰਾਹ, ਸੱਚਾਈ ਤੇ ਜੀਵਨ ਮੈਂ ਆ, ਮੇਰੇ ਵਸੀਲੇ ਬਿਨਾ ਕੋਈ ਪਿਤਾ ਕੋਲ ਨਹੀਂ ਜਾ ਸਕਦਾ। ਦੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਗਾ ਯਹੂਨਾ 14 ਉਹਦਾ 6 ਵਚਨ ਕਿ ਰਾਹ, ਸੱਚਾਈ, ਜੀਵਨ ਮੈਂ ਆ। ਇਹਦਾ ਮਤਲਬ ਰਸਤਾ ਤਾਂ ਪ੍ਰਭੂ ਯਿਸੂ ਮਸੀਹ ਹੈ। ਕਿੱਥੇ ਲੈ ਕੇ ਜਾਣ ਦੇ ਲਈ? ਸਵਰਗ ਦੇ ਵਿੱਚ ਲੈ ਕੇ ਜਾਣ ਦੇ ਲਈ ਰਸਤਾ ਪ੍ਰਭੂ ਯਿਸੂ ਮਸੀਹ ਹੈ। ਹੁਣ ਪ੍ਰਭੂ ਯਿਸੂ ਮਸੀਹ ਤਾਂ ਚਾਹੁੰਦੇ ਨੇ ਕਿ ਇਨਸਾਨ ਹੈ ਜੋ ਉਹ ਸਵਰਗ ਵਿੱਚ ਚਲਾ ਜਾਏ। ਪ੍ਰਭੂ ਯਿਸੂ ਮਸੀਹ ਤਾਂ ਚਾਹੁੰਦੇ ਨੇ ਕਿ ਇਨਸਾਨ ਹੈ ਜੋ ਉਹ ਸਵਰਗ ਵਿੱਚ ਆ ਜਾਏ। ਲੇਕਿਨ ਇਨਸਾਨ ਸਵਰਗ ਵਿੱਚ ਜਾਏਗਾ ਕਿਵੇਂ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ ਜ਼ਬੂਰ ਉਹਦਾ 51 ਅਧਿਆਇ ਉਹਦਾ 5 ਵਚਨ ਦੇ ਵਿੱਚ ਕਿ ਇਨਸਾਨ ਹੈ ਜੋ ਉਹ ਮਾਂ ਦੇ ਪੇਟ ਤੋਂ ਹੀ ਪਾਪੀ ਹੈ। ਮਤਲਬ ਹਰ ਇਨਸਾਨ ਨੇ ਪਾਪ ਕੀਤਾ ਗਾ। ਮਾਂ ਦੇ ਪੇਟ ਤੋਂ ਪਾਪੀ ਹੈ, ਉਹਦੇ ਜੀਵਨ ਦੇ ਵਿੱਚ ਪਾਪ ਹੈ। ਅਗਰ ਪਾਪ ਹੈ ਤਾਂ ਕੋਈ ਵੀ ਇਨਸਾਨ ਪਾਪੀ ਉਹ ਸਵਰਗ ਵਿੱਚ ਨਹੀਂ ਜਾ ਸਕਦਾ। ਕੋਈ ਇਨਸਾਨ ਹੈ ਜੋ ਪਾਪੀ ਹੈ ਉਹ ਸਵਰਗ ਵਿੱਚ ਜਾ ਹੀ ਨਹੀਂ ਸਕਦਾ, ਕਿਉਂਕਿ ਪਰਮੇਸ਼ਵਰ ਉਹਦਾ ਪਵਿੱਤਰ ਹੈ। ਪ੍ਰਭੂ ਯਿਸੂ ਮਸੀਹ ਉਹ ਪਵਿੱਤਰ ਨੇ, ਤੇ ਜੋ ਉਹਨਾਂ ਦਾ ਸਵਰਗ ਹੈ ਉਹ ਵੀ ਤਾਂ ਪਵਿੱਤਰ ਹੈ। ਜੋ ਸਵਰਗਦੂਤ ਨੇ ਉਹ ਵੀ ਤਾਂ ਪਵਿੱਤਰ ਹੈ। ਫਿਰ ਇਨਸਾਨ ਸਵਰਗ ਜਾਏ ਕਿਵੇਂ? ਫਿਰ ਇਨਸਾਨ ਸਵਰਗ ਵਿੱਚ ਪਹੁੰਚ ਕਿਵੇਂ ਸਕਦਾ ਗਾ? ਕਿਉਂਕਿ ਜੋ ਪਾਪ ਕੀਤਾ ਗਾ ਉਹਦੀ ਮਾਫੀ ਚਾਹੀਦੀ ਹੈ। ਉਹਦੀ ਮਾਫੀ ਮਿਲਦੀ ਕਿਵੇਂ ਹੈ? ਅੱਜ ਦੇਖੋ ਲੋਕ ਲੰਗਰ ਲਗਾਉਂਦੇ ਨੇ, ਕੱਪੜੇ ਵੰਡਦੇ ਨੇ, ਦਾਨ ਪੁੰਨ ਕਰਦੇ ਨੇ, ਲੇਕਿਨ ਫਿਰ ਵੀ ਇਨਸਾਨ ਦੇ ਜੀਵਨ ਦੇ ਵਿੱਚ ਪਾਪ ਹੈ। ਫਿਰ ਵੀ ਇਨਸਾਨ ਦੇ ਜੀਵਨ ਦੇ ਵਿੱਚ ਪਾਪ ਹੈ। ਤੇ ਪਾਪਾਂ ਦੀ ਮਾਫੀ ਮਿਲਦੀ ਕਿਵੇਂ ਹੈ? ਇੱਕ ਮੈਂ ਤੁਹਾਨੂੰ ਵਚਨ ਪੜ੍ਹ ਦਾਂਗਾ, ਵਚਨ ਨੂੰ ਧਿਆਨ ਨਾਲ ਸੁਣਿਓ। ਮੈਂ ਪੜ੍ਹ ਦਾਂਗਾ ਪਹਿਲਾ ਯਹੂਨਾ ਨਵੇਂ ਨਿਯਮ ਦੇ ਵਿੱਚ
ਪਹਿਲਾ ਯਹੂਨਾ ਉਹਦਾ 1 ਅਧਿਆਇ, ਯਹੂਨਾ ਦੀ ਪੱਤਰੀ ਉਹਦਾ 1 ਅਧਿਆਇ, ਉਹਦਾ ਪੜ੍ਹਦਾ ਤੁਹਾਡੇ ਲਈ ਮੈਂ 7 ਵਚਨ ਤੋਂ। ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ, ਤਾਂ ਸਾਡੀ ਆਪੋ ਵਿੱਚ ਹੀ ਸੰਗਤ ਹੈ ਅਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ। ਦੇਖੋ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਜੋ ਪ੍ਰਭੂ ਯਿਸੂ ਮਸੀਹ ਦਾ ਲਹੂ ਹੈ ਉਹ ਕੀ ਕਰਦਾ ਗਾ? ਉਹ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਗਾ। ਮਤਲਬ ਕਿ ਇਨਸਾਨ ਨੇ ਜਿਹਾ ਵੀ ਪਾਪ ਕੀਤਾ ਹੋਵੇ, ਕੈਸਾ ਵੀ ਪਾਪ ਕੀਤਾ ਗਾ, ਲਿਖਿਆ ਨਹੀਂ ਹੈ ਛੋਟਾ ਪਾਪ ਹੈ, ਵੱਡਾ ਪਾਪ ਹੈ ਜਾਂ ਕਿਹੋ ਜਿਹਾ ਪਾਪ ਹੈ, ਬਾਈਬਲ ਦੇ ਵਿੱਚ ਨਹੀਂ ਲਿਖਿਆ ਹੋਇਆ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਵੀ ਜਿਹੇ ਜਿਹੇ ਮਰਜ਼ੀ ਪਾਪ ਨੇ ਉਹਦੀ ਮਾਫੀ ਮਿਲਦੀ ਹੈ। ਕਿਹਦੇ ਦੁਆਰਾ ਮਿਲਦੀ ਹੈ? ਯਿਸੂ ਮਸੀਹ ਦੇ ਲਹੂ ਦੇ ਦੁਆਰਾ। ਪਰ ਲਹੂ ਮਿਲਦਾ ਕਦੋਂ ਇਨਸਾਨ ਨੂੰ? ਕੀ ਪ੍ਰਭੂ ਯਿਸੂ ਮਸੀਹ ਦਾ ਲਹੂ ਅੱਜ ਵੀ ਲੋਕਾਂ ਨੂੰ ਮਿਲਦਾ ਗਾ? ਕੀ ਕੋਈ ਐਸੀ ਚਰਚ ਹੈ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਲਹੂ ਹੋਵੇ ਔਰ ਇਨਸਾਨ ਆਪਣੇ ਸਰੀਰ ਦੇ ਉੱਪਰ ਪ੍ਰਭੂ ਯਿਸੂ ਮਸੀਹ ਦਾ ਲਹੂ ਲਗਾ ਲਵੇ ਤਾਂ ਉਸ ਨੂੰ ਪਾਪਾਂ ਦੀ ਮਾਫੀ ਮਿਲ ਜਾਏ? ਕੀ ਕੋਈ ਐਸਾ ਸੇਵਕ ਹੈ, ਕੋਈ ਐਸਾ ਪਾਸਟਰ ਹੈ ਜਾਂ ਕੋਈ ਐਸਾ ਵਿਸ਼ਵਾਸੀ ਹੈ ਜਾਂ ਕੋਈ ਐਸਾ ਦੇਸ਼ ਹੈ, ਐਸੀ ਕਲੀਸਿया ਹੈ ਕਿ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਲਹੂ ਮਿਲਦਾ ਹੋਵੇ ਔਰ ਇਨਸਾਨ ਜਾ ਕੇ ਉਸ ਲਹੂ ਨੂੰ ਲੈ ਲਵੇ ਔਰ ਆਪਣੇ ਉੱਪਰ ਲਗਾ ਕੇ ਪਾਪਾਂ ਦੀ ਮਾਫੀ ਲੈ ਲਵੇ? ਇਸ ਸੰਸਾਰ ਦੇ ਵਿੱਚ ਅਜਿਹਾ ਕੋਈ ਚਰਚ ਨਹੀਂ, ਅਜਿਹੀ ਕੋਈ ਜਗ੍ਹਾ ਨਹੀਂ, ਅਜਿਹਾ ਕੋਈ ਦੇਸ਼ ਨਹੀਂ ਕਿ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਲਹੂ ਮਿਲਦਾ ਹੋਵੇ। ਲੇਕਿਨ ਮਾਫੀ ਪ੍ਰਭੂ ਯਿਸੂ ਮਸੀਹ ਦੇ ਲਹੂ ਤੋਂ ਹੈ, ਇਹ ਗੱਲ ਬਾਈਬਲ ਵਿੱਚ ਲਿਖੀ ਹੈ। ਹਰ ਇੱਕ ਵਚਨ ਮੈਂ ਤੁਹਾਡੇ ਲਈ ਫਿਰ ਪੜ੍ਹ ਦਾਂਗਾ। ਰਸੂਲਾਂ ਦੇ ਕਰਤੱਵ ਉਹਦਾ 2 ਅਧਿਆਇ, ਉਹਦਾ 37 ਤੇ 38। ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿਦ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਇੱਥੇ ਜਦ ਪਰਮੇਸ਼ਵਰ ਦਾਸ ਪਤਰਸ ਪਵਿੱਤਰ ਆਤਮਾ ਨਾਲ ਭਰ ਕੇ ਪਹਿਲੀ ਵਾਰ ਪ੍ਰਚਾਰ ਕਰ ਰਿਹਾ ਗਾ, ਤਾਂ ਜਦ ਲੋਕਾਂ ਨੇ ਵਚਨ ਸੁਣੇ ਤਾਂ ਉਹਨਾਂ ਦੇ ਦਿਲ ਛਿਦ ਗਏ, ਜੋ ਦਿਲ ਸੀਗਾ ਉਹ ਛਿਦ ਗਏ। ਉਹਨਾਂ ਨੇ ਸੁਣਿਆ, ਸੁਣਨ ਤੋਂ ਬਾਅਦ ਉਹਨਾਂ ਲੋਕਾਂ ਨੇ ਗੱਲ ਕਰੀ ਪਤਰਸ ਦੇ ਨਾਲ ਕਿ ਪਤਰਸ ਔਰ ਜੋ ਪਤਰਸ ਦੇ ਸਾਥੀ ਸੀਗੇ ਬਾਕੀ ਦੇ ਰਸੂਲ ਕਿ ਭਰਾਵਾ ਅਸੀਂ ਗਲਤੀ ਕਰ ਚੁੱਕੇ ਹਾਂ, ਅਸੀਂ ਪਾਪ ਕਰ ਚੁੱਕੇ ਹਾਂ, ਲੇਕਿਨ ਉਸ ਪਾਪ ਦੀ, ਉਸ ਗਲਤੀ ਦੀ ਸਜ਼ਾ ਸਾਨੂੰ ਨਾ ਮਿਲੇ, ਅਸੀਂ ਨਰਕ ਵਿੱਚ ਨਾ ਚਲੇ ਜਾਈਏ, ਉਹਦਾ ਕੋਈ ਹੱਲ ਹੈ? ਤਾਂ ਪਤਰਸ ਨੇ ਇੱਕ ਗੱਲ ਕਹੀ ਕਿ ਹੱਲ ਹੈ। ਤੁਸੀਂ ਪਾਪ ਕੀਤਾ ਗਾ, ਤੁਸੀਂ ਗਲਤੀ ਕੀਤੀ ਹੈ, ਤਾਂ ਤੁਸੀਂ ਕੀ ਕਰੋ? ਤੋਬਾ ਕਰੋ। ਹੁਣ ਇੱਥੇ ਸ਼ਬਦ ਲਿਖਿਆ ਤੋਬਾ, ਪਛਤਾਪ। ਹੁਣ ਤੋਬਾ ਹੈ ਕੀ? ਤੋਬਾ ਕੀ ਹੈ? ਕਿ ਬਾਈਬਲ ਵਿੱਚ ਇਸ ਦੇ ਬਾਰੇ ਕਲੀਅਰ ਲਿਖਿਆ ਹੈਗਾ ਕਿ ਤੋਬਾ ਕੀ ਹੈ। ਔਰ ਅੱਜ ਦਾ ਇਨਸਾਨ ਤੋਬਾ ਮੰਨਦਾ ਕਿਹਨੂੰ ਹੈ? ਪਾਸਟਰ ਲੋਕ ਤੋਬਾ ਕਿਹਨੂੰ ਕਹਿੰਦੇ ਨੇ? ਹਰ ਇੱਕ ਵਚਨ ਮੈਂ ਤੁਹਾਡੇ ਲਈ ਫਿਰ ਪੜ੍ਹ ਦਾਂਗਾ ਤੋਬਾ ਦੇ ਲਈ ਕਿ ਤੋਬਾ ਕੀ ਚੀਜ਼ ਹੈ। ਪੜਾਂਗਾ ਮੈਂ ਤੁਹਾਡੇ ਲਈ ਮੱਤੀ ਉਹਦਾ 12 ਅਧਿਆਇ, ਧਿਆਨ ਨਾਲ ਸੁਣਿਓ। ਹਾਂ, ਮੱਤੀ ਉਹਦਾ 12 ਅਧਿਆਇ, ਉਹਦਾ 41 ਵਚਨ। ਨੀਨਵਾ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ, ਕਿਉਂ ਜੋ ਉਹਨਾਂ ਨੇ ਜੁਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ। ਅਤੇ ਵੇਖੋ ਜੁਨਾਹ ਨਾਲੋਂ ਵੀ ਇੱਕ ਵੱਡਾ ਹੈ। ਹਾਂ, ਅਤੇ ਵੇਖੋ ਇੱਥੇ ਜੁਨਾਹ ਨਾਲੋਂ ਵੀ ਇੱਕ ਵੱਡਾ ਹੈ। ਦੇਖੋ ਇੱਥੇ ਪ੍ਰਭੂ ਯਿਸੂ ਮਸੀਹ ਗੱਲ ਕਰਦੇ ਨੇ, ਪ੍ਰਭੂ ਯਿਸੂ ਮਸੀਹ ਗੱਲ ਕਰਦੇ ਨੇ ਕਿ ਜੁਨਾਹ ਨੇ ਪ੍ਰਚਾਰ ਕੀਤਾ। ਪੁਰਾਣੇ ਨਿਯਮ ਦੇ ਵਿੱਚ ਜੁਨਾਹ ਨਬੀ ਉਹਨੇ ਪ੍ਰਚਾਰ ਕੀਤਾ ਔਰ ਉਹਦਾ ਪ੍ਰਚਾਰ ਸੁਣ ਕੇ ਇੱਕ ਵਾਰ ਫਿਰ ਦੱਸਦਾ ਤੁਹਾਨੂੰ ਮੈਂ। ਨੀਨਵਾ ਦੇ ਵਿੱਚ ਪ੍ਰਚਾਰ ਕੀਤਾ ਜੁਨਾਹ ਨੇ। ਨੀਨਵਾ ਦੇ ਲੋਕ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਉਣਗੇ। ਹਾਂ,
ਕਿਉਂ ਜੋ ਉਹਨਾਂ ਨੇ ਜੁਨਾਹ ਦਾ ਪ੍ਰਚਾਰ ਸੁਣ ਕੇ, ਹਾਂ ਨੀਨਵਾ ਦੇ ਲੋਕਾਂ ਨੇ ਜੁਨਾਹ ਦਾ ਪ੍ਰਚਾਰ ਸੁਣਿਆ, ਨੀਨਵਾ ਦੇ ਲੋਕਾਂ ਨੇ ਜੁਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ। ਕੀ ਕੀਤੀ? ਤੋਬਾ ਕੀਤੀ। ਕਿਹਨਾਂ ਨੇ? ਜੁਨਾਹ ਨੇ ਜਦੋਂ ਪ੍ਰਚਾਰ ਕੀਤਾ ਨੀਨਵਾ ਦੇ ਵਿੱਚ, ਔਰ ਨੀਨਵਾ ਦੇ ਲੋਕਾਂ ਨੇ ਕੀ ਕੀਤਾ? ਉੱਥੇ ਜੁਨਾਹ ਦਾ ਪ੍ਰਚਾਰ ਸੁਣਿਆ ਤੇ ਫਿਰ ਕੀ ਕੀਤੀ? ਫਿਰ ਤੋਬਾ ਕੀਤੀ। ਇਹਦਾ ਮਤਲਬ ਕਿ ਤੋਬਾ ਪ੍ਰਭੂ ਯਿਸੂ ਮਸੀਹ ਦੱਸਦੇ ਨੇ ਕਿ ਤੋਬਾ ਕਰਨੀ ਚਾਹੀਦੀ ਹੈ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਤੋਬਾ ਕਰਨੀ ਚਾਹੀਦੀ ਹੈ। ਲਿਖਿਆ ਹੈ ਕਿ ਨੀਨਵਾ ਦੇ ਲੋਕਾਂ ਨੇ ਯੋਨਾ ਦਾ ਪ੍ਰਚਾਰ ਸੁਣਿਆ ਤੇ ਤੋਬਾ ਕੀਤੀ, ਔਰ ਪਤਰਸ ਨੇ ਵੀ ਇਹੀ ਗੱਲ ਕਹੀ ਕਿ ਤੋਬਾ ਕਰੋ। ਔਰ ਪ੍ਰਭੂ ਯਿਸੂ ਮਸੀਹ ਖੁਦ ਕਹਿੰਦੇ ਨੇ ਕਿ ਨੀਨਵਾ ਦੇ ਲੋਕਾਂ ਨੇ ਤੋਬਾ ਕੀਤੀ। ਫਿਰ ਤੋਬਾ ਹੈ ਕੀ? ਔਰ ਲੋਕ ਅੱਜ ਤੋਬਾ ਕਿਹਨੂੰ ਕਹਿੰਦੇ ਨੇ? ਲੋਕ ਤੋਬਾ ਕਿਹਨੂੰ ਕਹਿੰਦੇ ਨੇ? ਔਰ ਬਾਈਬਲ ਦੇ ਵਿੱਚ ਮੈਂ ਤੁਹਾਡੇ ਲਈ ਵਚਨ ਪੜ੍ਹ ਦਾਂਗਾ, ਜੁਨਾਹ ਉਹਦਾ 3 ਅਧਿਆਏ ਪੁਰਾਣੇ ਨਿਯਮ ਦੇ ਵਿੱਚ, ਉਹਦਾ ਪੜ੍ਹਦਾ ਮੈਂ 1 ਤੋਂ ਲੈ ਕੇ ਉਹਦੇ 9 ਤੱਕ। ਜੁਨਾਹ ਦੀ ਬਾਣੀ ਦੂਜੀ ਵਾਰ ਜੁਨਾਹ ਨੂੰ ਆਈ ਕਿ ਉੱਠ, ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਨੂੰ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਜੁਨਾਹ ਯਹੋਵਾ ਦੇ ਆਖੇ ਅਨੁਸਾਰ ਉੱਠ ਕੇ ਨੀਨਵਾ ਨੂੰ ਗਿਆ। ਨੀਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਹਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ। ਸੋ ਜੁਨਾਹ ਸ਼ਹਿਰ ਵਿੱਚ ਵੜਨ ਲੱਗਾ ਅਤੇ 1 ਦਿਨ ਦਾ ਪੈਂਡਾ ਕੀਤਾ। ਤਦ ਉਹਨੇ ਪੁਕਾਰਿਆ ਅਤੇ ਆਖਿਆ, ਹੋਰ 40 ਦਿਨਾਂ ਨੂੰ ਨੀਨਵਾ ਢਾਇਆ ਜਾਵੇਗਾ। ਤਦ ਜੁਨਾਹ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਇਹ ਖਬਰ ਨੀਨਵਾ ਦੇ ਪਾਤਸ਼ਾਹ ਨੂੰ ਅੱਪੜ ਪਈ ਤਾਂ ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ। ਤਾਂ ਉਸ ਨੇ ਹੋਕਾ ਦਿੱਤਾ ਅਤੇ ਨੀਨਵਾ ਵਿੱਚ ਪ੍ਰਚਾਰ ਕੀਤਾ, ਪਾਤਸ਼ਾਹ ਅਤੇ ਉਸਦੇ ਸਰਦਾਰਾਂ ਦਾ ਫਰਮਾਨ, ਨਾ ਆਦਮੀ ਨਾ ਪਸ਼ੂ ਨਾ ਵੱਗ ਨਾ ਇੱਜੜ ਕੁਝ ਚਖਣ, ਉਹ ਨਾ ਖਾਣ ਨਾ ਪਾਣੀ ਪੀਣ, ਪਰ ਆਦਮੀ ਅਰ ਪਸ਼ੂ ਤੱਪੜਾਂ ਨਾਲ ਢਕੇ ਹੋਏ ਹੋਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ। ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ ਮੂੰਹ ਮੋੜਨ। ਕੀ ਜਾਣੀਏ ਜੋ ਪਰਮੇਸ਼ਵਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕਰੋਧ ਤੋਂ ਹਟੇ, ਭਈ ਅਸੀਂ ਨਾਸ ਨਾ ਹੋਈਏ। ਦੇਖੋ ਇੱਥੇ ਜੋ ਆਪਾਂ ਸਿੱਖਿਆ, ਜੋ ਆਪਾਂ ਪੜ੍ਹਿਆ ਬਾਈਬਲ ਦੇ ਵਿੱਚ, ਕਿ ਜੋ ਗੱਲ ਪ੍ਰਭੂ ਯਿਸੂ ਮਸੀਹ ਨੇ ਕਹੀ ਸੀ ਕਿ ਨੀਨਵਾ ਦੇ ਲੋਕਾਂ ਨੇ ਜੁਨਾਹ ਦਾ ਪ੍ਰਚਾਰ ਸੁਣ ਕੇ ਕੀ ਕੀਤੀ? ਤੋਬਾ ਕੀਤੀ। ਔਰ ਪਤਰਸ ਨੇ ਵੀ ਇਹੀ ਗੱਲ ਕਹੀ ਕਿ ਤੋਬਾ ਕਰੋ। ਪਤਰਸ ਨੇ ਵੀ ਇਹੀ ਗੱਲ ਕਹੀ ਕਿ ਤੋਬਾ ਕਰੋ। ਹੁਣ ਦੇਖੋ ਤੋਬਾ ਹੈ ਕੀ? ਹੁਣ ਮੈਂ ਵਚਨ ਪੜ੍ਹਿਆ ਇੱਥੇ, ਜੁਨਾਹ ਦੀ ਮਤਲਬ ਜੋ ਕਿਤਾਬ ਹੈ ਪੁਰਾਣੇ ਨਿਯਮ ਦੇ ਵਿੱਚ 3 ਅਧਿਆਏ 1 ਤੋਂ ਲੈ ਕੇ ਉਹਦੇ 9 ਤੱਕ, ਉੱਥੇ ਜੁਨਾਹ ਨਬੀ ਆਇਆ, ਉਸਨੇ ਪ੍ਰਚਾਰ ਕੀਤਾ ਔਰ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗਿਆ, ਤਾਂ ਰਾਜੇ ਨੂੰ ਪਤਾ ਲੱਗਿਆ, ਤਾਂ ਉੱਥੇ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ। ਹੁਣ ਇਹਨਾਂ ਦੇ ਵਿੱਚ ਕੀ ਹੈ? ਤੋਬਾ ਕੀ? ਔਰ ਤੋਬਾ ਹੈ ਕੀ? ਇਸ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਸਭ ਤੋਂ ਵੱਡੀ ਗੱਲ ਕਿ ਇਨਸਾਨ ਦੇ ਜੀਵਨ ਦੇ ਵਿੱਚ ਤੋਬਾ ਹੋਣੀ ਬਹੁਤ ਜ਼ਰੂਰੀ ਹੈ। ਔਰ ਬਾਈਬਲ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਤੋਬਾ ਕਿਹੜੀ ਹੈ, ਲੇਕਿਨ ਇਸ ਤਰ੍ਹਾਂ ਲਿਖਿਆ ਗਾ ਕਿ ਨੀਨਵਾ ਦੇ ਲੋਕਾਂ ਨੇ ਤੋਬਾ ਕੀਤੀ। ਔਰ ਤੋਬਾ ਦੇ ਵਿੱਚ ਆਉਂਦਾ ਕੀ ਹੈ? ਮੈਂ ਤੁਹਾਡੇ ਲਈ ਉਹ ਚੀਜ਼ ਦੇਖਾਂਗਾ, ਔਰ ਉਹ ਮੈਂ ਤੁਹਾਡੇ ਲਈ ਜੋ ਪੜ੍ਹਿਆ ਗਾ ਉਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਤੋਬਾ ਦੇ ਵਿੱਚ ਜਿਹੜੀਆਂ ਗੱਲਾਂ ਦੀ ਗੱਲ ਕੀਤੀ ਉਹ 9 ਗੱਲਾਂ ਨੇ। ਔਰ 9 ਗੱਲਾਂ ਕੀ ਨੇ? ਸਭ ਤੋਂ ਪਹਿਲੀ ਆਉਂਦੀ ਹੈ ਗੱਲ ਕਿ ਤਦ ਜੁਨਾਹ ਉਹਦਾ 3 ਅਧਿਆਏ ਉਹਦਾ 5 ਵਚਨ, ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ। ਕੀ ਲਿਖਿਆ ਗਾ? ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ। ਹਾਂ, ਹੁਣ ਦੇਖੋ ਨੀਨਵਾ ਦੇ ਲੋਕਾਂ ਨੇ ਜੁਨਾਹ ਤੇ ਨਹੀਂ ਪਰ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ। ਪ੍ਰਤੀਤ ਮਤਲਬ ਵਿਸ਼ਵਾਸ। ਹਾਂ, ਉਹਨਾਂ ਨੇ ਕਿਹਦੇ ਉੱਪਰ ਵਿਸ਼ਵਾਸ ਕੀਤਾ? ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ। ਕਹਿਣ ਦਾ ਮਤਲਬ ਕਿ ਇੱਕ ਨਬੀ ਪੁਰਾਣੇ ਨਿਯਮ ਦੇ ਵਿੱਚ, ਪੁਰਾਣੇ ਨਿਯਮ ਦੇ ਵਿੱਚ ਪਹਿਲਾ ਰਾਜਾ 13 ਅਧਿਆਏ ਉਹਦੇ 1 ਤੋਂ ਲੈ ਕੇ 25 ਤੱਕ ਪੜ੍ਹਦੇ ਹੋ, ਤਾਂ ਉੱਥੇ ਇੱਕ ਇਨਸਾਨ ਸੀਗਾ ਜੋ ਨਬੀ ਸੀਗਾ। ਉਸਨੇ ਪਰਮੇਸ਼ਵਰ ਦਾ ਕਿਹਾ ਕੰਮ ਕੀਤਾ। ਉਸ ਤੋਂ ਬਾਅਦ ਇੱਕ ਦੂਜਾ ਨਬੀ ਉਸਦੇ ਕੋਲ ਗਿਆ, ਉਸਨੇ ਕਿਹਾ ਕਿ ਮੈਨੂੰ ਪਰਮੇਸ਼ਵਰ ਨੇ ਤੇਰੇ ਕੋਲ ਭੇਜਿਆਗਾ, ਤੂੰ ਮੇਰੇ ਕੋਲ ਆ
ਪਾਣੀ ਪੀ, ਮੇਰੇ ਘਰ ਦੇ ਵਿੱਚ ਠਹਿਰ ਜਾ। ਜਦ ਕਿ ਪਰਮੇਸ਼ਵਰ ਨੇ ਉਸ ਨਬੀ ਨੂੰ ਕਿਹਾ ਸੀਗਾ ਕਿ ਤੈਂ ਜਿੱਥੇ ਜਾਣਾਗਾ ਉੱਥੇ ਤੈਂ ਕੰਮ ਕਰਨ ਤੋਂ ਬਾਅਦ ਉਸ ਰਸਤੇ ਵਾਪਸ ਨਹੀਂ ਆਉਣਾ। ਉਸ ਤੋਂ ਬਾਅਦ ਵਾਪਸ ਨਹੀਂ ਆਉਣਾ, ਉਸ ਤੋਂ ਬਾਅਦ ਤਾਂ ਉੱਥੇ ਪਾਣੀ ਨਹੀਂ ਪੀਣਾ, ਖਾਣਾ ਨਹੀਂ ਹੈ। ਉਹ ਵੀ ਤਾਂ ਪਰਮੇਸ਼ਵਰ ਦਾ ਨਬੀ ਸੀਗਾ, ਲੇਕਿਨ ਉਹਦੇ ਕੋਲ ਇੱਕ ਦੂਜਾ ਨਬੀ ਆ ਗਿਆ ਜੋ ਝੂਠ ਬੋਲਿਆ, ਔਰ ਉਸ ਤੋਂ ਬਾਅਦ ਉਹ ਨਬੀ ਦਾ ਨਾਸ ਹੋ ਗਿਆ। ਮਤਲਬ ਉਸਨੇ ਉਸ ਨਬੀ ਦੇ ਉੱਪਰ ਵਿਸ਼ਵਾਸ ਕੀਤਾ, ਉਸ ਪਰਮੇਸ਼ਵਰ ਦੇ ਮਤਲਬ ਜੋ ਪਰਮੇਸ਼ਵਰ ਦਾ ਨਾਮ ਲੈ ਕੇ ਆਇਆ ਸੀਗਾ, ਉਸ ਇਨਸਾਨ ਦੇ ਉੱਪਰ ਵਿਸ਼ਵਾਸ ਕੀਤਾ ਔਰ ਉਸ ਦਾ ਨਾਸ ਹੋ ਗਿਆ। ਲੇਕਿਨ ਨੀਨਵੇ ਦੇ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਸਿਰਫ ਔਰ ਸਿਰਫ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ। ਹਾਂ, ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ। ਅਤੇ ਜਦੋਂ ਵਿਸ਼ਵਾਸ ਕੀਤਾ ਤਾਂ ਉਸ ਤੋਂ ਬਾਅਦ ਕੀ ਹੋਇਆ? ਹਾਂ, ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ, ਸਾਡੇ ਤੋਂ ਗਲਤ ਹੋਇਆਗਾ, ਸਾਡੇ ਤੋਂ ਪਾਪ ਹੋਇਆਗਾ। ਉਸ ਗੱਲ ਨੂੰ ਆਪਾਂ ਬਹੁਤ ਧਿਆਨ ਨਾਲ ਦੇਖਾਂਗੇ, ਕਿਉਂਕਿ ਸਾਡੇ ਪਰਮੇਸ਼ਵਰ ਸਾਨੂੰ ਆਪਣੇ ਵਚਨ ਦੇ ਵਿੱਚ ਕੁਝ ਸਿਖਾਉਣ ਦੇ ਲਈ ਜਾ ਰਹੇ ਨੇ। ਅੱਜ ਲੋਕ ਵਿਸ਼ਵਾਸ ਕਰਦੇ ਨੇ, ਅੱਜ ਲੋਕ ਪਰਮੇਸ਼ਵਰ ਦੇ ਦਾਸ ਦੇ ਉੱਪਰ ਵਿਸ਼ਵਾਸ ਕਰਦੇ ਨੇ। ਹਾਂ, ਪਰਮੇਸ਼ਵਰ ਦੇ ਦਾਸ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈਗਾ, ਲੇਕਿਨ ਅਗਰ ਉਹ ਪਰਮੇਸ਼ਵਰ ਦਾ ਦਾਸ ਤੁਹਾਨੂੰ ਸਹੀ ਤਰ੍ਹਾਂ ਪਰਮੇਸ਼ਵਰ ਦੇ ਵਚਨ ਸਿਖਾਉਂਦਾ ਹੈਗਾ, ਸਹੀ ਤਰ੍ਹਾਂ ਆਤਮਾ ਨਾਲ ਆਗਿਆਕਾਰੀ ਕਰਦਾ ਹੈਗਾ, ਆਤਮਾ ਦੁਆਰਾ ਚੱਲਦਾ ਹੈਗਾ, ਪ੍ਰਭੂ ਭੋਜ ਸਹੀ ਸਮੇਂ ਲੈਂਦਾ ਹੈਗਾ, ਔਰ ਕਿਸ ਤਰ੍ਹਾਂ ਪ੍ਰਭੂ ਭੋਜ ਲੈਣਾ ਚਾਹੀਦਾ ਹੈਗਾ, ਉਹ ਸਾਰੀ ਗੱਲ ਬਾਈਬਲ ਦੇ ਵਿੱਚ ਤੁਹਾਨੂੰ ਸਿਖਾਉਂਦਾ ਹੈਗਾ, ਔਰ ਖੁਦ ਵੀ ਉਹ ਵਚਨਾਂ ਨੂੰ ਪੂਰਾ ਕਰਕੇ ਮੰਨਦਾ ਹੈਗਾ। ਲੇਕਿਨ ਦੇਖੋ, ਅਗਰ ਉਹ ਅਜਿਹਾ ਦਾਸ ਹੈ ਤਾਂ ਉਸ ਦਾਸ ਦੇ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈਗਾ। ਅਗਰ ਸੰਸਾਰ ਦੇ ਵਿੱਚੋਂ ਅਲੱਗ ਹੈ, ਸੰਸਾਰ ਦੀਆਂ ਗੱਲਾਂ, ਸੰਸਾਰ ਦੇ ਰੀਤੀ ਰਿਵਾਜਾਂ ਵਿੱਚ ਉਹ ਸੇਵਕ ਨਹੀਂ ਫਸਿਆ ਹੋਇਆ, ਤਾਂ ਐਸੇ ਸੇਵਕ ਦੇ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈਗਾ। ਅਦਰਵਾਈਜ਼ ਅਗਰ ਉਹ ਸੇਵਕ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਜੀਵਨ ਜੀਂਦਾ ਹੈਗਾ, ਸਹੀ ਤਰ੍ਹਾਂ ਪ੍ਰਭੂ ਭੋਜ ਨਹੀਂ ਕਰਦਾ, ਸੰਸਾਰ ਦੇ ਵਿੱਚ ਜੀਵਨ ਜੀਂਦਾ ਹੈਗਾ, ਤਾਂ ਫਿਰ ਐਸੇ ਸੇਵਕ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਲੇਕਿਨ ਵਿਸ਼ਵਾਸ ਕਿਹਦੇ ਉੱਪਰ ਕਰਨਾ ਚਾਹੀਦਾ ਹੈਗਾ? ਸਿਰਫ ਔਰ ਸਿਰਫ ਪਰਮੇਸ਼ਵਰ ਦੇ ਵਚਨ ਦੇ ਉੱਪਰ। ਔਰ ਪਰਮੇਸ਼ਵਰ ਦੇ ਵਚਨ ਦੇ ਉੱਪਰ ਕੀ ਕਰਨਾ ਚਾਹੀਦਾ ਹੈਗਾ? ਵਿਸ਼ਵਾਸ ਕਰਨਾ ਚਾਹੀਦਾ ਹੈ। ਕਿਉਂਕਿ ਦੇਖੋ, ਅੱਜ ਇਸ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਮੰਡਲੀਆਂ ਨੇ, ਬਹੁਤ ਸਾਰੀਆਂ ਕਲੀਸਿਆਵਾਂ ਨੇ, ਔਰ ਬਹੁਤ ਸਾਰੀਆਂ ਕਲੀਸਿਆਵਾਂ ਦੇ ਵਿੱਚ ਦੇਖੋ ਅਲੱਗ ਅਲੱਗ ਸਿੱਖਿਆ ਮਿਲ ਰਹੀ ਹੈ। ਕਈ ਵਾਰ ਇਨਸਾਨ ਪ੍ਰਭੂ ਭੋਜ ਕਰਦਾ ਹੈਗਾ, ਇੱਕ ਤੋਂ ਜ਼ਿਆਦਾ ਰੋਟੀਆਂ ਹੁੰਦੀਆਂ ਨੇ, ਇੱਕ ਤੋਂ ਜ਼ਿਆਦਾ ਪਿਆਲੇ ਹੁੰਦੇ ਨੇ, ਛੋਟੀ ਪਿਆਲੀਆਂ ਹੁੰਦੀਆਂ ਨੇ, ਲੇਕਿਨ ਬਾਈਬਲ ਦੇ ਵਿੱਚ ਇੱਕ ਰੋਟੀ ਲਿਖੀ ਹੈ, ਇੱਕ ਪਿਆਲਾ ਲਿਖਿਆ ਹੈਗਾ। ਇਹ ਸਾਰੀ ਗੱਲਾਂ ਇੱਕ ਸੇਵਕ ਦੇ ਲਈ ਬੋਲ ਰਿਹਾ ਮੈਂ। ਆਪਾਂ ਗੱਲ ਕਰ ਰਹੇ ਹਾਂ ਬਪਤਿਸਮਾ ਦੀ, ਪਾਪਾਂ ਦੀ ਮਾਫੀ ਦੀ, ਤਾਂ ਕਿ ਅਸੀਂ ਸਵਰਗ ਵਿੱਚ ਚਲੇ ਜਾਈਏ। ਇਹ ਗੱਲ ਤੁਸੀਂ ਬਹੁਤ ਧਿਆਨ ਨਾਲ ਸੁਣਿਓ ਕਿ ਵਿਸ਼ਵਾਸ ਕਿਹਦੇ ਉੱਪਰ ਕਰਨਾ ਗਾ? ਪਰਮੇਸ਼ਵਰ ਦੇ ਵਚਨ ਦੇ ਉੱਪਰ। ਅਗਰ ਤੁਹਾਨੂੰ ਪਰਮੇਸ਼ਵਰ ਦਾ ਦਾਸ ਕਹਿੰਦਾ ਗਾ ਕਿ ਇੱਕ ਤੋਂ ਜ਼ਿਆਦਾ ਪਿਆਲੇ ਕਰ ਸਕਦੇ ਹਾਂ, ਅਸੀਂ ਛੋਟੀਆਂ ਪਿਆਲੀਆਂ ਕਰ ਸਕਦੇ ਹਾਂ, ਤਾਂ ਉਸ ਪਰਮੇਸ਼ਵਰ ਦੇ ਦਾਸ ਨੂੰ ਪੁੱਛੋ ਕਿ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਗਾ ਕਿ ਉਹ ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਿਖਾ ਰਿਹਾ ਗਾ, ਆਤਮਾ ਸੱਚਾਈ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਪੂਰਾ ਕਰ ਰਿਹਾ ਗਾ। ਅਗਰ ਤੁਹਾਨੂੰ ਕਹਿੰਦਾ ਗਾ ਵੀ ਇੱਕ ਤੋਂ 2 ਪਿਆਲੇ ਕਰ ਸਕਦੇ ਹੋ, ਤਾਂ ਉਸ ਨੂੰ ਪੁੱਛੋ ਕਿ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਗਾ। ਅਗਰ ਕੋਈ ਸੇਵਕ ਕਹਿੰਦਾ ਗਾ ਵੀ ਪ੍ਰਭੂ ਭੋਜ ਦੇ ਵਿੱਚ ਛੋਟੀ ਪਿਆਲੀਆਂ ਦਾ ਇਸਤੇਮਾਲ ਕਰ ਸਕਦੇ ਹੋ, ਤਾਂ ਉਸ ਨੂੰ ਪੁੱਛੋ ਕਿ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਗਾ। ਅਗਰ ਇਨਸਾਨ ਕਹਿੰਦਾ ਗਾ, ਪਰਮੇਸ਼ਵਰ ਦਾ ਦਾਸ ਕਹਿੰਦਾ ਗਾ ਕਿ ਇੱਕ ਤੋਂ ਜ਼ਿਆਦਾ ਰੋਟੀਆਂ ਕਰ ਸਕਦੇ ਹੋ, ਤਾਂ ਉਸ ਨੂੰ ਪੁੱਛੋ ਬਾਈਬਲ ਦੇ ਵਿੱਚ ਕਿੱਥੇ ਲਿਖਿਆ ਗਾ। ਮਤਲਬ ਅਜਿਹੇ ਸੇਵਕ ਦੇ ਉੱਪਰ ਅਗਰ ਤੁਹਾਨੂੰ ਗਲਤ ਸਿਖਾ ਰਿਹਾ ਗਾ ਤਾਂ ਵਿਸ਼ਵਾਸ ਨਹੀਂ ਕਰਨਾ। ਅਗਰ ਵਿਸ਼ਵਾਸ ਕਰਨਾ ਗਾ ਤਾਂ ਸਿਰਫ ਤੇ ਸਿਰਫ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕਰੋ। ਔਰ ਸਭ ਤੋਂ ਵੱਡੀ ਗੱਲ, ਇਹਨਾਂ ਲੋਕਾਂ ਨੇ ਇਹੀ ਕੰਮ ਕੀਤਾ, ਨੀਨਵੇ ਦੇ ਲੋਕਾਂ ਨੇ। ਜਦੋਂ ਪਰਮੇਸ਼ਵਰ ਦਾ ਦਾਸ ਜੁਨਾ ਨਬੀ ਨਾਲ ਕੋਲ ਗਿਆ ਤਾਂ ਜੁਨਾ ਨਬੀ ਨੇ ਇਹੀ ਗੱਲ ਕਹੀ ਕਿ ਦੇਖੋ, ਜੋ ਤੁਹਾਡਾ ਇਹ ਸ਼ਹਿਰ ਹੈ ਇਹ 40 ਦਿਨਾਂ ਵਿੱਚ ਨਾਸ਼ ਕੀਤਾ ਜਾਏਗਾ, ਕਿਉਂਕਿ ਮੈਨੂੰ ਪਰਮੇਸ਼ਵਰ ਨੇ ਕਿਹਾਗਾ। ਤਾਂ ਉਹਨਾਂ ਲੋਕਾਂ ਨੇ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ। ਉਹਨਾਂ ਲੋਕਾਂ ਨੇ, ਨੀਨਵੇ ਦੇ ਲੋਕਾਂ ਨੇ ਜੁਨਾ ਦੇ ਬਾਰੇ ਵੀ ਦੇਖਿਆ ਹੋਵੇਗਾ। ਉਹਨਾਂ ਨੇ ਜਾਣਿਆ ਕਿ ਜੁਨਾ ਹੈ ਕੌਣ, और कि वाकई परमेश्वर इस देश के उपरों, इस शहर के उपरों खफागा, कि वाकई परमेश्वर इस शहर का नाश करने वाला गा। तो उन्होंने लोगों ने परमेश्वर के वचन के उपर की किया? विश्वास किया। तुहाडे कोल अज परमेश्वर दास आउंदा गा, वो की लैके आउंदा गा, किवें लैके आउंदा गा, उसनूं जाणो, उसनूं परखो कि परमेश्वर के वचन सिखा रहा गा, कि वचन के अनुसार तुहानूं चलना चाहिए गा, ऐसा तुहानूं सिखाउंदा गा। अगर वो बाइबल के विच सिखाउंदा गा तां तुसीं उसदे उपर विश्वास करो। परमेश्वर के वचन के उपर विश्वास तदे आउंदा गा कि जद कोई सानू सिखाउंदा गा, जदों कोई सानू सिखाउंदा गा। और जो कुछ बाइबल दे विच लिखिया गा उसनूं अपने जीवन दे विच बिना शक, बिना सवाल
ਉਸ ਨੂੰ ਪੂਰਾ ਕਰੋ, ਆਪਣੇ ਜੀਵਨ ਦੇ ਵਿੱਚ ਉਸ ਨੂੰ ਲਾਗੂ ਕਰੋ। ਫਿਰ ਲਿਖਿਆ ਗਿਆ ਬਾਈਬਲ ਦੇ ਵਿੱਚ, ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ। ਦੇਖੋ ਦੂਜੀ ਗੱਲ ਲਿਖੀ ਹੈ 3:5 ਦੇ ਵਿੱਚ ਹੀ ਕਿ ਵਰਤ, ਨੀਨਵਾ ਦੇ ਲੋਕਾਂ ਨੇ ਵਰਤ ਕੀਤਾ। ਔਰ ਵਰਤ ਹੈ ਕੀ? ਅੱਜ ਲੋਕ ਵਰਤ ਰੱਖਦੇ ਨੇ। ਕਈ ਵਾਰ ਬਾਹਰ ਜਾਣਾ ਹੁੰਦਾ, ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਨੇ ਅਸੀਂ ਵਰਤ ਰੱਖਿਆ ਹੈਗਾ। ਕਾਹਦੇ ਲਈ? ਵੈਸੇ ਹੀ ਮਨ ਹੋਇਆ ਵਰਤ ਕਰ ਲਿਆ। ਉਹਦਾ ਕੀ ਫਾਇਦਾ ਹੈਗਾ? ਕਈ ਵਾਰ ਇਨਸਾਨ ਸੋਚਦਾ ਹੈਗਾ ਕਿ 11-12 ਵਜੇ ਤੱਕ ਰੋਟੀ ਨਹੀਂ ਖਾਧੀ, ਚਲੋ ਛੱਡੋ, ਅੱਧਾ ਦਿਨ ਤਾਂ ਨਿਕਲ ਗਿਆ, ਹੁਣ ਸ਼ਾਮ ਨੂੰ ਇਕੱਠੀ ਰੋਟੀ ਖਾ ਲਾਂਗੇ, ਇਹ ਵਰਤ ਹੀ ਸਾਡਾ। ਅਜਿਹੇ ਵਰਤ ਦਾ ਕੋਈ ਫਾਇਦਾ ਨਹੀਂ ਹੈ। ਅਜਿਹੇ ਵਰਤ ਦਾ ਕੋਈ ਵੀ ਫਾਇਦਾ ਨਹੀਂ ਹੈ। ਲੇਕਿਨ ਕਈ ਲੋਕ ਦੇਖੋ ਵਰਤ ਕਰਦੇ ਨੇ, ਜੋ ਵਰਤ ਯਿਸੂ ਮਸੀਹ ਨੇ ਕੀਤੇ, 40 ਵਰਤ ਕੀਤੇ। ਇੱਕ ਹੀ ਵਰਤ ਸੀਗਾ ਜੋ 40 ਦਿਨ ਤੱਕ ਚੱਲਿਆ। ਅੱਜ ਲੋਕ ਕਹਿੰਦੇ ਅਸੀਂ ਵਰਤ ਕਰਦੇ ਹਾਂ 40, ਲੇਕਿਨ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ 40 ਵਰਤ ਕਰੋ। ਔਰ ਉਹਨਾਂ ਨੂੰ ਪੁੱਛੋ ਕਾਰਨ ਕੀ ਹੈ ਤੁਹਾਡਾ 40 ਵਰਤ ਕਰਨ ਦਾ? ਪ੍ਰਭੂ ਯਿਸੂ ਮਸੀਹ ਦਾ ਕਾਰਨ ਸੀਗਾ 40 ਵਰਤ ਕਰਨ ਦਾ। ਉਹ ਮੇਰਾ ਸਬਜੈਕਟ ਨਹੀਂ ਹੈ। ਪ੍ਰਭੂ ਯਿਸੂ ਮਸੀਹ ਨੇ ਵਰਤ ਕੀਤੇ, ਜੋ ਇੱਕ ਵਰਤ 40 ਦਿਨ 40 ਰਾਤਾਂ ਤੱਕ ਚੱਲਿਆ। ਅੱਜ ਇਨਸਾਨ ਵਰਤ ਕਰਦਾ ਹੈਗਾ, ਉਹਦਾ ਕਾਰਨ ਕੀ ਹੈ? ਉਹਦਾ ਕੋਈ ਵੀ ਕਾਰਨ ਨਹੀਂ, ਲੇਕਿਨ ਇਨਸਾਨ ਆਪਣੀ ਮਰਜ਼ੀ ਦੇ ਨਾਲ ਵਰਤ ਕਰਦਾ ਹੈਗਾ। ਇਨਸਾਨ ਆਪਣੀ ਮਰਜ਼ੀ ਦੇ ਨਾਲ ਵਰਤ ਕਰਦਾ ਹੈਗਾ ਔਰ ਕਹਿੰਦਾ ਹੈਗਾ ਚੱਲ ਕੋਈ ਗੱਲ ਨਹੀਂ, ਮੈਨੂੰ ਚੰਗਾ ਲੱਗਿਆ ਮੈਂ ਵਰਤ ਕੀਤਾ ਹੈਗਾ, ਲੇਕਿਨ ਸਹੀ ਦੇ ਵਿੱਚ ਉਹ ਫਾਲਤੂ ਵਰਤ ਨੇ। ਔਰ ਨੀਨਵਾ ਦੇ ਲੋਕਾਂ ਨੇ ਕੀ ਕੀਤਾ ਸੀਗਾ? ਜਦੋਂ ਪਤਾ ਲੱਗਿਆ ਕਿ ਪਰਮੇਸ਼ਵਰ ਇਸ ਦੇਸ਼ ਦਾ, ਇਸ ਸ਼ਹਿਰ ਦਾ ਨਾਸ਼ ਕਰਨ ਵਾਲਾ ਹੈਗਾ, ਤਾਂ ਉਹਨਾਂ ਨੇ ਹੋਕਾ ਦਿੱਤਾ ਔਰ ਉਹਨਾਂ ਨੇ ਕੀ ਕੀਤਾ? ਵਰਤ ਰੱਖਿਆ। ਵਰਤ ਰੱਖਿਆ ਕਿਹਦੇ ਵਿੱਚ? ਤਾਂ ਕਿ ਉਹ ਲੋਕ ਨਾਸ ਨਾ ਹੋ ਜਾਣ, ਉਹ ਲੋਕ ਖਤਮ ਨਾ ਹੋ ਜਾਣ, ਉਹ 40 ਦਿਨਾਂ ਵਿੱਚ ਮਰ ਨਾ ਜਾਣ। ਉਹ ਲੋਕ ਬਚਣਾ ਚਾਹੁੰਦੇ ਸੀਗੇ, ਬਚਣ ਦੇ ਲਈ ਵਰਤ ਕੀਤਾ ਉਹਨਾਂ ਲੋਕਾਂ ਨੇ। ਉਹ ਲੋਕ ਬਚਣਾ ਚਾਹੁੰਦੇ ਸੀਗੇ, ਇਸ ਲਈ ਉਹਨਾਂ ਨੇ ਵਰਤ ਕੀਤਾ। ਔਰ ਲਿਖਿਆ ਕਿ ਇਸ ਲਈ ਉਹਨਾਂ ਨੇ ਵਰਤ ਵਿਸ਼ਵਾਸ ਕੀਤਾ। ਵਰਤ ਇਸ ਲਈ ਰੱਖਿਆ ਜਾਂਦਾ ਹੈ ਕਿ ਪਰਮੇਸ਼ਵਰ ਪ੍ਰਾਰਥਨਾ ਸੁਣਨ। ਹਾਂ, ਪਰਮੇਸ਼ਵਰ ਸਾਡੀ ਪ੍ਰਾਰਥਨਾ ਸੁਣ ਲੈਣ, ਇਸ ਲਈ ਵਰਤ ਕੀਤਾ ਜਾਂਦਾ ਹੈਗਾ। ਲੇਕਿਨ ਅੱਜ ਜ਼ਿਆਦਾਤਰ ਲੋਕ ਇਸ ਤਰ੍ਹਾਂ ਹੀ ਵਰਤ ਨੂੰ ਰੱਖ ਲੈਂਦੇ ਨੇ। ਫਿਰ ਵਰਤ ਇਸ ਲਈ ਹੁੰਦਾ ਹੈਗਾ ਤਾਂ ਕਿ ਇਨਸਾਨ ਸਾਡੀ ਪ੍ਰਾਰਥਨਾ ਨੂੰ ਸੁਣ ਲੈਣ, ਪਰਮੇਸ਼ਵਰ ਸਾਡੀ ਪ੍ਰਾਰਥਨਾ ਸੁਣ ਲੈਣ, ਪਰਮੇਸ਼ਵਰ ਸਾਡੀ ਪ੍ਰਾਰਥਨਾ ਸੁਣ ਲੈਣ। ਔਰ ਵਰਤ ਦੇ ਵਿੱਚ ਭੁੱਖਾ ਪਿਆਸਾ ਰਹਿਣਾ ਨਹੀਂ ਹੈ। ਆਪਣੇ ਜ਼ਰੂਰੀ ਕੰਮਾਂ ਨੂੰ ਛੱਡ ਦੇਣਾ ਹੁੰਦਾ ਹੈਗਾ। ਆਪਣੇ ਜ਼ਰੂਰੀ ਕੰਮ ਛੱਡ ਕੇ ਪਰਮੇਸ਼ਵਰ ਦੇ ਨਾਲ ਬੈਠ ਕੇ, ਹਾਂ ਮਤਲਬ ਪਰਮੇਸ਼ਵਰ ਦੇ ਨਾਲ ਬੈਠ ਕੇ ਸੰਗਤੀ ਕਰਨੀ, ਪਰਮੇਸ਼ਵਰ ਦੇ ਨਾਲ ਬੈਠ ਕੇ ਸਮਾਂ ਬਿਤਾਉਣਾ ਔਰ ਪਾਪ ਨਾ ਕਰਨਾ। ਪਾਪ ਨਾ ਕਰਨਾ, ਪਾਪ ਤੋਂ ਦੂਰ ਰਹਿਣਾ, ਇਸ ਲਈ ਵਰਤ ਹੁੰਦਾ ਹੈਗਾ। ਇਹਨਾਂ ਲੋਕਾਂ ਨੇ ਤਾਂ ਇਹੀ ਕੰਮ ਕੀਤਾ ਸੀਗਾ। ਨੀਨਵਾ ਦੇ ਲੋਕਾਂ ਨੇ ਜਦੋਂ ਵਰਤ ਕੀਤਾ ਤਾਂ ਇਹਨਾਂ ਨੇ ਕੋਈ ਕੰਮਕਾਰ ਨਹੀਂ ਕਰਿਆ, ਇਹਨਾਂ ਨੇ ਕੋਈ ਕੁਝ ਨਹੀਂ ਕੀਤਾ। ਬੈਠ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੋਡੇ ਟੇਕ ਕੇ ਬੈਠ ਗਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਔਰ ਉਸ ਤੋਂ ਬਾਅਦ ਇਹਨਾਂ ਨੇ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਜਦੋਂ ਬੇਨਤੀ ਹੀ ਕੀਤੀ ਕਿ ਪਰਮੇਸ਼ਵਰ ਅਸੀਂ ਜੋ ਪਾਪ ਕੀਤਾ ਗਾ, ਉਹ ਪਾਪ ਦੀ ਸਾਨੂੰ ਮਾਫੀ ਮਿਲ ਜਾਏ। ਇਹ ਦੂਜੀ ਨੰਬਰ ਹੈ, ਦੂਜਾ ਪੁਆਇੰਟ ਹੈ। ਪਹਿਲਾ ਪੁਆਇੰਟ ਹੈ ਵਿਸ਼ਵਾਸ ਕਰਨਾ, ਪ੍ਰਤੀਤ ਕਰਨੀ ਪਰਮੇਸ਼ਵਰ ਦੇ ਵਚਨ ਦੇ ਉੱਪਰ। ਔਰ ਦੂਜਾ ਹੁੰਦਾ ਗਾ ਕਿ ਵਰਤ ਕਰਨਾ। ਔਰ ਤੀਜਾ ਮੈਂ ਪੜ੍ਹਦਾ ਤੁਹਾਡੇ ਲਈ ਕੀ ਲਿਖਿਆ ਗਾ। ਇਹ ਜੁਨਾ ਉਹਦਾ 3 ਅਧਿਆਏ, ਉਹਦਾ ਆਪਾਂ ਪੜ੍ਹਿਆਗਾ 1 ਤੋਂ ਲੈ ਕੇ 9 ਤੱਕ। ਔਰ 5 ਦੇ ਵਿੱਚ ਲਿਖਿਆ ਗਾ, ਤਦ ਨੀਨਵਾ ਦੇ ਲੋਕਾਂ ਨੇ ਪਰਮੇਸ਼ਵਰ ਦੇ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਉਹਨਾਂ ਨੇ ਕੀ ਕਰਿਆ? ਤੱਪੜ ਪਾ ਲਏ। ਤੱਪੜ ਮਤਲਬ ਟਾਟ ਪਹਿਨਿਆ, ਟਾਟ ਪਹਿਨ ਲੈਣਾ। ਇਹਦਾ ਮਤਲਬ ਸੰਸਾਰ ਦੀਆਂ ਵਸਤੂਆਂ ਨੂੰ ਛੱਡ ਦੇਣਾ। ਟਾਟ ਪਹਿਨਣ ਤੋਂ ਪਹਿਲਾਂ ਪਾਏ ਹੋਏ ਕੱਪੜੇ ਉਤਾਰ ਦੇਣੇ। ਇਸ ਇਨਸਾਨ ਨੇ ਜੋ ਵੀ ਕੱਪੜੇ ਪਾਏ ਹੁੰਦੇ ਨੇ, ਅਗਰ ਟਾਟ ਪਹਿਨਿਆ ਹੁੰਦਾ ਗਾ ਤਾਂ ਉਸ ਤੋਂ ਪਹਿਲਾਂ ਕੱਪੜੇ ਉਤਾਰੇ ਜਾਂਦੇ ਨੇ, ਫਿਰ ਟਾਟ ਪਹਿਨਣਾ ਹੁੰਦਾ ਗਾ। ਉਹ ਕੱਪੜੇ ਸੰਸਾਰ ਅਤੇ ਪ੍ਰੇਮ ਦੱਸਦੇ ਹਨ, ਜੋ ਸੰਸਾਰ ਦੀਆਂ ਗੱਲਾਂ ਦੱਸਦੇ ਹਨ। ਮਤਲਬ ਜੋ ਕੱਪੜਾ ਇਨਸਾਨ ਪਾਉਂਦਾ ਗਾ ਉਹ ਸੰਸਾਰ ਦੇ ਨਾਲ ਮਿੱਤਰਤਾ, ਸੰਸਾਰ ਦੇ ਨਾਲ ਪ੍ਰੇਮ, ਸੰਸਾਰ ਦੇ ਨਾਲ ਭਾਈਚਾਰਾ, ਉਹ ਸਭ ਨੂੰ ਉਤਾਰ ਦਿੰਦੇ ਨੇ। ਮਤਲਬ ਸੰਸਾਰ ਦੀਆਂ ਮੌਜ ਸ਼ੌਕ, ਐਸ਼ ਪ੍ਰਸਤੀ, ਸੰਸਾਰ ਦੇ ਵਿੱਚ ਜੀਵਨ ਜੀਣਾ, ਉਹ ਸਭ ਕੁਝ ਉਤਾਰਿਆ ਜਾਂਦਾ ਗਾ ਜੋ ਇਨਸਾਨ ਸੰਸਾਰ ਦੇ ਨਾਲ ਮੋਹ ਰੱਖਦਾ ਗਾ। ਔਰ ਬਾਈਬਲ ਦੇ ਵਿੱਚ ਲਿਖਿਆ ਵੀ ਹੈ,
ਬਾਈਬਲ ਦੇ ਵਿੱਚ ਲਿਖਿਆ ਹੈਗਾ ਪਹਿਲਾ ਯਹੂਨਾ ਉਹਦਾ 2 ਅਧਿਆਇ 15 ਤੋਂ 17 ਕਿ ਸੰਸਾਰ ਨਾਲ ਮੋਹ ਨਾ ਰੱਖੋ, ਸੰਸਾਰ ਨਾਲ ਮੋਹ ਨਾ ਰੱਖੋ। ਹੁਣ ਦੇਖੋ ਇੱਥੇ ਗੱਲ ਇਹੀ ਆਉਂਦੀ ਹੈ ਕਿ ਤੱਪੜ ਪਹਿਨਣਾ ਮਤਲਬ ਸੰਸਾਰ ਦੇ ਨਾਲ ਮਿੱਤਰਚਾਰਾ, ਸੰਸਾਰ ਦੇ ਨਾਲ ਰਿਸ਼ਤਾ, ਉਸ ਨੂੰ ਤੋੜ ਦੇਣਾ, ਉਸ ਨੂੰ ਖਤਮ ਕਰ ਦੇਣਾ। ਔਰ ਫਿਰ ਦੇਖੋ ਜੋ ਇਹ ਸੰਸਾਰ ਹੈ, ਜੋ ਇਹਦਾ ਸਰਦਾਰ ਹੈ ਉਹ ਤਾਂ ਸ਼ੈਤਾਨ ਹੈ। ਔਰ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਇਹੀ ਗੱਲ ਕਹੀ ਸੀ ਕਿ ਦੇਖ, ਜਦੋਂ ਪ੍ਰਭੂ ਯਿਸੂ ਮਸੀਹ ਨੂੰ ਉਪਵਾਸ ਕੀਤਾ ਸੀਗਾ ਤਾਂ ਸ਼ੈਤਾਨ ਨੇ ਇਹੀ ਗੱਲ ਕਹੀ ਕਿ ਇਸ ਸੰਸਾਰ ਦੇ ਵਿੱਚ ਦੇਖ, ਜਿੰਨਾ ਕੁਝ ਵੀ ਹੈ ਉਹ ਸਾਰਾ ਕੁਝ ਮੇਰਾ ਹੈ, ਔਰ ਮੈਂ ਜਿਹਨੂੰ ਚਾਹਾਂ ਉਹਨੂੰ ਦਿੰਨਾਗਾ। ਅਗਰ ਤੈਨੂੰ ਚਾਹੀਦਾਗਾ ਤਾਂ ਮੇਰੀ ਭਗਤੀ ਕਰ, ਮੈਨੂੰ ਮੱਥਾ ਟੇਕ, ਮੈਨੂੰ ਸਜਦਾ ਕਰ। ਇਹਦਾ ਮਤਲਬ ਕਿ ਜਿੰਨਾ ਕੁਝ ਵੀ ਹੈ ਉਹ ਤਾਂ ਸਾਰਾ ਕੁਝ ਸ਼ੈਤਾਨ ਦਿੰਦਾਗਾ। ਤਾਂ ਪ੍ਰਭੂ ਯਿਸੂ ਮਸੀਹ ਨੇ ਇਹੀ ਗੱਲ ਕਹੀ ਕਿ ਮੈਨੂੰ ਮੱਥਾ ਟੇਕ। ਮਤਲਬ ਕਿ ਸੰਸਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ। ਇਹਨਾਂ ਲੋਕਾਂ ਨੇ ਕੀ ਕੀਤਾ? ਤੱਪੜ ਪਹਿਨੇ, ਮਤਲਬ ਆਪਣਾ ਕੱਪੜੇ ਉਤਾਰਨ ਤੋਂ ਬਾਅਦ ਟਾਟ ਪਹਿਨ ਲਿਆ, ਤੱਪੜ ਪਹਿਨ ਲਿਆ। ਔਰ ਬਾਈਬਲ ਦੇ ਵਿੱਚ ਲਿਖਿਆ ਹੈਗਾ ਰੋਮੀਆਂ ਉਹਦਾ 8 ਅਧਿਆਇ ਉਹਦੇ 5 ਤੋਂ ਲੈ ਕੇ ਉਹਦੇ 8 ਤੱਕ ਕਿ ਜੋ ਸੰਸਾਰ ਸਰੀਰ ਦੇ ਉੱਪਰ ਮਨ ਲਗਾਉਂਦਾ ਹੈਗਾ ਉਹ ਸਰੀਰਕ ਹੈ। ਔਰ ਸੰਸਾਰ का मनसा मौत है, शरीर का मनसा मौत है। ਰੋਮੀਆਂ 8 ਅਧਿਆਇ ਉਹਦੇ 5 ਤੋਂ 8 ਤੱਕ ਪੜ੍ਹਿਓ ਤਾਂ ਇੱਥੇ ਲਿਖਿਆ ਸੰਸਾਰ ਦੀ ਸਾਰੀ ਗੱਲ ਲਿਖੀ ਹੋਈ ਹੈ, ਸਰੀਰ ਦੀ ਗੱਲ ਲਿਖੀ ਹੋਈ ਹੈ। ਲੇਕਿਨ ਤੱਪੜ ਪਹਿਨਣਾ ਮਤਲਬ ਕਿ ਜਿੰਨਾ ਕੁਝ ਵੀ ਸੀਗਾ ਸੰਸਾਰ ਦਾ ਉਹ ਸਾਰਾ ਕੁਝ ਉਹਨਾਂ ਨੇ ਛੱਡ ਦਿੱਤਾ, ਸਾਰਾ ਕੁਝ ਆਪਣੇ ਸਰੀਰ ਦੇ ਉੱਪਰੋਂ ਕੱਢ ਦਿੱਤਾ। ਸਰੀਰ ਦੇ ਉੱਪਰ ਜੋ ਕੁਝ ਵੀ ਮੌਜ ਸ਼ੌਂਕ ਵਾਸਤੇ ਪਹਿਨਦੇ ਸੀਗੇ, ਮੌਜ ਸ਼ੌਂਕ ਵਾਸਤੇ ਪਹਿਨਿਆ ਜਾਂਦਾ ਸੀਗਾ, ਹਾਰ ਸ਼ਿੰਗਾਰ, ਉਹ ਸਾਰਾ ਸਮਾਨ ਜੋ ਪਹਿਨਦਾ ਇਨਸਾਨ ਉਹ ਮੌਜ ਸ਼ੌਂਕ ਹੈ ਇਨਸਾਨ ਦਾ, ਹਰ ਸੰਸਾਰ ਦੇ ਵਿੱਚੋਂ ਮਿਲਦਾ ਹੈਗਾ। ਲੇਕਿਨ ਇਹਨਾਂ ਜਦ ਦੇਖਿਆ ਕਿ ਸਾਨੂੰ ਸਾਡਾ ਸਰੀਰ ਦਾ ਜੋ ਵੀ ਮੌਜ ਸ਼ੌਂਕ ਹੈ ਉਹ ਬਚਾ ਨਹੀਂ ਸਕਦਾ, ਤਾਂ ਇਹਨਾਂ ਨੇ ਉਹ ਸਭ ਕੁਝ ਉਤਾਰ ਕੇ ਤੱਪੜ ਪਹਿਨ ਲਏ, ਮਤਲਬ ਟਾਟ ਪਹਿਨ ਲਿਆ, ਮਤਲਬ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰ ਦਿੱਤਾ। ਜਦੋਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰ ਦਿੱਤਾ ਤਾਂ ਫਿਰ ਇਸ ਨੂੰ ਕਹਿੰਦੇ ਨੇ ਪਰਮੇਸ਼ਵਰ ਕਿ ਉਹਨਾਂ ਨੇ ਟਾਟ ਪਹਿਨਿਆ, ਉਹਨਾਂ ਨੇ ਟਾਟ ਪਹਿਨਿਆ। ਔਰ ਇੱਕ ਪੁਆਇੰਟ ਹੋਰ ਹੈ, ਚੌਥਾ ਪੁਆਇੰਟ ਆਪਾਂ ਦੇਖਦੇ ਹਾਂ ਜੁਨਾ ਉਹਦਾ 3 ਅਧਿਆਇ ਉਹਦੇ 6 ਵਚਨ ਦੇ ਵਿੱਚ ਇਹ ਖਬਰ ਨੀਨਵਾ ਦੇ ਪਾਸ ਸਾਨੂੰ ਅੱਪੜ ਪਈ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ। ਦੇਖੋ ਜੋ ਨੀਨਵਾ ਦਾ ਰਾਜਾ ਸੀਗਾ, ਜਦੋਂ ਉਹਨੂੰ ਇਹ ਖਬਰ ਪਹੁੰਚੀ ਤਾਂ ਉਸਨੇ ਕੀ ਕੀਤਾ? ਰਾਜ ਗੱਦੀ ਨੂੰ ਛੱਡ ਦਿੱਤਾ। ਰਾਜ ਗੱਦੀ ਦਾ ਮਤਲਬ ਹੁੰਦਾਗਾ ਕਿ ਮਾਨ ਸਨਮਾਨ, ਤੁਹਾਡਾ ਰੁਤਬਾ, ਤੁਹਾਡੀ ਪੋਸਟ, ਤੁਹਾਡਾ ਅਹੁਦਾ, ਉਸ ਦਾ ਤਿਆਗ ਕਰ ਦੇਣਾ, ਉਸ ਨੂੰ ਛੱਡ ਦੇਣਾ। ਉਸ ਨੂੰ ਕਹਿੰਦੇ ਨੇ ਰਾਜ ਗੱਦੀ। ਰਾਜਾ ਦੇਖੋ ਕਿੱਡਾ ਵੱਡਾ ਰਾਜਾ ਹੁੰਦਾਗਾ, ਕਿਹੋ ਜਿਹਾ ਸਿੰਘਾਸਨ ਹੁੰਦਾਗਾ, ਕਿੰਨਾ ਮਾਨ ਸਨਮਾਨ ਹੁੰਦਾਗਾ। ਤਾਂ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਇਹ ਖਬਰ ਨੀਨਵਾ ਦੇ ਪਾਸ ਸਾਨੂੰ ਅੱਪੜ ਪਈ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਮਤਲਬ ਆਪਣੀ ਰਾਜ ਗੱਦੀ ਤੋਂ ਉੱਠ ਕੇ ਖੜਾ ਹੋ ਗਿਆ। ਰਾਜ ਗੱਦੀ ਤੋਂ ਉੱਠ ਕੇ ਖੜਾ ਹੋ ਗਿਆ ਮਤਲਬ ਉਸਨੇ ਆਪਣੀ ਪੋਸਟ ਛੱਡਤੀ। ਅੱਜ ਹੋ ਸਕਦਾ ਤੁਸੀਂ ਬੈਂਕ ਮੈਨੇਜਰ ਹੋਵੋ, ਤੁਸੀਂ ਕਿਸੇ ਚੰਗੀ ਕੰਪਨੀ ਵਿੱਚ ਕੰਮ ਕਰਦੇ ਹੋਵੋ, ਤੁਹਾਡਾ ਚੰਗਾ ਰੁਤਬਾ ਹੋਵੇ, ਤੁਹਾਡੇ ਚੰਗੇ ਠਾਠ ਬਾਠ ਹੋਣ, ਤੁਹਾਡਾ ਚੰਗਾ ਮਾਨ ਸਨਮਾਨ ਹੁੰਦਾ ਹੋਵੇ, ਲੇਕਿਨ ਜਦ ਵੀ ਤੁਸੀਂ ਪਰਮੇਸ਼ਵਰ ਦੇ ਕੋਲ ਆਉਂਦੇ ਹੋ, ਤਾਂ ਤੁਸੀਂ ਕੀ ਸੋਚ ਕੇ ਆਉਂਦੇ ਹੋ ਔਰ ਕਿਵੇਂ ਪਰਮੇਸ਼ਵਰ ਦੇ ਕੋਲ ਬੈਠਦੇ ਹੋ? ਕੀ ਗੋਡਿਆਂ ਦੇ ਭਾਰ ਬੈਠ ਸਕਦੇ ਹੋ ਪਰਮੇਸ਼ਵਰ ਦੇ ਸਾਹਮਣੇ? ਕੀ ਆਪਣਾ ਰੁਤਬਾ, ਆਪਣਾ ਮਾਨ ਸਨਮਾਨ, ਆਪਣੀ ਪੋਸਟ ਛੱਡ ਕੇ ਆ ਸਕਦੇ ਹੋ ਪਰਮੇਸ਼ਵਰ ਦੇ ਕੋਲ? ਔਰ ਆਉਣਾ ਚਾਹੀਦਾ ਹੈਗਾ, ਇਹ ਤੋਬਾ ਦੇ ਵਿੱਚ ਆਉਂਦਾ ਹੈਗਾ। ਤੁਸੀਂ ਚੰਗਾ ਰੁਪਏ ਪੈਸੇ ਵਾਲੇ ਹੋ ਸਕਦੇ ਹੋ, ਤੁਹਾਡਾ ਚੰਗਾ ਕਾਰੋਬਾਰ ਹੋ ਸਕਦਾ ਹੈਗਾ, ਲੇਕਿਨ ਜਦ ਪਰਮੇਸ਼ਵਰ ਦੇ ਸਾਹਮਣੇ ਆਉਂਦੇ ਹੋ ਤਾਂ ਇਹ ਤੁਹਾਡੇ ਲਈ ਸਭ ਕੁਝ ਜ਼ੀਰੋ ਹੋਣਾ ਚਾਹੀਦਾ ਹੈਗਾ। ਇਹ ਤੁਹਾਡੇ ਲਈ ਕੁਝ ਵੀ ਨਹੀਂ ਹੋਣਾ ਚਾਹੀਦਾ। ਪ੍ਰਾਰਥਨਾ ਕਰਨ ਲੱਗੇ ਤੁਹਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ। ਇੱਕੋ ਪਿਆਲੇ ਵਿੱਚ ਪ੍ਰਭੂ ਭੋਜ ਲੈਂਦੇ ਸਮੇਂ ਇੱਕ ਪਿਆਲਾ ਤੁਹਾਨੂੰ ਅੜੇਕਾ ਨਹੀਂ ਬਣਨਾ ਚਾਹੀਦਾ ਕਿ ਕਿਸੇ ਦਾ ਝੂਠਾ ਖਾਵਾਂਗਾ, ਕਿਸੇ ਦਾ ਝੂਠਾ ਪੀਵਾਂਗਾ, ਲੋਕ ਕਿਹੋ ਜਿਹੇ ਨੇ, ਲੋਕ ਕੀ ਸੋਚਣਗੇ। ਇਹ ਸਾਰੀ ਗੱਲ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਉਣੀ ਚਾਹੀਦੀ। ਇਹ ਕੀ ਹੈ? ਇਹ ਤੁਹਾਡਾ ਰੁਤਬਾ, ਤੁਹਾਡਾ ਮਾਨ ਸਨਮਾਨ, ਜਾਂ ਕਈ ਲੋਕ ਸੋਚਦੇ ਨੇ
कि असीं जूठा किवें पी लांगे, असीं किसी दा जूठा किवें खा लांगे, मैं तो इहो जी मतलब पोस्ट के उपर हाँ, मैं तो इहो जिहा इंसान हाँ, मेरा तो इन्ना रुतबा गा, मेरे तो ठाठ बाठ ने। लेकिन परमेश्वर की कहते हैं कि जो राजा सीगा वो राजगद्दी के उपरों उठ के खड़ा हो गया। प्रभु यीशु मसीह ने कहा यह गल कि राजगद्दी के उपर उठ के खड़ा हो गया, मतलब कि तुसी किहो जिहे भी हो, तुसी किहो जिहे भी हो, लेकिन परमेश्वर के सामने वो बिल्कुल नम्र बनना गा, अपना सब कुछ भुल जाना गा, अपना सब कुछ त्याग देना गा, अपना सब कुछ छड्ड देना गा। फिर अगे मैं तुहाडे लई वचन पढ़ दांगा, जुना ਉਹਦਾ 3 अध्याय ਉਹਦਾ 6 वचन। ਇਹ खबर नीनवा ਦੇ ਪਾਸ ਸਾਨੂੰ ਉੱਪਰ ਪਈ ਤਾਂ ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਆਪਣਾ ਸਾਹੀ ਜੁੱਬਾ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ। ਹੁਣ ਦੇਖੋ ਇੱਥੇ ਲਿਖਿਆ ਗਾ ਰਾਖ ਵਿੱਚ ਬੈਠ ਜਾਣਾ, ਰਾਖ ਵਿੱਚ ਬੈਠ ਜਾਣਾ मतलब सब तो नीवी जगह के उपर, नीवी जगह के उपर बैठ गया। कौन? एक राजा जिहड़ा पूरे शहर के उपर राज करता सीगा। सारे शहर के लोग उसकी गल नूं मनदे सीगे, सारे शहर के लोग उसकी गल नूं सुनदे सीगे। लेकिन जदों उसनूं पता चलिया कि असीं नाश हो रहे हैं, असीं मरन वाले हैं, तो उसने अपना शाही जुब्बा ला दिता, अपना सिंघासन छड्ड दिता, अपना मान सन्मान छड्ड दिता और उस तो बाद कित्थे बैठ गया? वो राख दे विच बैठ गया। मतलब कि वो नीवी जगह के उपर बैठ गया। उसने अपनी पोस्ट की, अपने रुतबे की बिल्कुल परवाह नहीं की। मतलब जिहड़े अधीन हुंदे ने, हलीम हुंदे ने, नम्र हुंदे ने, परमेश्वर नाल सीधी गल करदे हन। हाँ, परमेश्वर दे नाल वो गलबात कर सकते हैं कि जो नम्र है, जो हलीम है, जो परमेश्वर के अधीन है, वो परमेश्वर के नाल गल कर सकते हैं। बाइबल के लिखा मूसा के बारे भी, प्रभु यीशु मसीह मूसा के बारे भी कहते हैं गिनती 12 अध्याय दे विच कि मूसा मेरा की है, वो नम्र है, वो की है, वो मेरे अधीन है। देखो कि जो नम्र है, हुण राजा के अंदर की एक नम्रता आ गई, अधीनता आ गई, हलीमी आ गई दे अंदर। क्यों? मैं कि नाश हो रहा गा, मैं तो खत्म होने वाला गा। इसलिए देखो इस राजे ने अपने आप की किया, राख दे विच बिठा लिया। अरसई दे विच अगर पता चलता गा तो साडा भी फर्ज है कि असी की करिए, असी भी परमेश्वर के अगे नीवे बन जाइए, असी परमेश्वर के अगे हलीम बन जाइए, असी परमेश्वर के अधीन हो जाइए। और एक वचन उत्थे लिखिया गा, ये हो गया नंबर 4 पॉइंट। उत्थे लिखिया गा शाही जुब्बा। शाही जुब्बा मतलब अपना हक छड्ड देना, मतलब कि अपना हक छड्ड देना। हुण देखो यूसुफ के बारे, यूसुफ पुराने नियम के विच जदों उसके उपर इल्जाम लग्या, पोटीफर की पत्नी ने उसके उपर इल्जाम लगाया, तो देखो वो चाहता तो वह कह सकता सीगा कि मैं तो कोई गुनाह नहीं किया, मैं तो कोई पाप नहीं किया। वो पोटीफर को कह सकता सीगा कि देख तेरी जो पत्नी है वो पाप दे विच है, लेकिन फिर भी जो यूसुफ सीगा वो चुप रहा। और देखो उसके चुप रहने के करके उसनूं जेल में जाना पिया। वो चाहता तो जेल में ना जाता, लेकिन उसका जो हक सीगा उसने अपना हक छड्ड दिता। उसने की सीगा? अपना हक छड्ड दिता। मतलब वो अपने हक लैण दे लई लड़िया नहीं है। हक लैण दे लई वो लड़ सकता सीगा, पर उसने लड़ना जरूरी नहीं समझा। अज देखो अज लोग मसीह के उपर विश्वास तो करते हैं, लेकिन देखो फिर भी वो लोग लड़ाई झगड़ा भी करते हैं। उस तो बाद वो थाने भी जाते हैं, कोर्ट कचहरी भी जाते हैं, मतलब अपना हक छड्डदे नहीं। लेकिन इत्थे जो अपन देखिया गा शाही जुब्बा मतलब हक छड्ड देना। तो देखो इत्थे यूसुफ ने अपना हक छड्डिया गा। प्रभु यीशु मसीह का फर्ज, प्रभु यीशु मसीह का भी हक सीगा इस संसार में ज़्यादा वो आए कि वो जिउंदे रहंदे, लेकिन प्रभु यीशु मसीह ने अपनी जान दे दी। जबकि प्रभु यीशु मसीह कोई भी पाप नहीं, प्रभु यीशु मसीह कोई भी गलती नहीं, लेकिन फिर भी देखो प्रभु यीशु मसीह ने जीन का हक छड्ड दिता। उसने मरन नूं पसंद किया कि मैं अपनी जान दे देना गा। कहने का मतलब यही
कि शाही जुब्बा लाउणा मतलब अपना हक छड़ देना। और शाही जुब्बा लाउण तो बाद की कीतागा, राजे ने टाट पहनियागा। टाट मतलब अगर असी ਜਾਂ ਤੁਸੀਂ ਲੋਕ अपना शाही जुब्बा लाउने हो ਤਾਂ टाट पहन उतारन का मतलब, हाँ टाट पहनने का मतलब की है कि जो पहला संसार ਸੀਗਾ ਉਹਨੂੰ ਉਤਾਰ ਦਿੱਤਾਗਾ। ਸੰਸਾਰ ਦੀਆਂ ਗੱਲਾਂ ਨੇ ਉਹ ਸਾਡੀਆਂ ਜੀਵਨ ਦੇ ਵਿੱਚੋਂ ਬਾਹਰ ਜਾ ਚੁੱਕੀਆਂ ਨੇ। ਇਸ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਆਪਣਾ ਹੱਕ ਛੱਡ ਦੇਣਾ, ਇਹ ਕਿਹਦੇ ਵਿੱਚ ਆਉਂਦਾਗਾ? ਇਹ ਬਪਤਿਸਮੇ ਦੇ ਵਿੱਚ ਆਉਂਦਾਗਾ। ਔਰ ਪੁਆਇੰਟ ਹੈ ਇਹ ਪੰਜਵਾਂ ਪੁਆਇੰਟ ਰਾਖ ਵਿੱਚ ਬੈਠਣਾ, ਤੇ 6ਵਾਂ ਪੁਆਇੰਟ ਹੈ शाही जुब्बा मतलब अपना हक छੱਡ देना। ਤੇ 7ਵਾਂ ਪੁਆਇੰਟ ਆਪਾਂ ਦੇਖਦੇ ਹਾਂ। ਉਸ ਤੋਂ ਬਾਅਦ ਕੀ ਸੀਗਾ? ਆਪਾਂ ਜੁਨਾ ਉਹਦਾ 3 ਅਧਿਆਇ ਉਹਦੇ 8 ਵਚਨ ਦੇ ਵਿੱਚ, ਸੌਰੀ 7 ਵਚਨ ਦੇ ਵਿੱਚ, ਤਾਂ ਉਸ ਨੇ ਹੋਕਾ ਦਿੱਤਾ ਅਤੇ ਨੀਮਾ ਵਿੱਚ ਪ੍ਰਚਾਰ ਕੀਤਾ, ਪਾਤਸ਼ਾਹ ਅਤੇ ਉਸਦੇ ਸਰਦਾਰਾਂ ਦਾ ਫਰਮਾਨ, ਨਾ ਆਦਮੀ ਨਾ ਪਸ਼ੂ ਨਾ ਵੱਗ ਨਾ ਇੱਜੜ ਕੁਝ ਚੱਖਣ, ਨਾ ਉਹ ਖਾਣ ਨਾ ਪਾਣੀ ਪੀਣ। ਹੁਣ ਦੇਖੋ ਇੱਥੇ ਲਿਖਿਆਗਾ ਕਿ ਨਾ ਉਹ ਖਾਣ ਤੇ ਨਾ ਉਹ ਪਾਣੀ ਪੀਣ। ਹੁਣ ਜਦੋਂ ਵਰਤ ਹੀ ਰੱਖਿਆ ਸੀਗਾ ਫਿਰ ਖਾਣ ਪੀਣ ਦੀ ਗੱਲ ਤਾਂ ਆਉਂਦੀ ਨਹੀਂ। ਜਦੋਂ ਨੀਨਵਾ ਦੇ ਲੋਕਾਂ ਨੇ ਵਰਤ ਰੱਖਿਆ ਹੋਇਆਗਾ ਤਾਂ ਵਰਤਾਂ ਦੇ ਵਿੱਚ ਤਾਂ ਪਹਿਲਾਂ ਹੀ ਸੀਗਾ ਵੀ ਨਹੀਂ ਖਾਣਾ ਨਹੀਂ ਪੀਣਾ। ਫਿਰ ਇੱਥੇ ਜੋ ਲਿਖਿਆਗਾ ਨਾ ਖਾਣਾ ਨਾ ਪੀਣਾ, ਮਤਲਬ ਇੱਥੇ ਆਉਂਦਾਗਾ ਕਿ ਇਹ ਗੱਲ ਸਾਨੂੰ ਦੱਸਦੀ ਹੈ ਕਿ ਜਦੋਂ ਸਾਡੇ ਜੀਵਨ ਦੀ ਕੋਈ ਵੀ ਮਰਜ਼ੀ ਨਹੀਂ, ਸਿਰਫ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਹੁੰਦਾਗਾ। ਇਹਦੇ ਵਿੱਚ ਇਹਦਾ ਮਤਲਬ ਇਹੀ ਹੈ ਕਿ ਨਾ ਖਾਣਾ ਨਾ ਪੀਣਾ ਮਤਲਬ ਅਸੀਂ ਆਪਣੀ ਮਰਜ਼ੀ ਨਾਲ ਨਹੀਂ, ਅਸੀਂ ਪਰਮੇਸ਼ਵਰ ਦੀ ਮਰਜ਼ੀ ਨਾਲ ਜੀਵਨ ਜੀਣਾਗਾ। ਅਸੀਂ ਹੁਣ ਤੱਕ ਆਪਣੀ ਮਰਜ਼ੀ ਕੀਤੀ, ਲੇਕਿਨ ਅੱਜ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਚੱਲਣਾ। ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਆਪਣਾ ਜੀਵਨ ਨਹੀਂ ਜੀਣਾ, ਲੇਕਿਨ ਹੁਣ ਕੀ ਕਰਨਾਗਾ? ਹੁਣ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾਗਾ। ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਅਸੀਂ ਚੱਲਣਾਗਾ, ਕਿਉਂਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ? ਪਰਮੇਸ਼ਵਰ ਦੀ ਮਰਜ਼ੀ ਤਾਂ ਇਹੀ ਹੈ ਕਿ ਜਦੋਂ ਇੱਕ ਵਾਰ ਪ੍ਰਭੂ ਯਿਸੂ ਮਸੀਹ ਖੂਹ ਦੇ ਉੱਪਰ ਬੈਠੇ ਸੀਗੇ, ਉੱਥੇ ਸਾਮਰੀ ਔਰਤ ਨਾਲ ਗੱਲਬਾਤ ਕਰ ਰਹੇ ਸੀਗੇ, ਔਰ ਪ੍ਰਭੂ ਯਿਸੂ ਮਸੀਹ ਦੇ ਚੇਲੇ ਉਹ ਤਾਂ ਬਾਜ਼ਾਰ ਗਏ ਸੀਗੇ ਜਾਂ ਕਿਤੇ ਗਏ ਸੀਗੇ ਭੋਜਨ ਖਰੀਦਣ ਦੇ ਲਈ। ਤਾਂ ਉੱਥੇ ਜਦ ਉਹ ਲੋਕ ਖਰੀਦ ਕੇ ਆਏ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਦ ਚੇਲਿਆਂ ਨੇ ਕਿਹਾ ਕਿ ਪ੍ਰਭੂ ਜੀ, ਗੁਰੂ ਜੀ, ਤੁਸੀਂ ਆ ਜਾਓ ਤੇ ਭੋਜਨ ਖਾ ਲਓ, ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਆਪਾਂ ਬਾਈਬਲ ਦੇ ਵਿੱਚ ਦੇਖ ਲੈਂਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ। ਯਹੂਨਾ ਉਹਦਾ 4 ਅਧਿਆਇ ਉਹਦਾ 34 ਵਚਨ, ਮੈਂ ਤੁਹਾਡੇ ਲਈ ਪੜ੍ਹਦਾ ਇੱਕ ਮਿੰਟ। ਹਾਂ, ਉੱਥੇ ਲਿਖਿਆਗਾ, ਧਿਆਨ ਨਾਲ ਸੁਣਿਓ। ਯਿਸੂ ਨੇ ਉਹਨਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਮੈਂ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਔਰ ਉਹਦਾ ਕੰਮ ਸੰਪੂਰਨ ਕਰਾਂ। ਦੇਖੋ ਬਾਈਬਲ ਦੇ ਵਿੱਚ ਲਿਖਿਆਗਾ ਕਿ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਜੋ ਮੇਰਾ ਭੇਜਣ ਵਾਲਾ ਹੈਗਾ ਮੈਂ ਉਸਦੀ ਮਰਜ਼ੀ ਨੂੰ ਪੂਰਾ ਕਰਾਂ। ਬਪਤਿਸਮਾ ਲੈਣ ਤੋਂ ਬਾਅਦ, ਪਾਪਾਂ ਦੀ ਮਾਫੀ ਲੈਣ ਤੋਂ ਬਾਅਦ ਇਨਸਾਨ ਦਾ ਫਰਜ਼ ਕੀ ਹੈ ਕਿ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾ। ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾ ਮਤਲਬ ਆਪਣੀ ਮਰਜ਼ੀ ਨੂੰ ਛੱਡ ਦੇਣਾ, ਆਪਣੇ ਆਪ ਦਾ ਇਨਕਾਰ ਕਰ ਦੇਣਾ। ਇਹ ਕੀ ਹੈ? ਨਾ ਖਾਣਾ ਤੇ ਨਾ ਪੀਣਾ। ਇਹਦਾ ਮਤਲਬ ਇਹ ਹੈ, ਵਰਤ ਤਾਂ ਉਹਨਾਂ ਦਾ ਲੋਕਾਂ ਦਾ ਚੱਲਦਾ ਹੀ ਸੀਗਾ, ਵਰਤ ਤਾਂ ਉਹ ਲੋਕ ਕਰ ਰਹੇ ਸੀਗੇ, ਲੇਕਿਨ ਜੋ ਸ਼ਬਦ ਹੈ ਨਾ ਖਾਣਾ ਨਾ ਪੀਣਾ, ਇਹ ਤੋਬਾ ਦੇ ਵਿੱਚ ਆ ਗਿਆ। ਤੋਬਾ ਦੇ ਵਿੱਚ ਮਤਲਬ ਕਿ ਹੁਣ ਆਪਣੀ ਮਰਜ਼ੀ ਨਹੀਂ ਹੈ। ਅਸੀਂ ਆਪਣੀ ਮਰਜ਼ੀ ਨਾਲ ਸਭ ਕੁਝ ਕਰਦੇ ਸੀਗੇ, ਲੇਕਿਨ ਹੁਣ ਜਦੋਂ ਤੋਬਾ ਕਰ ਲਈ ਤਾਂ ਅੱਜ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਸਿਰਫ ਔਰ ਸਿਰਫ ਪਰਮੇਸ਼ਵਰ ਦੀ ਮਰਜ਼ੀ ਪੂਰੀ ਹੋਵੇਗੀ, ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਪੂਰੀ ਹੋਵੇਗੀ। ਔਰ ਜਦ ਚੇਲਿਆਂ ਨੇ ਕਿਹਾ ਤਾਂ ਚੇਲਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਇਹੀ ਕਿਹਾ ਸੀਗਾ ਕਿ ਮੇਰੇ ਪਿਤਾ ਦੀ ਮਰਜ਼ੀ ਹੈ, ਮੇਰੇ ਪਿਤਾ ਦੀ ਮਰਜ਼ੀ। ਇਹਦਾ ਮਤਲਬ ਕਿ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾ ਕੀ ਹੈ? ਉਹ ਇਨਸਾਨ ਦਾ ਫਰਜ਼ ਹੈ, ਉਹ ਇਨਸਾਨ ਦਾ ਫਰਜ਼ ਹੈ। ਇਹ ਹੈਗਾ ਨੰਬਰ 7 ਜੋ ਪੁਆਇੰਟ ਆਪਾਂ ਦੇਖਿਆਗਾ। 7 ਪੁਆਇੰਟ ਦੇਖਿਆਗਾ, ਨਾ ਖਾਣਾ ਨਾ ਪੀਣਾ। ਔਰ ਇਹਦੇ ਵਿੱਚ ਕੀ ਦੇਖਿਆ ਆਪਾਂ ਨੇ ਕਿ ਅਸੀਂ ਆਪਣੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾਗਾ, ਜੋ ਮਰਜ਼ੀ ਪ੍ਰਭੂ ਯਿਸੂ ਮਸੀਹ ਨੇ ਪੂਰੀ ਕਰਕੇ ਦਿਖਾਈ ਸਾਨੂੰ। ਔਰ ਬਾਈਬਲ ਦੇ ਵਿੱਚ ਲਿਖਿਆ ਵੀ ਹੈ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਕਿ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ, ਮਤਲਬ ਆਪਣੀ ਇੱਛਾ ਨੂੰ ਮਾਰ ਦੇਵੇ, ਆਪਣੀ ਮਰਜ਼ੀ ਨੂੰ ਮਾਰ ਦੇਵੇ ਔਰ ਮੇਰੇ ਪਿੱਛੇ ਆਏ। ਫਿਰ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾਗਾ ਕਿ ਜੋ ਕੋਈ ਮੇਰੇ ਤੋਂ ਵੱਧ ਕੇ ਆਪਣੀ ਮਾਂ ਨੂੰ, ਆਪਣੇ ਬਾਪ ਨੂੰ, ਆਪਣੇ ਭੈਣ ਨੂੰ, ਆਪਣੇ ਭਾਈ ਨੂੰ, ਆਪਣੇ ਬੱਚਿਆਂ ਨੂੰ,
ਇੱਥੋਂ ਤੱਕ ਆਪਣੀ ਜਾਨ ਨੂੰ ਵੀ ਪਿਆਰ ਕਰਦਾ ਗਾ ਮੇਰੇ ਤੋਂ ਵੱਧ ਕੇ, ਉਹ ਮੇਰੇ ਯੋਗ ਨਹੀਂ ਹੈ। मतलब कि अगर तुसी यीशु मसीह के पिछे आए हो तां की करना गा, अपनी मर्जी नूं छड्ड के प्रभु यीशु मसीह की मर्जी नूं पूरा करना गा। ये पॉइंट नंबर 7, ना खाना ते ना पीना। फिर आउंदा गा पॉइंट नंबर 8, मैं तुहाडे लई फिर पढ़ दांगा। फिर मैं तुहाडे लई पढ़ दांगा कि 8 दे विच जुना 3 अध्याय ਉਹਦਾ 8 वचन, पर आदमी और पशु तपड़ा नाल ढके हुए होण अते परमेश्वर दे अगे जोर ला के तरले करना, सब कोई आपो अपने भैड़े राह तो अते आपो अपने जुल्म तो जो वो कर रहे हन मुंह मोड़ना। फिर पॉइंट आउंदा गा 8, गल बहुत ध्यान नाल सुनियो। 8 पॉइंट है कि जोर ला के पुकारना। अरे आज्ञा दित्ती हुई सीगी, ये फरमान कढ़िया सीगा नीनवा दे राजे ने कि वो लोग नाश हो रहे ने, वो लोग खत्म होने वाले ने 40 दिनों के विच। ये फरमान सीगा कि नीनवा दे राजे दा पूरी प्रजा दे लई कि जोर ला के पुकारना, मतलब अजिही प्रार्थना करनी, अजिही परमेश्वर के बेनती करनी कि परमेश्वर साडे पाप असी जो कीते ने, असी जो पाप कीते ने, असी जो गलती कीती है उसकी सानू माफ़ी दे देवे। अजिही मतलब प्रार्थना करनी है परमेश्वर के जोर लगा के, तरले लगा के, अपना गला इदा नहीं कि जोर जोर दी बोल के नहीं, अजिही प्रार्थना कि परमेश्वर साडी प्रार्थना नूं सुन लवे, परमेश्वर साडी प्रार्थना नूं सुन लेना। और प्रार्थना इदा नहीं कि कोठे उपर चढ़ जाओ या चुबारे उपर चढ़ जाओ, उत्थे जाके रौला पाओ, हे परमेश्वर पाप माफ करो, हे परमेश्वर पाप माफ करो, इस तरह नहीं। लेकिन ਇਹਦਾ मतलब ये कि साडी प्रार्थना सुनी जाए। और प्रार्थना है कि बाइबल दे विच लिखिया गा कि प्रार्थना की है, वो धूप दे समान है। धूप जो इंसान धूप जलाउंदा गा तां जो ਉਹਦਾ ਧੂਆਂ ਹੁੰਦਾ ਗਾ ਉਹ ਉੱਪਰ ਚਲਾ ਜਾਂਦਾ ਗਾ। ਜਦੋਂ ਧੂਆਂ ਉੱਪਰ ਜਾਂਦਾ ਗਾ ਉਹਦਾ ਕਾਰਨ ਹੈ ਕਿ ਜੋ ਧੂਆਂ ਗਾ ਉਹ ਹਵਾ ਨਾਲੋਂ ਹਲਕਾ ਹੁੰਦਾ ਗਾ, ਹਵਾ ਨਾਲੋਂ ਹਲਕਾ ਹੁੰਦਾ ਗਾ, ਇਸ ਲਈ ਧੂਆਂ ਜਿਹੜਾ ਧੂਪ ਦਾ ਉਹ ਉੱਪਰ ਚਲਾ ਜਾਂਦਾ ਗਾ। और ऊपर जब चला जाता गा तो ऊपर जाके वो भाप बन जाता, पानी में बदल जाता गा। और पानी है जो वो हवा तो भारी होंदा गा, इसलिए वो बारिश बन के थले आउंदा गा। मतलब साडी प्रार्थना इस तरह की होनी चाहिए, हल्की होनी चाहिए। साडी प्रार्थना भारी नहीं होनी चाहिए, साडी प्रार्थना दिखावे वाली नहीं होनी चाहिए, साडी प्रार्थना अजिही होनी चाहिए कि साडी प्रार्थना सुनी जाए, साडी प्रार्थना सुनी जाए। और बाइबल दे विच प्रकाश की पोथी उसका 5 अध्याय उसका 8 वचन उत्थे लिखिया गा कि जो प्रार्थना की वो धूप के समान है। फिर जो पॉइंट चलता है अपना 8 कि जोर ला के प्रार्थना करनी, मतलब अजिही प्रार्थना करनी कि परमेश्वर साडी प्रार्थना सुन लेना। एक बार 2 इंसान गए सी प्रार्थना करने के लिए, एक फरीसी सी, एक मसूलिया सी। और जो फरीसी सीगा उसने तो किहो जी प्रार्थना करी, किन्ने भारी शब्द विच प्रार्थना करी, परमेश्वर मैं प्रार्थना करदा, मैं तो हफ्ते में 2 वर्त रख दांगा, मैं तो अपनी कमाई का सारा 10वां तुहानूं दिनागा, मैं इस मसूलिया वर्गा नहीं हाँ। मतलब उसने अजिही प्रार्थना की। लेकिन बाइबल दे विच लिखिया गा कि जिहड़ा मसूलिया सीगा, जो टैक्स लैण वाला सीगा, उसने अपनी अखां नहीं चुकियां, परमेश्वर के अखां नहीं चुकियां। लेकिन उसने की किया, परमेश्वर मैं पापी हाँ, मेरे ते दया कर। तो देखो प्रार्थना किहदी सुनी गई, उसे मसूलिया की प्रार्थना सुनी गई। जो टैक्स लैंदा सीगा उसकी प्रार्थना सुनी गई, लेकिन जो फरीसी सीगा उसकी प्रार्थना नहीं सुनी गई। क्यों? क्योंकि उसकी प्रार्थना भारी सीगी, उसकी प्रार्थना के शब्द वो दिखावे वाले शब्द सीगे, इसलिए परमेश्वर ने उसकी प्रार्थना नूं सुनिया नहीं। लेकिन साडी प्रार्थना सुनी जाए, जोर लगा के प्रार्थना करनी, मतलब कि साडी प्रार्थना परमेश्वर सुन लवे, हल्की प्रार्थना, और ऐसी कि साडी प्रार्थना सुनी ही जाए, अजिही प्रार्थना साडी होनी चाहिए है। फिर नंबर 9 लिखेगा, सब कोई आपो अपने भैड़े राह तो अते आपो अपने जुल्म तो जो वो कर रहे हैं मुंह मोड़ना। मतलब जो जुल्म इंसान कर रहा गा, जुल्म कर रहा गा,
मतलब अजिहियां जो भी आदतां हैं जिसनों बुरा काम कहते हैं छड्ड देना। इंसान पहला झूठ बोलता सीगा, गालां कढ़दा सीगा, नशे करदा सीगा, चलाकी करदा सीगा, होशियारी करदा सीगा, वैर विरोध करदा सीगा। वो जिन्ने भी बुरे काम करदा सीगा उन्हां नूं की करे, वो बंद कर देवे, उन्हां नूं वो हमेशा लई छड्ड देवे। हाँ, जदों ये सारियां गल्लां इंसान पूरियां करदा हैगा तां फिर इस नूं कहंदे ने तोबा। हाँ, ये सारियां गल्लां विच की है, इस नूं तोबा कहंदे ने। एक बार मैं फिर रिपीट करदा तुहाडे लई। पहला सीगा परमेश्वर दे वचन दे उपर प्रतीत करनी, परमेश्वर दे वचन दे उपर विश्वास करना। दूजा हैगा व्रत करना। व्रत करना, व्रत मतलब आलतू फालतू वाले व्रत नहीं। चलो अज टाइम से रोटी नहीं मिली तो व्रत रख लो, चलो 40 व्रत रख लो, इदां दा अजिहा व्रत नहीं। व्रत का मतलब की है कि पाप तो दूर रहना। व्रत का मतलब यही है कि पाप तो दूर रहना, कोई पाप नहीं करना, यह व्रत है। फिर तीजा सीगा तप्पड़ पहन लेने, मतलब संसार को छड्ड देना। संसार के उपर जो मन लग्या होयागा, संसार के नाल जो मौज शौक में फसे हुए हो, जो रीति रिवाजों में फसे हुए हो, जो परंपरावां में फसे हुए हो, जो हार श्रृंगार में फसे हुए हो, फैशनों में फसे हुए हो, चंगे महंगे कपड़े में फसे हुए हो, वो सारे हार श्रृंगार में बाहर निकल आना। इनू कहते ने तप्पड़ पहनना, मतलब संसार का सब कुछ उतार देना। तप्पड़ पहनने के वेले इंसान ने जो कुछ पहला पहनिया सीगा, कपड़े पहने सीगे, उसनूं उतार दिता गा। फिर आ गया सीगा गद्दी नूं छड्ड देना। जो राजा एक गद्दी छड्ड सकदा गा, मतलब अपना मान सन्मान छड्ड देना। तुसीं प्रार्थना करने लई जा रहे हो तां गोडे टेकदे होए शर्म नहीं आनी चाहिए। प्रभु भोज लै रहे हो तां उत्थे शर्म नहीं आनी चाहिए कि मैं किसी दा जूठा खावांगा, मैं किसी दा जूठा पीवांगा। मतलब अपना हक छड्ड देना, मतलब कि अपना मान सन्मान, तुहाडी रुतबा, तुहाडा जो भी है लोकां विच ठाठ बाठ, उसनूं छड्ड देने। ये की है, ये राजगद्दी नूं छड्ड देना। पंजवां पॉइंट हैगा राख विच बैठ जाना, मतलब नम्रता आ जानी, अधीनता आ जानी, हलीमी आ जानी। ये की है, ये राख विच बैठ जाना, मतलब अपने आप को परमेश्वर के अधीन कर देना, अपने आप को परमेश्वर के हवाले कर देना। पॉइंट नंबर 5 है राख विच बैठ जाना। तो पॉइंट नंबर 6 है साही जुबा, मतलब अपना हक छड्ड देना। तुहाडे नाल किसी ने कुछ भी कीता गा, तुहाडा माड़ा कीता गा, तुसीं सही हो, तुसीं गलत नहीं हो, तुहाडा किसी ने हक रख लिया, तुहाडा किसी ने कुछ भी करता, लेकिन अपना हक लैण दे लई कोई कोर्ट कचहरी ना करो, कोई थाने ना जाओ, कोई कुछ ना करो। यूसुफ देखो, यूसुफ के उपर इल्जाम लग गया, लेकिन यूसुफ का हक सीगा कि वह जेल में ना जाए, लेकिन उसने उसनूं छड्ड दिता, वो जेल में चला गया। प्रभु यीशु मसीह का हक सीगा कि प्रभु यीशु मसीह जिउंदे रहन, लेकिन प्रभु यीशु मसीह भी देखो, वो भी अपने जीवन का हक छड्ड दिता, प्रभु यीशु मसीह मारे गए। एक ही है शाही जुब्बा। शाही जुब्बा मतलब पॉइंट नंबर 6। हुण हैगा पॉइंट नंबर 7, ना खाना ते ना पीना। जो इंसान ने व्रत कराया होयागा, फिर खाण पीण की गल नहीं आती। इत्थे इहदा मतलब यही है कि अपने पिता परमेश्वर की की करनी है, मर्जी नूं पूरा करना गा। इस संसार दे विच कोई रिश्तेदार नहीं, कोई भैन भाई नहीं, कोई पति नहीं, कोई पत्नी नहीं, कोई बच्चे नहीं, कोई माँ बाप नहीं, संसार की कोई भी ऐसी गल नहीं, कोई ब्याह शादी नहीं, कोई बर्थडे पार्टी नहीं, कोई होर फैशन नहीं, कोई होर भी दिन त्यौहार नहीं। लेकिन की है, सिर्फ और सिर्फ पिता की मर्जी। पिता की मर्जी किवें, प्रभु यीशु मसीह की मर्जी पूरी किवें करनी है। जो एक पासे संगति है, एक पासे ब्याह शादी है, तो फिर इंसान ने की चुनना गा? ब्याह शादी पार्टी नहीं, उत्थे इंसान का फर्ज है कि वह बंदगी विच जाए, बंदगी ना छड्डे। परमेश्वर की मर्जी नूं जानो कि परमेश्वर की मर्जी की है, परमेश्वर के पिछे चलना गा। और परमेश्वर सानू कदे भी नहीं कहते कि तुसीं मेरी बंदगी छड्ड के किसी भोग विच जाओ, मेरी बंदगी छड्ड के किसी विआह विच जाओ, मेरी बंदगी छड्ड के किसी पार्टी विच जाओ, या प्रभु भोग छड्ड के तुसीं किते भी जाओ। परमेश्वर ये नहीं कहते, ये परमेश्वर की मर्जी नहीं है। असी परमेश्वर की मर्जी नूं पूरा करना गा। सानू विआह छड्डना पैंदा गा, सानू पार्टी छड्डनी पैंदी है,
ਸਾਨੂੰ ਰਿਸ਼ਤੇਦਾਰ ਛੱਡਣੇ ਪੈਂਦੇ ਨੇ ਤਾਂ ਛੱਡੋ। ਇਹ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਹੈ ਔਰ ਇਹ ਮਰਜ਼ੀ ਨੂੰ ਪੂਰਾ ਕਰਨਾ ਗਾ। ਇਹ ਇਨਸਾਨ ਦਾ ਫਰਜ਼ ਹੈ, ਇਹ ਇਨਸਾਨ ਦਾ ਫਰਜ਼ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਮਰਜ਼ੀ ਨੂੰ ਪੂਰੀ ਕਰੀਏ। ਆ ਕੀ ਲਿਖਿਆ ਗਾ? ਨਾ ਖਾਣਾ ਤੇ ਨਾ ਪੀਣਾ, मतलब सिर्फ और सिर्फ परमेश्वर की मर्जी को पूरा करना। पॉइंट नंबर 7, ना खाना तो ना पीना। तो पॉइंट नंबर 8 आउंदा गा, जोर नाल पुकारना। जोर नाल पुकारना मतलब कि साडी प्रार्थना सुनी जाए। साडी प्रार्थना मतलब धूप के समान होनी चाहिए है कि जो ऊपर तक चली जाए, परमेश्वर तक पहुँच जाए। और परमेश्वर के खिलाफ जो पाप किए, परमेश्वर पापां नूं सानूं क्षमा करे, साडी प्रार्थना परमेश्वर तक पहुँच जाए। तो पॉइंट नंबर 9 है, जुल्म नूं बंद कर देना। मतलब हुण तक जो भी संसार में जीवन जिया, जो भी संसार में रह के पाप किए, जो भी संसार में रह के गलतियां कीतियां, अज तो बाद वो सारे बुरे काम, सारे भैड़े काम, सारियां बुरियां गल्लां नूं बंद कर देना, उन्हां नूं छड्ड देना। इहनूं प्रभु यीशु मसीह कहंदे ने तौबा। इहनूं कहंदे ने प्रभु यीशु मसीह तौबा। जो नीनवा के लोगों ने की 9 गल्लां पूरियां, की तुसी ये 9 गल्लां पूरियां कर चुके हैं? की तुहाडे जीवन दी 9 गल्लां पूरियां ने? और प्रभु यीशु मसीह ने की कहा सीगा कि लोगों ने, नीनवा के लोगों ने जुना नबी का प्रचार सुन के तौबा की थी। ये 9 गल्लां ने तौबा दियां कि जब तुसी बपतिस्मा लिया तुहानूं ये 9 गल्लां सिखाईयां गईयां, कि जब तुसी बपतिस्मा लिया तुसी ये 9 गल्लां नूं जानिया कि 9 गल्लां की ने। पतरस ने तो कहता उन्हां लोकां नूं कि तौबा करो, आपो अपने पापां की माफ़ी दे लई बपतिस्मा लो, तां तुहाडे पापां की माफ़ी हो जाएगी, तुहानूं पवित्र आत्मा मिल जाएगा। पतरस ने तो कहता भी तौबा करो। तो प्रभु यीशु मसीह ने भी कहता कि तौबा जिहड़ी नीनवा के लोगों ने करी है। और नीनवा के लोगों ने की कीता सीगा? नीनवा के लोगों ने तो यही किया कि उन्होंने 9 गल्लां नूं पूरा किया। कि तुसीं 9 गल्लां पूरियां कर चुके हो? अगर तुहाडे जीवन दे विच 9 गल्लां पूरियां नहीं होईयां तां फिर की तुसीं तौबा कहने हो? तौबा नहीं हो। तो जो इंसान तौबा करता ही नहीं है, जो इंसान तौबा जानता ही नहीं है, जिस इंसान ने तौबा की नहीं है, तो बपतिस्मा किवें लै सकदा है? वो बपतिस्मा ले ही नहीं सकता। सब तो पहला गल है विश्वास, सच्चा विश्वास, परमेश्वर के वचन के उपर विश्वास। फिर आउंदी है तौबा, पश्चाताप, पश्चाताप, तौबा। फिर आउंदा तौबा। तौबा दे विच 9 गल्लां ने जो नीनवा के लोगों ने करके दिखाइयां। मत्ती 12:41 दे विच लिखिया हैगा। जदों ये 9 गल्लां पूरियां नहीं होईयां तो फिर तौबा ही नहीं। जदों तौबा ही नहीं फिर बपतिस्मा भी नहीं। जदों बपतिस्मा है ही नहीं फिर पापां दी माफ़ी भी नहीं। जे पापां दी माफ़ी नहीं है तो फिर पवित्र आत्मा भी नहीं है। जदों पवित्र आत्मा ही नहीं है फिर बयाना भी नहीं है स्वर्ग विच जाण दा। जदों बयाना ही नहीं है स्वर्ग विच जाण दा तो फिर स्वर्ग भी नहीं है। इसलिए अगर स्वर्ग जाना चाहुंदे हो तो की करना पएगा? सच्चा विश्वास, सच्ची तौबा, सच्चा बपतिस्मा, फिर पवित्र आत्मा। और बपतिस्मे के बारे में होर देखते हैं आप कि बपतिस्मा कौन ले सकता है। अज देखो इस संसार में बहुत सारिया कलीसियावां ने और बहुत सारिया कलीसियावां इस तरह भी होंदा गा कि छोटे छोटे बच्चों को बपतिस्मा दिता जाता गा। किसी के उपर छिट्टा मार के, किसी को झंडे थल्लों कढ़ के, तो किसी को अपनी कलीसिया का मैंबर बनाने के लिए बपतिस्मा दिता जाता गा। लेकिन कि बपतिस्मा लैन के लिए इंसान की उम्र का होना भी जरूरी है कि कितनी उम्र तक इंसान बपतिस्मा ले सकता है? हाँ, बाइबल में लिखा है। आप बाइबल में लिखांगे कि जो बपतिस्मा गा वो कौन ले सकता है। हुण साडी जो भारत सरकार है, आप भारत देश में रहने, इत्थे तक कानून है जो सरकार ने बनाया गा कि जो इंसान है वो 18 साल की उम्र के आके उसनूं वोट का अधिकार मिलता है, वोट पाउण का अधिकार।
18 ਸਾਲ ਦੀ ਉਮਰ ਦੇ ਵਿੱਚ ਹੀ ਕਿਸੇ ਨੂੰ ਡਰਾਈਵਿੰਗ ਲਾਇਸੈਂਸ ਮਿਲਦਾ ਗਾ, ਗੱਡੀ ਚਲਾਉਣ ਦਾ, ਮੋਟਰਸਾਈਕਲ ਚਲਾਉਣ ਦਾ ਲਾਇਸੈਂਸ ਮਿਲਦਾ ਗਾ, ਗੱਡੀ ਚਲਾਉਣ ਦਾ ਲਾਇਸੈਂਸ 18 ਸਾਲ ਦੀ ਉਮਰ ਦੇ ਵਿੱਚ। ਇਹ ਤਾਂ ਸਰਕਾਰ ਹੈ, ਇਹ ਸਰਕਾਰ ਦਾ ਕਾਨੂੰਨ ਹੈ। ਔਰ ਜੋ ਸਾਡੇ ਪਰਮੇਸ਼ਵਰ, ਬਾਈਬਲ ਦੇ ਪਰਮੇਸ਼ਵਰ ਨੇ, ਕੀ ਉਹਨਾਂ ਦਾ ਕਾਨੂੰਨ ਨਹੀਂ ਹੈ ਕੋਈ? ਬਾਈਬਲ ਵਿੱਚ ਲਿਖਿਆ ਗਾ, ਮੈਂ ਤੁਹਾਡੇ ਲਈ ਵਚਨ ਪੜ੍ਹ ਦਾਂਗਾ, ਭਵਿਸ਼ਤਾ ਸਾਰ ਉਹਦਾ 1 ਅਧਿਆਇ ਉਹਦਾ 39 ਵਚਨ। ਧਿਆਨ ਨਾਲ ਸੁਣਿਓ ਵਚਨ ਨੂੰ। ਭਵਿਸ਼ਤਾ ਸਾਰ 1 ਅਧਿਆਇ ਉਹਦਾ 39 ਵਚਨ। ਤੁਹਾਡੇ ਨਿਆਣੇ ਜਿਨ੍ਹਾਂ ਨੂੰ ਤੁਸੀਂ ਆਖਿਆ ਸੀ ਕਿ ਉਹ ਲੁੱਟ ਲਈ ਹੋਣਗੇ, ਅਤੇ ਤੁਹਾਡੇ ਪੁੱਤਰ ਜਿਨ੍ਹਾਂ ਨੂੰ ਅਜੇ ਭਲੇ ਬੁਰੇ ਦੀ ਸਿਆਣ ਨਹੀਂ, ਉਹ ਉਸ ਵਿੱਚ ਵੜਨਗੇ, ਅਤੇ ਮੈਂ ਉਹ ਉਹਨਾਂ ਨੂੰ ਦਿਆਂਗਾ ਅਤੇ ਉਹ ਉਸ ਉੱਤੇ ਕਬਜ਼ਾ ਕਰਨਗੇ। ਦੇਖੋ ਪਰਮੇਸ਼ਵਰ ਨੇ ਕਿਹਾ ਗਾ ਕਿ ਤੁਹਾਡੇ ਨਿਆਣੇ ਜਿਨ੍ਹਾਂ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਹੈ, ਜਿਨ੍ਹਾਂ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਹੈ। ਇਹਦਾ ਮਤਲਬ ਕਿ ਪਰਮੇਸ਼ਵਰ ਦੀਆਂ ਨਜ਼ਰਾਂ ਦੇ ਵਿੱਚ ਨਿਆਣੇ ਕੌਣ ਨੇ? ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਬੱਚਾ ਕੌਣ ਹੈ? ਔਰ ਪਰਮੇਸ਼ਵਰ ਕਿਹਨੂੰ ਕਹਿੰਦੇ ਨੇ ਕਿ ਉਹ ਬੱਚਾ ਗਾ, ਉਹ ਨਿਆਣਾ ਗਾ, ਉਸ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਹੈ। ਮੈਂ ਅੱਜ ਗੱਲ ਕਰਾਂ, ਅੱਜ ਦੇਖੋ ਜੋ ਸਮਾਂ ਚੱਲ ਰਿਹਾ ਗਾ, ਅੱਜ ਕੀ ਛੋਟੇ ਛੋਟੇ ਬੱਚਿਆਂ ਨੂੰ ਬੁਰਾਈ ਕੀ ਹੈ ਉਹ ਨਹੀਂ ਪਤਾ। ਅੱਜ ਲੋਕ ਮੋਬਾਈਲ ਦਾ ਇਸਤੇਮਾਲ ਕਰਦੇ ਨੇ, ਛੋਟੇ ਛੋਟੇ ਬੱਚੇ ਮੋਬਾਈਲ ਦਾ ਇਸਤੇਮਾਲ ਕਰਦੇ ਨੇ। ਮੋਬਾਈਲ ਦੇ ਉੱਪਰ ਕਿੰਨਾ ਕੁਝ ਆਉਂਦਾ ਗਾ ਕਿ ਬੱਚਿਆਂ ਨੂੰ ਨਹੀਂ ਪਤਾ। 8-10 ਸਾਲ ਦਾ ਬੱਚਾ ਦੇਖੋ, ਉਹ ਕਿਹੋ ਜਿਹੇ ਸ਼ਬਦ ਬੋਲਦਾ ਗਾ ਕਿ ਉਸ ਨੂੰ ਆਪਾਂ ਕਹਿ ਸਕਦੇ ਹਾਂ ਉਸ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਹੈ। ਸਹੀ ਦੇ ਵਿੱਚ ਉਹਨਾਂ ਨੂੰ ਹੈ। ਅਗਰ ਆਪਾਂ ਸੰਸਾਰ ਦੇ ਮੁਤਾਬਕ ਗੱਲ ਕਰੀਏ ਤਾਂ ਉਹਨਾਂ ਨੂੰ ਭਲੇ ਬੁਰੇ ਦਾ ਗਿਆਨ ਹੈ, ਲੇਕਿਨ ਪਰਮੇਸ਼ਵਰ ਕਹਿੰਦੇ ਨੇ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਹੈ, ਉਹ ਲੋਕ ਕਨਾਨ ਦੇਸ਼ ਦੀ ਧਰਤੀ ਉੱਪਰ ਜਾਣਗੇ। ਭਲੇ ਬੁਰੇ ਮਤਲਬ ਕਿ ਜੋ ਪਰਮੇਸ਼ਵਰ ਦੀਆਂ ਨਜ਼ਰਾਂ ਦੇ ਵਿੱਚ ਭਲਾ ਕੀ ਹੈ, ਬੁਰਾ ਕੀ ਹੈ, ਜੋ ਪਰਮੇਸ਼ਵਰ ਦੀ ਨਜ਼ਰਾਂ ਵਿੱਚ ਹੈ, ਉਹਦਾ ਗਿਆਨ ਨਹੀਂ ਹੈ। ਉਹ ਕਿਹਦੀ ਗੱਲ ਕਰਦੇ ਨੇ? ਉਹ ਅਜਿਹੇ ਬੱਚਿਆਂ ਦੀ ਗੱਲ ਕਰਦੇ ਨੇ। ਔਰ ਮੈਂ ਤੁਹਾਡੇ ਲਈ ਵਚਨ ਵਿੱਚੋਂ ਪੜਾਂਗਾ ਕਿ ਕੂਚ ਉਹਦਾ 12 ਅਧਿਆਇ ਉਹਦਾ 37 ਵਚਨ। ਕੂਚ ਉਹਦਾ 12 ਅਧਿਆਇ ਉਹਦਾ 37 ਵਚਨ। ਇਸਰਾਏਲੀਆਂ ਨੇ ਰਮਸੇਸ ਤੋਂ ਸਕੋਥ ਵੱਲ ਕੂਚ ਕੀਤਾ ਅਤੇ ਨਿਆਣਿਆਂ ਤੋਂ ਬਿਨਾਂ 6 ਲੱਖ ਮਨੁੱਖ ਪਾ ਪਿਆਦੇ ਸਨ। ਇੱਥੇ ਦੇਖੋ ਲਿਖਿਆ ਨਿਆਣਿਆਂ ਤੋਂ ਬਿਨਾਂ, ਮਤਲਬ ਬੱਚਿਆਂ ਤੋਂ ਬਿਨਾਂ 6 ਲੱਖ ਲੋਕਾਂ ਦੀ ਗਿਣਤੀ ਕੀਤੀ। ਪਰਮੇਸ਼ਵਰ ਨੇ ਇੱਥੇ ਬੱਚਿਆਂ ਦੀ ਗਿਣਤੀ ਕੀਤੀ ਜਿਹੜੀ 6 ਲੱਖ ਸੀਗੀ, ਨਿਆਣਿਆਂ ਤੋਂ ਬਿਨਾਂ ਪਰਮੇਸ਼ਵਰ ਗੱਲ ਕਰਦੇ ਨੇ ਹਾਂ ਕਿ 6 ਲੱਖ ਲੋਕ ਸੀਗੇ। ਔਰ ਉਹਦੇ ਵਿੱਚ ਪੜਾਂਗੇ ਆਪਾਂ ਕੂਚ 38 ਅਧਿਆਇ ਉਹਦਾ 36 ਵਚਨ। ਕੂਚ 38 ਅਧਿਆਇ ਉਹਦਾ 26 ਵਚਨ। ਅਰਥਾਤ ਹਾਂ ਕੂਚ 38 ਦੀ 26। ਕੂਚ 38 ਉਹਦਾ 26 ਵਚਨ। ਅਰਥਾਤ ਜੀਆਂ ਪ੍ਰਤੀ ਅੱਧਾ ਸਕਲ ਪਵਿੱਤਰ ਸਥਾਨ ਦੇ ਸਕਲ ਅਨੁਸਾਰ ਉਹਨਾਂ ਸਾਰਿਆਂ ਤੋਂ ਜਿਹੜੇ ਗਿਣਿਆ ਹੋਇਆਂ ਵਿੱਚ ਰਲਦੇ ਸਨ ਲਿਆ, ਜਿਹੜੇ 20 ਵਰਿਆਂ ਦੇ ਅਤੇ ਉਸ ਦੇ ਸਨ, ਉਹ ਤੇ ਉੱਤੇ ਦੇ ਸਨ, ਉਹ 6,03,550 ਲੋਕ। ਦੇਖੋ ਬਾਈਬਲ ਦੇ ਵਿੱਚ ਲਿਖਿਆ ਜਿਹੜੇ 20 ਸਾਲ ਦੇ ਸੀਗੇ ਔਰ 20 ਸਾਲ ਤੋਂ ਉੱਪਰ ਸੀਗੇ, ਉਹਨਾਂ ਦੀ ਗਿਣਤੀ ਪਰਮੇਸ਼ਰ ਨੇ ਕੀਤੀ 6,03,550 ਲੋਕ। ਮਤਲਬ ਕਿ ਪਰਮੇਸ਼ਵਰ ਸਾਨੂੰ ਇਹੀ ਕਹਿੰਦੇ ਨੇ ਕਿ ਜਿਨ੍ਹਾਂ ਦੀ ਗਿਣਤੀ ਕੀਤੀ ਗਈ, ਜਿਹੜੇ 20 ਸਾਲ ਤੋਂ ਛੋਟੇ ਸੀਗੇ, ਉਹਨਾਂ ਦੀ ਗਿਣਤੀ ਪਰਮੇਸ਼ਵਰ ਨੇ ਨਹੀਂ ਕੀਤੀ। ਉਹ ਲੋਕ ਸੀਗੇ 6 ਲੱਖ ਲੋਕ। ਤੇ ਜਦੋਂ ਗਿਣਤੀ ਕੀਤੀ ਉਹਦੇ ਵਿੱਚ ਔਰਤਾਂ ਦੀ ਗਿਣਤੀ ਨਹੀਂ ਕੀਤੀ, ਬੱਚਿਆਂ ਦੀ ਗਿਣਤੀ ਨਹੀਂ ਕੀਤੀ। ਔਰਤਾਂ ਦੀ ਗਿਣਤੀ ਇਸ ਲਈ ਨਹੀਂ ਕੀਤੀ ਗਈ ਤਾਂ ਕਿ ਜੋ ਔਰਤ ਹੈ ਉਹ ਇਨਸਾਨ ਦੀ ਪਸਲੀ ਵਿੱਚੋਂ ਨਿਕਲੀ ਗਈ ਹੈ, ਮਰਦ ਦੀ ਪਸਲੀ ਵਿੱਚੋਂ। ਔਰ ਪਰਮੇਸ਼ਵਰ ਪਤੀ ਔਰ ਪਤਨੀ ਦੋਹਾਂ ਨੂੰ ਇੱਕੋ ਸਰੀਰ ਕਹਿੰਦੇ ਨੇ, ਇਸ ਲਈ ਪਰਮੇਸ਼ਵਰ ਨੇ ਮਰਦ ਦੀ ਗਿਣਤੀ ਨਹੀਂ ਕੀਤੀ। ਇਸ ਲਈ ਪਰਮੇਸ਼ਵਰ ਨੇ ਔਰਤ ਦੀ ਗਿਣਤੀ ਨਹੀਂ ਕੀਤੀ। ਔਰ ਬੱਚਿਆਂ ਦੀ ਗਿਣਤੀ
ਜਿਹੜੇ 20 ਸਾਲ ਦੇ ਜਾਂ 20 ਸਾਲ ਤੋਂ ਉੱਪਰ ਦੇ ਸਨ, ਉਹਨਾਂ ਦੀ ਗਿਣਤੀ ਹੋਈ 6,03,550 ਲੋਕ। ਇਹਦਾ ਮਤਲਬ ਕਿ ਜਿੰਨੇ 20 ਸਾਲ ਤੋਂ ਥੱਲੇ ਲੋਕ ਨੇ, ਜਿੰਨੇ ਲੋਕ 20 ਸਾਲ ਤੋਂ ਥੱਲੇ ਨੇ, ਉਹ ਲੋਕ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਨਿਆਣੇ ਨੇ, ਉਹ ਲੋਕ ਪਰਮੇਸ਼ਵਰ ਦੀ ਨਜ਼ਰਾਂ ਵਿੱਚ ਬੱਚੇ ਨੇ। ਅਗਰ ਕੋਈ ਇਨਸਾਨ 19 ਸਾਲ 11 ਮਹੀਨੇ 29 ਦਿਨ ਦਾ ਹੈ, ਉਹ ਕੀ ਹੈ? ਉਹ ਪਰਮੇਸ਼ਵਰ ਦੇ ਨਜ਼ਰਾਂ ਵਿੱਚ ਬੱਚਾ ਗਾ। ਔਰ ਪਰਮੇਸ਼ਵਰ ਉਸ ਨੂੰ ਕਹਿੰਦੇ ਨੇ, ਇਸ ਨੂੰ ਭਲੇ ਬੁਰੇ ਦਾ ਗਿਆਨ ਨਹੀਂ ਹੈ। ਅਗਰ ਕੋਈ ਇਨਸਾਨ 20 ਸਾਲ ਦਾ ਹੋ ਚੁੱਕਿਆ ਗਾ, 20 ਸਾਲ ਦਾ ਹੈ ਔਰ 20 ਸਾਲ ਤੋਂ ਉੱਪਰ ਹੈ, ਪਰਮੇਸ਼ਵਰ ਕਹਿੰਦੇ ਨੇ ਇਹ ਨਿਆਣਾ ਨਹੀਂ ਹੈ। ਹੁਣ ਦੇਖੋ ਕਿ ਜੋ ਬਪਤਿਸਮਾ ਗਾ ਉਹ ਕੌਣ ਲੈ ਸਕਦਾ ਗਾ? ਕੀ ਬੱਚੇ ਲੈ ਸਕਦੇ ਨੇ? ਨਹੀਂ ਲੈ ਸਕਦੇ। 5 ਸਾਲ ਦਾ ਬੱਚਾ, 2 ਸਾਲ ਦਾ ਬੱਚਾ, 8 ਸਾਲ ਦਾ ਬੱਚਾ, 10 ਸਾਲ ਦਾ, 15 ਸਾਲ ਦਾ, 16 ਸਾਲ ਦਾ, 18 ਸਾਲ ਦਾ, 19 ਸਾਲ ਦਾ ਇਨਸਾਨ ਵੀ ਬਪਤਿਸਮਾ ਨਹੀਂ ਲੈ ਸਕਦਾ। ਲੈ ਕੌਣ ਸਕਦਾ? ਜੋ 20 ਸਾਲ ਦਾ ਗਾ। ਔਰ ਜੋ 20 ਸਾਲ ਤੋਂ ਚਾਹੇ ਇੱਕ ਦਿਨ ਉੱਪਰ ਹੈ, ਚਾਹੇ ਕੋਈ ਅੱਜ 20 ਸਾਲ ਦਾ ਹੋ ਚੁੱਕਿਆ ਗਾ, ਅੱਜ ਉਹ ਇਨਸਾਨ 20 ਸਾਲ ਦਾ ਹੀ ਇਨਸਾਨ ਬਪਤਿਸਮਾ ਲੈ ਸਕਦਾ ਗਾ। ਕਿਉਂਕਿ 20 ਸਾਲ ਦੀ ਘੱਟ ਗਿਣਤੀ ਵਾਲੇ ਦੀ ਜਿਹਦੀ ਗਿਣਤੀ ਪਰਮੇਸ਼ਵਰ ਨੇ ਕੀਤੀ, ਜੋ 20 ਸਾਲ ਤੋਂ ਥੱਲੇ ਸੀਗੇ, ਉਹਨਾਂ ਨੂੰ ਪਰਮੇਸ਼ਵਰ ਬੱਚੇ ਕਹਿੰਦੇ ਨੇ। ਔਰ ਜੋ 20 ਸਾਲ ਦਾ ਗਾ ਔਰ ਉਹਦੇ ਉੱਪਰ ਦਾ ਗਾ, ਉਸ ਨੂੰ ਪਰਮੇਸ਼ਵਰ ਬੱਚਾ ਨਹੀਂ ਕਹਿੰਦੇ। ਇਸ ਲਈ ਬਪਤਿਸਮਾ ਲੈਣ ਦੇ ਲਈ ਕੀ ਹੋਣਾ ਚਾਹੀਦਾ ਗਾ? 20 ਸਾਲ ਦੀ ਉਮਰ, ਘੱਟ ਤੋਂ ਘੱਟ 20 ਸਾਲ ਦੀ ਉਮਰ। ਇਹ ਪਰਮੇਸ਼ਵਰ ਦਾ ਕਾਨੂੰਨ ਹੈ। ਅਗਰ ਸਰਕਾਰ ਤੁਹਾਨੂੰ ਲਾਇਸੈਂਸ ਦਿੰਦੀ ਹੈ, ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਦਿੰਦੀ ਹੈ, ਤਾਂ ਉਹਦੇ ਲਈ ਉਸਨੇ ਜੋ ਉਮਰ ਤੈਅ ਕੀਤੀ ਹੈ ਉਹ 18 ਸਾਲ ਦੀ ਹੈ। ਸਾਡੇ ਪੰਜਾਬ ਸਰਕਾਰ ਦੀ ਗੱਲ ਕਰੀਏ, ਅਗਰ ਤੁਸੀਂ ਗੱਡੀ ਚਲਾਉਣਾ ਚਾਹੁੰਦੇ ਹੋ, ਗੱਡੀ ਦੇ ਲਈ ਤੁਹਾਨੂੰ ਲਾਇਸੈਂਸ ਚਾਹੀਦਾ ਗਾ, ਤਾਂ ਤੁਹਾਨੂੰ 18 ਸਾਲ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਅਗਰ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ 20 ਸਾਲ ਦੀ ਉਮਰ ਹੋਣੀ ਬਹੁਤ ਜ਼ਰੂਰੀ ਹੈ। 20 ਸਾਲ ਤੋਂ ਉਮਰ ਘੱਟ ਹੈ ਤਾਂ ਤੁਸੀਂ ਬਪਤਿਸਮਾ ਨਹੀਂ ਲੈ ਸਕਦੇ। ਅਗਰ ਤੁਸੀਂ ਬਪਤਿਸਮਾ ਲੈ ਚੁੱਕੇ ਹੋ, ਤਾਂ ਪਰਮੇਸ਼ਵਰ ਉਸ ਨੂੰ ਬਪਤਿਸਮਾ ਨਹੀਂ ਕਹਿੰਦੇ। ਕਿਉਂਕਿ ਬਪਤਿਸਮਾ ਕਦੋਂ ਲਿਆ ਜਾਂਦਾ ਗਾ? ਕਿ ਜਦ ਵਿਸ਼ਵਾਸ ਕਰੇ, ਵਿਸ਼ਵਾਸ ਕਰੇ, ਉਸ ਤੋਂ ਬਾਅਦ ਤੋਬਾ ਕਰੇ। ਹੁਣ ਜਿਹੜਾ ਹੈ ਹੀ ਬੱਚਾ, ਜਿਸ ਨੂੰ ਭਲੇ ਬੁਰੇ ਦਾ ਗਿਆਨ ਹੀ ਨਹੀਂ, ਉਹ ਇਨਸਾਨ ਵਿਸ਼ਵਾਸ ਕਿਵੇਂ ਕਰੇ? ਉਹ ਬੱਚਾ ਤੋਬਾ ਕਿਵੇਂ ਕਰੇ? ਜਦੋਂ ਵਿਸ਼ਵਾਸ ਨਹੀਂ, ਜਦੋਂ ਤੋਬਾ ਹੀ ਨਹੀਂ, ਫਿਰ ਬਪਤਿਸਮਾ ਵੀ ਕਾਹਦਾ? ਇਹਦਾ ਮਤਲਬ ਜਿੰਨੇ ਲੋਕ 20 ਸਾਲ ਤੋਂ ਥੱਲੇ ਬਪਤਿਸਮਾ ਲੈ ਕੇ ਬੈਠੇ ਹੋਏ ਨੇ, ਉਹਨਾਂ ਦਾ ਬਪਤਿਸਮਾ ਪ੍ਰੋਪਰ ਨਹੀਂ ਹੈ। ਉਹ ਲੋਕ ਬਪਤਿਸਮਾ ਨਹੀਂ ਲੈ ਚੁੱਕੇ, ਉਹਨਾਂ ਦਾ ਬਪਤਿਸਮਾ ਹੋਇਆ ਹੀ ਨਹੀਂ ਹੈ। ਇਹ ਪਰਮੇਸ਼ਵਰ ਦਾ ਕਾਨੂੰਨ ਹੈ। ਇਹ ਕੀ ਹੈ? ਇਹ ਪਰਮੇਸ਼ਵਰ ਦਾ ਕਾਨੂੰਨ ਹੈ। ਇਸ ਲਈ ਬਪਤਿਸਮਾ ਲੈਣ ਦੇ ਲਈ ਕੀ ਚਾਹੀਦਾ ਗਾ? ਇਸ ਲਈ ਬਪਤਿਸਮਾ ਲੈਣ ਦੇ ਲਈ ਸਿਰਫ ਔਰ ਸਿਰਫ ਤੁਹਾਡੀ ਜੋ ਉਮਰ ਹੈ, ਉਹ ਵੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ ਕਿ ਤੁਹਾਡੀ ਉਮਰ ਕਿੰਨੀ ਹੈ। ਤੋਬਾ ਦੇ ਵਿੱਚ 9 ਗੱਲਾਂ ਤਾਂ ਹੈ ਹੀ ਹੈ, ਵਿਸ਼ਵਾਸ ਤਾਂ ਹੈ ਹੀ ਹੈ, ਲੇਕਿਨ ਉਮਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਔਰ ਫਿਰ ਜੋ ਬਪਤਿਸਮਾ ਬਪਤਿਸਮਾ ਹੁੰਦਾ ਕਿਵੇਂ ਹੈ? ਅੱਜ ਦੇਖੋ ਜ਼ਿਆਦਾਤਰ ਲੋਕ ਬਪਤਿਸਮਾ ਲੈਂਦੇ ਨੇ, ਕੋਈ ਕਿਵੇਂ ਲੈਂਦਾ, ਕੋਈ ਕਿਵੇਂ ਲੈਂਦਾ, ਕੋਈ ਕਿਵੇਂ ਦਿੰਦਾ ਬਪਤਿਸਮਾ। ਔਰ ਜ਼ਿਆਦਾਤਰ ਵੱਡੀ ਗੱਲ ਕਿ ਜੋ ਲੋਕ ਬਪਤਿਸਮਾ ਲੈਂਦੇ ਨੇ ਨਾ, ਉਹਨਾਂ ਨੂੰ ਕੁਛ ਵੀ ਨਹੀਂ ਪਤਾ ਕਿ ਬਪਤਿਸਮਾ ਚੀਜ਼ ਕੀ ਹੈ। ਉਹਨਾਂ ਨੂੰ ਜਿੱਥੇ ਕਹੋਗੇ, ਜਿਵੇਂ ਕਹੋਗੇ, ਉਹ ਲੋਕ ਬਪਤਿਸਮਾ ਲੈ ਲੈਂਦੇ ਨੇ। ਉਹ ਲੋਕ ਅਣਜਾਣ ਨੇ। ਲੇਕਿਨ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਬਣਦੀ ਹੈ ਜੋ ਬਪਤਿਸਮਾ ਦਿੰਦਾ ਗਾ, ਉਸ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬਪਤਿਸਮਾ ਕਿਵੇਂ ਦੇਣਾ ਚਾਹੀਦਾ ਗਾ, ਬਪਤਿਸਮਾ ਕਿਵੇਂ ਦੇਣਾ ਚਾਹੀਦਾ ਗਾ। ਕਿਉਂਕਿ ਪਤਰਸ ਨੇ ਕੀ ਕਿਹਾ ਸੀਗਾ ਕਿ ਤੋਬਾ ਕਰੋ। ਮੈਂ ਇੱਕ ਵਾਰ ਫਿਰ ਤੁਹਾਡੇ ਲਈ ਵਚਨ ਪੜ੍ਹ ਦਾਂਗਾ, ਰਸੂਲਾਂ ਉਹਦਾ 2 ਅਧਿਆਏ ਉਹਦਾ 38 ਵਚਨ। ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਤੋਬਾ ਕਰੋ। ਹੁਣ ਦੇਖੋ, ਤੋਬਾ ਤਾਂ ਕਰ ਲਈ ਇਨਸਾਨ ਨੇ, ਫਿਰ ਕੀ ਕਰਨਾ ਗਾ? ਬਪਤਿਸਮਾ ਲੈਣਾ ਗਾ। ਔਰ ਬਪਤਿਸਮਾ ਕੀ ਹੈ? ਬਪਤਿਸਮਾ ਮਤਲਬ ਪ੍ਰਭੂ ਯਿਸੂ ਮਸੀਹ ਦਾ ਲਹੂ, ਪ੍ਰਭੂ ਯਿਸੂ ਮਸੀਹ ਦੇ ਲਹੂ ਦੁਆਰਾ ਪਾਪਾਂ ਦੀ ਮਾਫੀ। ਬਪਤਿਸਮਾ ਇਨਸਾਨ ਲੈਂਦਾ ਇਸ ਲਈ ਹੈ ਕਿ ਇਨਸਾਨ ਨੂੰ ਪਾਪਾਂ ਦੀ ਮਾਫੀ ਮਿਲ ਜਾਏ, ਇਨਸਾਨ ਨੂੰ ਪਾਪਾਂ ਦੀ ਮਾਫੀ ਮਿਲ ਜਾਏ, ਇਸ ਲਈ ਇਨਸਾਨ ਬਪਤਿਸਮਾ ਲੈਂਦਾ ਗਾ। ਹੁਣ ਪਾਪਾਂ ਦੀ ਮਾਫੀ ਮਿਲਦੀ ਕਿਵੇਂ ਹੈ? ਔਰ ਬਾਈਬਲ ਦੇ ਵਿੱਚ ਲਿਖਿਆ ਗਾ, ਮੈਂ ਤੁਹਾਡੇ ਲਈ ਪੜ੍ਹ ਦਾਂਗਾ, ਲੇਵੀਆ ਉਹਦਾ 17 ਅਧਿਆਏ ਉਹਦਾ 11 ਵਚਨ। ਕਿਉਂ ਜੋ ਸਰੀਰ ਦੀ ਜਿੰਦ
उसके लहू विच है, ਅਤੇ मैं उसनूं जगवेदी उत्ते तुहाडे प्राणां दे प्रायश्चित करन लई तुहानूं दिता है, क्योंकि जिहड़ा प्रायश्चित करदा है सो जिन्हां दे कारण लहू है। मतलब पापां दी माफ़ी किहदे द्वारा? लहू द्वारा। ਇਹਦਾ मतलब कि यीशु मसीह के लहू द्वारा की है? पापां दी माफ़ी है। यीशु मसीह के लहू द्वारा की है? पापां दी माफ़ी। यीशु मसीह के लहू द्वारा पापां दी माफ़ी है। तो पापां दी माफ़ी इंसान नूं मिलदी किवें है? हुण देखो, जो इंसान सच्चा विश्वास करता गा, सच्ची तोबा करता गा, सच्चा पछतावा, फिर अपनी उम्र जो 20 साल या 20 साल तो उपर है उस दे विच आउंदा गा, तां फिर जो पानी है उहदे विच डुब्बण दे लई जांदा गा, और पानी उस घड़ी इंसान दे लई की बन जांदा गा? उहदा प्रभु यीशु मसीह दा लहू बन जांदा गा। जो प्रभु यीशु मसीह दा लहू बन जांदा गा, और बाइबल दे विच लिखिया गा कि यीशु मसीह दा लहू है कि, और मत्ती उहदा 26 दे 28 वचन दे विच मैं तुहाडे लई पढ़ दांगा। मत्ती उहदा 26 दे उहदा 28 वचन, क्यों जो नेम दा ए मेरा ओ लहू है जिहड़ा बहुतियां दी खातर पापां दी माफ़ी लई बहाया जांदा है। देखो साफ लिखिया गा बाइबल दे विच कि पापां दी माफ़ी दे लई ए बहाया जांदा है। फिर लिखिया गा मरकुस उहदा 14 दे उहदा 24 वचन, ਅਤੇ ਉਹਨੇ ਉਹਨਾਂ ਨੂੰ ਆਖਿਆ ਇਹ ਮੇਰਾ ਲਹੂ ਹੈ, ਅਰਥਾਤ नेम दा लहू जिहड़ा बहुतियां दे लई वहाया जांदा है। देखो इत्थे लिखिया गा वहाया जांदा है, मतलब ओ लहू वहंदा गा, ओ लहू वगदा गा। फिर लिखिया बाइबल दे विच लूका उहदा 22 दे उहदा 20 वचन, लूका 22 दे उहदा 20 वचन, ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ जो तुहाडे लई वहाया जांदा है नवां नेम है। देखो बाइबल दे विच लिखिया गा प्रभु यीशु मसीह कहंदे ने कि मेरा लहू वहाया जांदा है। मरकुस दे विच भी पढ़िया, लूका विच भी पढ़िया, मत्ती विच भी पढ़िया कि यीशु मसीह कहंदे मेरा लहू वहाया जांदा है। जदों इंसान पानी विच जांदा गा, जदों असीं मनदे आ, साडा विश्वास है कि जो पानी है वो प्रभु यीशु मसीह दा लहू बन जांदा गा। जदों इस गल दे उपर असीं विश्वास करदे आ कि जदों इंसान पानी विच डुबदा गा, और वो पानी ਜਦੋਂ इंसान पानी में डुबदा गा, वो पानी उन्ना चिर प्रभु यीशु मसीह दा लहू बन जांदा गा। तां बाइबल दे विच साफ-साफ लिखिया गा कि प्रभु यीशु मसीह दा लहू वहाया जांदा गा। ਇਹਦਾ मतलब कि प्रभु यीशु मसीह दा लहू की है वो वगदा होना चाहिए गा। ਇਹਦਾ मतलब की है कि प्रभु यीशु मसीह दा लहू की है वो तां वहंदा गा। इसे लिए ਜਦੋਂ इंसान पानी में जांदा गा तां इंसान दा फर्ज की है कि वो चलते हुए पानी में जाए। हाँ, विश्वासी लोग नहीं जानते गल नूं, मैं विश्वासियों की गलती नहीं कहता विच, क्योंकि वो अनजान लोग ने। लेकिन जो सिखाउंदा गा, जो सिखाउण वाला गा, जो 10 साल तो 15 साल तो 20 साल तो 25 साल तो 30 साल तो 35 40 साल तो सेवा करदा गा, कि ओहदियां अखां नहीं खुलदियां, उसनूं नहीं पता चलता कि प्रभु यीशु मसीह दा लहू तां वहाया जांदा गा। ਉਹ लोग की करते हैं, एक कुंड बना लेंदे ने चरच विच, एक वड्डी सारी खेल बना लेंदे ने, एक वड्डा सारा टोआ पुट लेंदे ने, ਉਹਦੇ ਵਿੱਚ पानी स्टोर कर लेंदे ने, ਉਹਦੇ ਵਿੱਚ 10 15 20 50 ਲੋਕਾਂ ਨੂੰ ਬਖਸ਼ਵਾ ਦੇ ਦਿੰਦੇ ਨੇ। ਹੁਣ ਤਾਂ ਲੋਕ ਇੰਨੇ ਸਮਝਦਾਰ ਹੋ ਚੁੱਕੇ ਨੇ ਕਿ ਉਧਰ ਸਮਰਸੀਬਲ ਦੀ ਮੋਟਰ ਛੱਡ ਦੇਣਗੇ, ਉਧਰ ਖੇਤ ਵਿੱਚ ਪਾਣੀ ਜਾਂਦਾ ਹੋਊਗਾ, ਉਹ ਚਬੋਚਾ ਜੋ ਪੱਟਿਆਗਾ ਜਾਂ ਜੋ ਉਹਨਾਂ ਨੇ ਕੁੰਡ ਪੁੱਟਿਆ ਹੋਇਆਗਾ ਉਹਦੇ ਵਿੱਚੋਂ ਪਾਣੀ ਨਿਕਲਦਾ ਜਾਂਦਾਗਾ। ਲੋ ਜੀ ਪਾਣੀ ਵਗਦਾਗਾ। ਇਹ ਸਾਰੀ बनावटीਆਂ ਗੱਲਾਂ ਨੇ, ਇਹਨਾਂ ਦਾ ਕੋਈ फायदा नहीं है। हाँ, कोई नहर देखो, कोई समंदर देखो, कोई नदी देखो जिथे पानी वगदा होवे, क्योंकि प्रभु यीशु मसीह दा लहू की है वो वहंदा गा, वहाया जांदा गा। अज भी प्रभु यीशु मसीह दा लहू वहाया जांदा है। उत्थे लिखिया नहीं होया कि यीशु मसीह दा लहू वहाया जांदा सी, जां लिखिया नहीं है कि यीशु मसीह दा लहू वहाया जांदा होवेगा, उत्थे लिखिया वहाया जांदा है। की है वहाया जांदा है? ਇਹਦਾ मतलब कि यीशु मसीह दा लहू वहाया जाता है। तो बपतिस्मा लेना गा तां बहते हुए पानी विच होना बहुत जरूरी है। गल नूं याद रखो, परमेश्वर के वचन के उपर विश्वास, परमेश्वर के वचन के उपर सच्चा विश्वास, सच्ची तोबा। तोबा दे विच 9 गल्लां आईयां। फिर 20 साल की उम्र जां 20 साल तो उपर की उम्र,
फिर चलते हुए पानी विच डुबना, चलते हुए पानी विच डुबना, ये की है? ये बपतिस्मा गा। जो इंसान कहता गा कि यसू मसीह का लहू की बनता गा, वो तो जो पानी है वो तो यसू मसीह का लहू बन जाता गा, तो लहू तो बहता गा और लहू तो ही माफ़ी है। ਇਹਦਾ मतलब कि ਇਹਦਾ मतलब तो यही होया फिर कि जो इंसान है उसनों चलते हुए पानी में डुबना चाहिए गा। लेकिन अज लोग अपना कानून बना के बह गए। चर्च के कोल चर्च में जां किसी के घरे एक बड़ा सारा उन्होंने टोआ पुट्टिया, उहदे पत्थर लगा दिता, उन्होंने चंगा बना दिता, उत्थे बपतिस्मा दे जा रहे हैं। एक तो लोगों का समा बच रहा है, 5-10 किलोमीटर 20 किलोमीटर कौन जाऊगा नहर के उपर, इंसान ने उत्थे नेड़े करता, जबकि ये गलत है। कई लोग बपतिस्मा देंदे ने अपनी रीति अनुसार कि तुसीं मेरी चर्च के मैंबर बनोगे, लेकिन सही दे विच बपतिस्मा इदां नहीं है। बपतिस्मा सिर्फ और सिर्फ बाइबल के अनुसार है, और बाइबल के लिखा भी है कि जो बपतिस्मा गा वो एको ही बपतिस्मा गा। अगर तुसीं बाइबल पढ़ते हो एफसीआं 4 अध्याय ਉਹਦਾ 5 वचन, एक प्रभु एक नेचा एको ही बपतिस्मा। इत्थे बहुत गड़बड़ी हो रही है। हुण देखो बहुते लोगों ने, तुहाडे विचों भी कई लोगों का बपतिस्मा इस तरह नहीं होया होना। जदों तुहाडा बपतिस्मा इस तरह होया ही नहीं है तो की तुसीं कह सकते हो कि ये बपतिस्मा तुहाडा सही है जो तुसीं लैके बैठे हो? नहीं। अगर तुहाडा बपतिस्मा इस वचन के अनुसार नहीं होया तो तुहाडा बपतिस्मा सही नहीं है। अगर तुहाडा बपतिस्मा सही नहीं है, परमेश्वर के वचन के उपर तुसीं विश्वास नहीं किया, तोबा विच 9 गल्लां नहीं आईयां, उम्र का तुहानूं पता नहीं, तुहाडी उम्र थोड़ी हो सकती है, जां तुसीं पूरी उम्र के हो चुके होवो, फिर भी तुसीं इस तरह बपतिस्मा नहीं लिया, जां तुसीं खड़े हुए पानी विच लै लिया, स्टोर किए हुए पानी विच लै लिया, तो यह बपतिस्मा किहड़ा है? यह बपतिस्मा नहीं है। अगर इन्ना सीखण के बाद भी तुसीं कहने हो कोई एको ही बपतिस्मा गा, तो बाइबल के इस तरह लिखा गा, मैं तुहाडे लई वचन पढ़ दांगा, ध्यान नाल सुनियो। एफसीआं एफसीआं 4 अध्याय ਉਹਦਾ 5 वचन, एको प्रभु एको नेचा एको ही बपतिस्मा। ये तो संत पौलुस कहते हैं, और संत पौलुस परमेश्वर का बहुत बड़ा दास है। एको ही बपतिस्मा, जब ये गल संत पौलुस कह रहे हैं अफसियां दी कलीसिया नूं, तां फिर यही संत पौलुस बाइबल दे विच आपां देखदे हां रसूलां दे किताब ਉਹਦਾ 19 अध्याय 1 ਤੋਂ ਲੈ ਕੇ ਉਹਦੇ 7 तक मैं पढ़दा तुहाडे लई। इउं होया कि जब अपोलोस ਵਿੱਚ ਸੀ ਤਾਂ ਪੌਲਸ ਉੱਪਰਲੇ ਇਲਾਕਿਆਂ ਵਿੱਚੋਂ ਦੀ ਲੰਘ ਕੇ ਅਫਸਸ ਨੂੰ ਆਇਆ ਅਤੇ ਕਈ ਚੇਲਿਆਂ ਨੂੰ ਲੱਭ ਕੇ ਉਹਨਾਂ ਨੂੰ ਆਖਿਆ, ਜਾਂ ਤੁਸੀਂ ਨੇਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਉਹਨਾਂ ਉਸ ਨੂੰ ਕਿਹਾ, ਅਸਾਂ ਤਾਂ ਇਹ ਸੁਣਿਆ ਵੀ ਨਹੀਂ ਭਈ ਪਵਿੱਤਰ ਆਤਮਾ ਹੈਗਾ। ਉਹਨਾਂ ਆਖਿਆ, ਫਿਰ ਤੁਸੀਂ ਕਾਹਦਾ ਬਪਤਿਸਮਾ ਲਿਆ? ਉਹ ਬੋਲੇ, यूहन्ना ਦਾ ਬਪਤਿਸਮਾ। ਉਪਰੰਤ ਪੌਲਸ ਨੇ ਕਿਹਾ, यूहन्ना ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਇਹ ਆਖਦਾ ਸੀ ਭਈ ਤੁਸੀਂ ਉਸ ਉੱਤੇ ਜੋ ਮੇਰੇ ਪਿੱਛੇ ਆਉਣ ਵਾਲਾ ਹੈ ਅਰਥਾਤ ਯਿਸੂ ਤੇ ਨੇਚਾ ਕਰੋ। ਇਹ ਸੁਣ ਕੇ ਉਹਨਾਂ ਨੇ प्रभु यीशु के नाम में बपतिस्मा लिया, जहाँ पौलुस ने उन्होंने उत्ते हथ धरे तो पवित्र आत्मा उन्होंने ते उतरिया, वो बोलियां बोलन अगम वाक करन लगे। वो सब 12 क पुरख सन। देखो संत पौलुस ने अफसियां दी कलीसिया नूं लिखिया कि एको ही बपतिस्मा, और वही संत पौलुस अफसियां दी कलीसिया नूं हुई जो 12 लोग सीगे उन्होंने बपतिस्मा दूजी बार दे के आए हुए ने। दूजी बार बपतिस्मा जिवें लोग कहते हैं, लेकिन जब कि संत पौलुस एडा बड़ा दास है, और संत पौलुस जो पवित्र आत्मा नाल भरपूर है, और संत पौलुस जो परमेश्वर का बहुत ही वधिया दास, परमेश्वर की आत्मा द्वारा चलते हुए सच्चाई नाल चलने वाले दास, कि वो ऐसी गलती कर सकते हैं कि किसी को दूसरा बपतिस्मा दे देना? नहीं कर सकते। लेकिन दिता इत्थे बाइबल दे विच देखो लिखिया गा, वो 12 लोग सीगे जिन्हों प्रभु यीशु मसीह ने, प्रभु यीशु मसीह के नाम मतलब पिता पुत्र पवित्र आत्मा के नाम के बपतिस्मा दिता।
ਸੰਤ ਪੌਲਸ ਨੇ 12 ਲੋਕਾਂ ਨੂੰ ਬਪਤਿਸਮਾ ਦਿੱਤਾ। ਕਿ ਸੰਤ ਪੌਲਸ ਨਹੀਂ ਜਾਣਦਾ ਸੀਗਾ ਕਿ ਇਹ ਲੋਕ ਪਹਿਲਾਂ ਬਪਤਿਸਮਾ ਲੈ ਕੇ ਬੈਠੇ ਹੋਏ ਨੇ? ਚਲੋ ਇਸ ਗੱਲ ਨੂੰ ਵੀ ਇੱਕ ਸਾਈਡ ਤੇ ਰੱਖੋ। ਉਸ ਤੋਂ ਬਾਅਦ ਲਿਖਿਆ ਗਾ ਕਿ ਜਦ ਸੰਤ ਪੌਲਸ ਨੇ ਉਹਨਾਂ ਨੂੰ ਬਪਤਿਸਮਾ ਦਿੱਤਾ, ਸੰਤ ਪੌਲਸ ਨੇ ਉਹਨਾਂ ਨੂੰ ਬਪਤਿਸਮਾ ਦਿੱਤਾ 12 ਲੋਕਾਂ ਨੂੰ, ਤਾਂ ਉਹ ਲੋਕ ਪਵਿੱਤਰ ਆਤਮਾ ਨਾਲ ਵੀ ਭਰ ਗਏ। ਇਹਦਾ ਮਤਲਬ ਕਿ ਉਹਨਾਂ ਦਾ ਬਪਤਿਸਮਾ ਸਹੀ ਨਹੀਂ ਹੋਇਆ ਸੀਗਾ। ਇਹਦਾ ਮਤਲਬ ਇਹ ਕਿ ਉਹ ਲੋਕ ਬਪਤਿਸਮਾ ਲੈ ਕੇ ਤਾਂ ਬੈਠੇ ਸੀਗੇ, ਪਰ ਉਹਨਾਂ ਦਾ ਬਪਤਿਸਮਾ ਸਹੀ ਨਹੀਂ ਸੀਗਾ। ਅਗਰ ਸਹੀ ਹੁੰਦਾ ਤਾਂ ਉਹਨਾਂ ਨੂੰ ਪਵਿੱਤਰ ਆਤਮਾ ਮਿਲਦਾ। ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਦਾਂਗਾ ਕਿ ਜਦ ਤੁਸੀਂ ਬਪਤਿਸਮਾ ਲਿਆ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਨਹੀਂ ਮਿਲਿਆ। ਕਿਉਂ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ ਵੀ ਪ੍ਰੇਰਿਤ ਜੋ ਰਸੂਲ ਹੈ ਉਹਦੇ ਹੱਥ ਰੱਖਣ ਦੇ ਨਾਲ ਬਪਤਿਸਮਾ ਮਿਲਦਾ ਗਾ। ਕੀ ਤੁਹਾਡੇ ਉੱਪਰ ਪ੍ਰੇਰਿਤ ਨੇ, ਰਸੂਲ ਨੇ ਹੱਥ ਰੱਖ ਕੇ ਪ੍ਰਾਰਥਨਾ ਕਰੀ ਕਿ ਤੁਹਾਨੂੰ ਪਵਿੱਤਰ ਆਤਮਾ ਮਿਲ ਜਾਏ? ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਮੇਰੇ ਚੈਨਲ ਦੇ ਉੱਪਰ ਵੀਡੀਓ ਰੱਖੀ ਹੋਈ ਹੈ ਪਵਿੱਤਰ ਆਤਮਾ ਔਰ ਪ੍ਰੇਰਿਤ, ਉਸ ਨੂੰ ਦੇਖਿਓ, ਤੁਹਾਨੂੰ ਪਤਾ ਚੱਲੇਗਾ ਕਿ ਉੱਥੇ ਪ੍ਰੇਰਿਤ ਉਹਨਾਂ ਵਿਸ਼ਵਾਸੀਆਂ ਦੇ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕਰ ਰਹੇ ਨੇ ਜਿਨ੍ਹਾਂ ਨੂੰ ਬਪਤਿਸਮਾ ਲਿਆਗਾ, ਔਰ ਪਵਿੱਤਰ ਆਤਮਾ ਉਹਨਾਂ ਨੂੰ ਤੁਰੰਤ ਮਿਲਿਆਗਾ। ਹੁਣ ਦੇਖੋ, ਮੈਂ ਜੋ ਗੱਲ ਕਰ ਰਿਹਾ ਇੱਕ ਬਪਤਿਸਮੇ ਦੀ, ਸੰਤ ਪੌਲਸ ਕਹਿੰਦਾ ਇੱਕੋ ਬਪਤਿਸਮਾ। ਐਫਸੀਆਂ ਦੀ ਕਲੀਸਿਆ ਨੂੰ ਕਹਿ ਰਹੇ ਨੇ, ਔਰ ਐਫਸੀਆਂ ਦੇ ਲੋਕਾਂ ਨੂੰ ਹੀ 12 ਲੋਕਾਂ ਨੂੰ ਬਪਤਿਸਮਾ ਦੇ ਕੇ ਵੀ ਆਏ ਨੇ। ਸੰਤ ਪੌਲਸ ਗਲਤ ਕਰ ਸਕਦੇ ਨੇ? ਕਦੇ ਵੀ ਨਹੀਂ ਕਰ ਸਕਦੇ। ਫਿਰ ਵੀ ਦੇਖੋ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ, ਔਰ ਪਵਿੱਤਰ ਆਤਮਾ ਦੇਣ ਵਾਲੇ ਕੌਣ? ਉਹ ਤਾਂ ਪ੍ਰਭੂ ਯਿਸੂ ਮਸੀਹ ਨੇ। ਕੀ ਗਲਤ ਰੀਤੀ ਨਾਲ ਪ੍ਰਭੂ ਯਿਸੂ ਮਸੀਹ ਕਿਸੇ ਨੂੰ ਪਵਿੱਤਰ ਆਤਮਾ ਦੇ ਸਕਦੇ ਨੇ? ਨਹੀਂ ਦੇ ਸਕਦੇ, ਕਦੇ ਵੀ ਨਹੀਂ ਦੇ ਸਕਦੇ। ਤਾਂ ਫਿਰ ਇਹਦਾ ਮਤਲਬ ਕਿ ਜੋ ਬਪਤਿਸਮਾ ਗਾ ਉਹ ਕਿਵੇਂ? ਉਹ ਬਪਤਿਸਮਾ ਕਿਵੇਂ? ਮਤਲਬ ਜੋ ਬਾਈਬਲ ਦੇ ਵਿੱਚ ਲਿਖਿਆ ਗਾ, ਅਗਰ ਉਸੇ ਦੇ ਅਨੁਸਾਰ ਤੁਹਾਡਾ ਬਪਤਿਸਮਾ ਹੁੰਦਾ ਗਾ ਤਾਂ ਹੀ ਉਹ ਇੱਕੋ ਬਪਤਿਸਮਾ ਗਾ। ਅਗਰ ਇਸ ਤਰ੍ਹਾਂ ਬਪਤਿਸਮਾ ਲੈ ਚੁੱਕੇ ਹੋ, ਉਸ ਤੋਂ ਬਾਅਦ ਕੋਈ ਤੁਹਾਨੂੰ ਕਹੇ ਬਪਤਿਸਮਾ ਲੈ ਲਓ, ਤਾਂ ਤੁਹਾਡਾ ਮਤਲਬ ਉਸ ਤੋਂ ਇਲਾਵਾ ਕੋਈ ਬਪਤਿਸਮਾ ਨਹੀਂ ਹੈ। ਅਗਰ ਤੁਹਾਡਾ ਪਹਿਲਾ ਬਪਤਿਸਮਾ ਸਹੀ ਨਹੀਂ ਹੋਇਆ, ਤੁਹਾਡਾ ਪਹਿਲਾ ਹੀ ਬਪਤਿਸਮਾ ਸਹੀ ਨਹੀਂ ਹੋਇਆ, ਤੁਸੀਂ ਚਾਹੇ 10 ਲੈ ਲਓ, 20 ਲੈ ਲਓ, 50 ਲੈ ਲਓ, 1000 ਲੈ ਲਓ, 5000 ਲੈ ਲਓ, ਉਸ ਨੂੰ ਪਰਮੇਸ਼ਵਰ ਬਪਤਿਸਮਾ ਨਹੀਂ ਕਹਿੰਦੇ। ਅਗਰ ਗਲਤ ਰੀਤੀ ਨਾਲ ਤੁਸੀਂ ਪਾਣੀ ਵਿੱਚ ਡੁੱਬਦੇ ਹੋ, ਤੁਸੀਂ ਨੇ ਵਿਸ਼ਵਾਸ ਨਹੀਂ ਕੀਤਾ, ਤੁਸੀਂ ਨੇ ਤੋਬਾ ਨਹੀਂ ਕੀਤੀ, ਤੁਸੀਂ ਨੇ ਸਹੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੀ ਨਹੀਂ, ਅਗਰ ਸਹੀ ਤਰ੍ਹਾਂ ਤੁਹਾਡਾ ਹੋਇਆ ਹੀ ਨਹੀਂ ਹੈ, ਤਾਂ ਜਿੰਨੇ ਮਰਜ਼ੀ ਲੈ ਕੇ ਬਹਿ ਜਾਓ, ਉਸ ਨੂੰ ਤੁਸੀਂ ਕਹਿ ਸਕਦੇ ਹੋ, ਕੋਈ ਸੇਵਕ ਕਹਿ ਸਕਦਾਗਾ, ਲੇਕਿਨ ਪਰਮੇਸ਼ਵਰ ਉਸ ਨੂੰ ਬਪਤਿਸਮਾ ਨਹੀਂ ਕਹਿੰਦੇ। ਇਸ ਲਈ ਬਪਤਿਸਮਾ ਲੈਣਾਗਾ ਤਾਂ ਕੀ ਕਰਨਾ ਪਏਗਾ? ਪਾਣੀ ਵਿੱਚ, ਚਲਦੇ ਪਾਣੀ ਵਿੱਚ ਡੁੱਬਣਾ ਪਏਗਾ। ਸੱਚਾ ਵਿਸ਼ਵਾਸ, ਸੱਚੀ ਤੋਬਾ, ਤੁਹਾਡੀ ਉਮਰ, ਔਰ ਚਲਦੇ ਹੋਏ ਪਾਣੀ ਵਿੱਚ ਡੁੱਬਣਾ ਪਾਪਾਂ ਦੀ ਮਾਫੀ ਦੇ ਲਈ। ਇਹ ਵਿਸ਼ਵਾਸ ਮਤਲਬ ਇਹ ਬਪਤਿਸਮਾ ਗਾ, ਇਹ ਬਪਤਿਸਮਾ ਗਾ ਜੋ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੈ। ਇੱਕ ਵਾਰ ਫਿਰ ਦੱਸਣਾ ਚਾਹਾਂਗਾ, ਸੱਚਾ ਵਿਸ਼ਵਾਸ, ਸੱਚੀ ਤੋਬਾ, ਸੱਚਾ ਮਤਲਬ हाँ, सच्चा विश्वास, सच्ची तौबा, चलते हुए पानी में डुबना अपनी उम्र को पूरा करके, पापा की माफी, ये बपतिस्मा गा। और बपतिस्मा लै कौन सकता गा? वो अपन देख लिया कि जो 20 साल की उम्र का गा वो लै सकता गा, जो विश्वास करता गा वो लै सकता गा, जो तौबा करना चाहता गा वो लै सकता गा, और दे कौन सकता गा? ਹੁਣ ਇਹ ਚੀਜ਼ ਦੇਖਦੇ ਹਾਂ ਆਪਾਂ ਕਿ ਬਪਤਿਸਮਾ ਕੋਈ ਵੀ ਦੇ ਸਕਦਾ ਗਾ? ਕੀ ਬਪਤਿਸਮਾ ਦੇਣ ਦੇ ਲਈ ਕੋਈ ਵੀ ਇਨਸਾਨ ਦੇ ਸਕਦਾ ਗਾ? ਨਹੀਂ। ਬਾਈਬਲ ਵਿੱਚ ਲਿਖਿਆ, ਪ੍ਰਭੂ ਯਿਸੂ ਮਸੀਹ ਨੇ ਕਿਹਾ ਗਾ ਕਿ ਮੇਰੀ ਕਲੀਸਿਆ ਦੇ ਵਿੱਚ ਮਤਲਬ ਪ੍ਰਭੂ ਯਿਸੂ ਮਸੀਹ ਨੇ 5 ਤਰ੍ਹਾਂ ਦੇ ਲੋਕ ਠਹਿਰਾਏ ਹੋਏ ਨੇ। ਰਸੂਲ, ਪ੍ਰੇਰਿਤ, ਹਾਂ, ਨਬੀ, 2 ਪ੍ਰਚਾਰਕ, ਪਾਸਟਰ, ਉਸਤਾਦ। फिर देखो, प्रेरित मतलब रसूल 1, नबी 2, प्रचारक 3, पास्टर 4, उस्ताद 5। ये 5 तरह के लोग परमेश्वर ने ठहराए ने। और जिन्हों परमेश्वर चाहते हैं, परमेश्वर का अभिषेक करते हैं, परमेश्वर उसनों मसा करते हैं।
ਇਹਦਾ ਮਤਲਬ ਕਿ ਜੋ ਕੋਈ ਤੁਹਾਨੂੰ ਬਪਤਿਸਮਾ ਦੇਵੇ ਉਸ ਦਾ ਅਭਿਸ਼ੇਕ ਕੀਤਾ ਹੋਇਆ ਹੋਣਾ ਬਹੁਤ ਜ਼ਰੂਰੀ ਹੈ। ਉਸ ਦਾ ਅਭਿਸ਼ੇਕ ਕੀਤਾ ਹੋਣਾ ਬਹੁਤ ਹੀ ਜ਼ਰੂਰੀ ਹੈ। ਅਭਿਸ਼ੇਕ ਹੋਣਾ ਉਹ ਬਹੁਤ ਜ਼ਰੂਰੀ ਹੈ। ਅਗਰ ਉਹਦਾ ਅਭਿਸ਼ੇਕ ਨਹੀਂ ਹੋਇਆ ਤਾਂ ਉਹ ਬਪਤਿਸਮਾ ਨਹੀਂ ਦੇ ਸਕਦਾ। ਅੱਜ ਦੇਖੋ ਕਈ ਲੋਕ ਨੇ, ਕਈ ਸੇਵਕ ਨੇ ਆਪਣੀ ਮਰਜ਼ੀ ਨਾਲ ਖੜੇ ਹੋ ਚੁੱਕੇ ਨੇ, ਆਪਣੀ ਮਰਜ਼ੀ ਨਾਲ ਚੱਲ ਰਹੇ ਨੇ, ਨਾ ਜਾਣੇ ਕਿੰਨੇ ਲੋਕਾਂ ਨੂੰ ਬਪਤਿਸਮਾ ਦੇ ਚੁੱਕੇ ਨੇ, ਲੇਕਿਨ ਉਹਨਾਂ ਦਾ ਅਭਿਸ਼ੇਕ ਕਿੱਥੇ ਹੋਇਆ, ਕਿਹਦੇ ਦੁਆਰਾ ਹੋਇਆ, ਕਿਵੇਂ ਹੋਇਆ ਔਰ ਕਿਹੜੇ ਕੰਮ ਦੇ ਲਈ ਹੋਇਆਗਾ, ਉਹ ਇਨਸਾਨ ਨਹੀਂ ਜਾਣਦਾ। ਲੇਕਿਨ ਅਭਿਸ਼ੇਕ ਹੋਣਾ ਇਨਸਾਨ ਦਾ ਬਹੁਤ ਜ਼ਰੂਰੀ ਹੈ। ਬਿਨਾਂ ਅਭਿਸ਼ੇਕ ਦੇ ਮਤਲਬ ਕੋਈ ਵੀ ਇਨਸਾਨ ਕਿਸੇ ਨੂੰ ਬਪਤਿਸਮਾ ਦੇ ਨਹੀਂ ਸਕਦਾ। ਹਾਂ, ਦੇਣ ਵਾਲੇ ਦੇ ਜਾਂਦੇ ਨੇ, ਦੇਣ ਵਾਲੇ ਲੋਕ ਬਪਤਿਸਮਾ ਦੇ ਜਾਂਦੇ ਨੇ, ਲੇਕਿਨ ਜੋ ਪਰਮੇਸ਼ਵਰ ਕਹਿੰਦੇ ਨੇ ਕਿ ਮੇਰਾ ਅਭਿਸ਼ੇਕ ਕੀਤਾ ਹੋਇਆ ਦਾਸ, ਹਾਂ ਮੇਰਾ ਅਭਿਸ਼ੇਕ ਕੀਤਾ ਹੋਇਆ ਦਾਸ, ਉਹ ਕੀ ਹੈ, ਉਹ ਬਪਤਿਸਮਾ ਦੇ ਸਕਦਾ ਗਾ। ਉਹ ਇਨਸਾਨ ਕੀ ਹੈ, ਉਹ ਇਨਸਾਨ ਬਪਤਿਸਮਾ ਦੇ ਸਕਦਾ ਗਾ। ਲੇਕਿਨ ਅੱਜ ਇਨਸਾਨ ਇਹ ਚੀਜ਼ ਨੂੰ ਜਾਣਦਾ ਨਹੀਂ। ਬਪਤਿਸਮਾ ਲੈਣ ਤੋਂ ਬਾਅਦ ਕਰਨਾ ਕੀ ਹੈ? ਔਰ ਬਾਈਬਲ ਵਿੱਚ ਲਿਖਿਆ ਹੈਗਾ ਕਿ ਜਦੋਂ ਇਨਸਾਨ ਬਪਤਿਸਮਾ ਲੈਂਦਾ ਗਾ ਤਾਂ ਉਹਦਾ ਜਨਮ ਹੁੰਦਾ ਗਾ, ਮਤਲਬ ਨਵੇਂ ਸਿਰੇ ਤੋਂ ਪੈਦਾ ਹੋ ਜਾਂਦਾ ਗਾ। ਇੱਕ ਵਾਰ ਪਰਮੇਸ਼ਵਰ ਨੇ ਨਿਕੋਦੇਮਸ ਨਾਲ ਗੱਲ ਕਰੀ ਕਿ ਨਵੇਂ ਸਿਰੇ ਤੋਂ ਪੈਦਾ ਹੋਣਾ, ਮਤਲਬ ਅਗਰ ਕੋਈ ਇਨਸਾਨ ਤੋਬਾ ਕਰਦਾ ਗਾ, ਅੱਜ ਇਨਸਾਨ ਬਪਤਿਸਮਾ ਲੈਂਦਾ ਗਾ ਤਾਂ ਉਹਦਾ ਅੱਜ ਨਵਾਂ ਜਨਮ ਹੋ ਗਿਆ। ਔਰ ਨਵਾਂ ਜਨਮ ਲੈਣ ਤੋਂ ਬਾਅਦ ਕੀ ਕਰਨਾ ਪੈਂਦਾ ਇਨਸਾਨ ਨੂੰ? ਉਸ ਨੂੰ ਦੁੱਧ ਦੀ ਲੋੜ ਪੈਂਦੀ ਹੈ। ਪਤਰਸ ਵਿੱਚ ਲਿਖਿਆ, ਪਤਰਸ ਦੇ ਵਿੱਚ ਲਿਖਿਆ ਹੋਇਆਗਾ, ਪਹਿਲਾ ਪਤਰਸ ਉਹਦਾ 2 ਅਧਿਆਇ ਉਹਦਾ 2 ਵਚਨ ਕਿ ਉੱਥੇ ਮੈਂ ਤੁਹਾਨੂੰ ਵਚਨ ਪੜ੍ਹ ਦਾਂਗਾ। ਪਹਿਲਾ ਪਤਰਸ ਨਵੇਂ ਜੰਮਿਆ ਹੋਇਆ ਬੱਚਿਆਂ ਵਾਂਗਰ ਆਤਮਕ ਅਤੇ ਦੁੱਧ ਅਤੇ ਖਾਲਸ ਦੁੱਧ ਦੀ ਲੋਚ ਕਰੋ, ਭਈ ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ। ਦੇਖੋ, ਬਪਤਿਸਮਾ ਹੋ ਗਿਆ, ਲੇਕਿਨ ਉਸ ਤੋਂ ਬਾਅਦ ਕੀ ਕਰਨਾਗਾ? ਨਵੇਂ ਜੰਮੇ ਹੋਏ ਬੱਚਿਆਂ ਵਾਂਗ ਆਤਮਿਕ ਦੁੱਧ ਦੀ, ਖਾਲਸ ਦੁੱਧ ਦੀ ਕੀ ਕਰਨੀ ਹੈ? ਲਾਲਸਾ ਕਰਨੀ ਹੈ, ਉਹਨੂੰ ਲੈਣਾਗਾ। ਹੁਣ ਦੇਖੋ, ਇਹ ਨਾ ਸੋਚੋ ਕਿ ਬਪਤਿਸਮਾ ਹੋ ਗਿਆ ਅਸੀਂ ਹੁਣ ਬਚ ਗਏ, ਨਹੀਂ। ਉਸ ਤੋਂ ਬਾਅਦ ਸਿੱਖਣਾਗਾ, ਉਸ ਤੋਂ ਬਾਅਦ ਅੱਗੇ ਵਧਣਾਗਾ। ਦੁੱਧ, ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਗਾ ਸੰਤ ਪੌਲਸ, ਕਿ ਮੈਂ ਤੁਹਾਨੂੰ ਦੁੱਧ ਪਿਆਇਆਗਾ, ਮੈਂ ਤੁਹਾਨੂੰ ਅੰਨ ਨਹੀਂ ਖਵਾਇਆ। ਦੁੱਧ ਮਤਲਬ ਕਿ ਪਰਮੇਸ਼ਵਰ ਦਾ ਵਚਨ, ਅੰਨ ਮਤਲਬ ਕਿ ਪਰਮੇਸ਼ਵਰ ਦਾ ਵਚਨ। ਹੁਣ ਜੋ ਬੱਚਾ ਗਾ ਉਸ ਨੂੰ ਦੁੱਧ ਦੀ ਲੋੜ ਪੈਂਦੀ ਹੈ। ਬਪਤਿਸਮਾ ਲੈਣ ਤੋਂ ਬਾਅਦ ਇਨਸਾਨ ਨੂੰ ਸਿਖਾਇਆ ਜਾਂਦਾ ਗਾ। ਔਰ ਪ੍ਰਭੂ ਯਿਸੂ ਮਸੀਹ ਨੇ ਇਹੀ ਗੱਲ ਕਹੀ ਸੀ ਆਪਣੇ ਚੇਲਿਆਂ ਨੂੰ, ਮੱਤੀ 28 ਦੇ ਵਿੱਚ ਕਿ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਉਹਨਾਂ ਨੂੰ ਬਪਤਿਸਮਾ ਦਿਓ, ਸਾਰੀ ਜਾਤੀਆਂ ਨੂੰ, ਔਰ ਉਹਨਾਂ ਨੂੰ ਮੇਰੇ ਚੇਲੇ ਬਣਾਓ, ਔਰ ਉਹਨਾਂ ਨੂੰ ਸਿਖਾਓ ਮੇਰੀ ਗੱਲਾਂ ਦੀ ਆਗਿਆ ਪਾਲਣ ਕਰਨੀ, ਮੇਰੇ ਹੁਕਮਾਂ ਨੂੰ ਸਿਖਾਓ ਉਹਨਾਂ ਨੂੰ। ਮਤਲਬ ਜਦੋਂ ਇਨਸਾਨ ਬਪਤਿਸਮਾ ਲੈ ਲੈਂਦਾ ਗਾ ਉਸ ਤੋਂ ਬਾਅਦ ਉਸਨੇ ਸਿੱਖਣਾ ਗਾ, ਔਰ ਸਿੱਖਣ ਦੇ ਲਈ ਉਸ ਨੂੰ ਸੰਗਤੀ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਸੰਗਤੀ ਵਿੱਚ ਬਣੇ ਰਹਿਣਾ ਉਸਦਾ ਬਹੁਤ ਜ਼ਰੂਰੀ ਹੈ। ਉਸ ਦੇ ਲਈ ਪ੍ਰਭੂ ਭੋਜ ਬਹੁਤ ਜ਼ਰੂਰੀ ਹੈ, ਜਿਹਨੂੰ ਸਾਰਾ ਬਾਣੀ ਕਹਿੰਦੇ ਨੇ। ਸਾਰਾ ਬਾਣੀ, ਪ੍ਰਭੂ ਭੋਜ ਇਨਸਾਨ ਦੇ ਲਈ ਬਹੁਤ ਜ਼ਰੂਰੀ ਹੈ। ਇਹ ਕੀ ਹੈ? ਇਹ ਆਤਮਿਕ ਦੁੱਧ ਹੈ, ਇਹਦੀ ਲੋਚ ਕਰਨੀ ਹੈ। ਫਿਰ ਅੰਨ ਵੀ ਹੈ, ਫਿਰ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਸਿੱਖਣੀਆਂ ਨੇ। ਅੰਨ ਕੀ ਚੀਜ਼ ਹੈ, ਦੁੱਧ ਕੀ ਚੀਜ਼ ਹੈ, ਕਿਵੇਂ ਵਧਣਾ ਗਾ, ਕਿਵੇਂ ਅੱਗੇ ਚੱਲਣਾ ਗਾ, ਇਹ ਸਾਰੀਆਂ ਗੱਲਾਂ ਕੀ ਨੇ ਇਨਸਾਨ ਦੇ ਜੀਵਨ ਦੇ ਵਿੱਚ? ਉਹ ਪ੍ਰਭੂ ਯਿਸੂ ਮਸੀਹ ਸਿਖਾਉਂਦੇ ਨੇ। ਅਰੇ ਪ੍ਰਭੂ ਯਿਸੂ ਮਸੀਹ ਨੇ ਆਗਿਆ ਦਿੱਤੀ ਹੋਈ ਹੈ ਕਿ ਤੁਸੀਂ ਕੀ ਕਰੋ? ਉਹਨਾਂ ਨੂੰ ਸਿਖਾਓ, ਉਹਨਾਂ ਨੂੰ ਸਮਝਾਓ। ਕਿਉਂਕਿ ਮੱਤੀ 28 ਉਹਦਾ 28 ਦਾ 19 ਔਰ 20 ਵਚਨ ਕਿ ਮੇਰੇ ਚੇਲੇ ਬਣਾਓ, ਉਹਨਾਂ ਨੂੰ ਸਿਖਾਓ ਜੋ ਆਗਿਆ ਮੈਂ ਤੁਹਾਨੂੰ ਦਿੱਤੀਆਂ ਨੇ, ਉਹਨਾਂ ਨੂੰ ਮੰਨਣਾ ਸਿਖਾਉਣਾਗਾ ਤਾਂ ਕਿ ਉਹ ਲੋਕ ਸਵਰਗ ਰਾਜ ਲਈ ਤਿਆਰ ਹੋ ਜਾਣ। ਹਾਲੇਲੂਇਆ, ਉਹ ਲੋਕ ਸਵਰਗ ਰਾਜ ਲਈ ਤਿਆਰ ਹੋ ਜਾਣ। ਹੁਣ ਦੇਖੋ,
ਜਦੋਂ ਇਹ ਗੱਲ ਹੋ ਜਾਂਦੀ ਹੈ ਇਨਸਾਨ ਦੇ ਜੀਵਨ ਦੇ ਵਿੱਚ, ਤਾਂ ਉਸ ਤੋਂ ਬਾਅਦ ਪਤਰਸ ਨੇ ਕੀ ਕਿਹਾ ਸੀਗਾ? ਤੋਬਾ ਕਰੋ, ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲਓ, ਤੁਹਾਡੇ ਪਾਪ ਮਿਟਾਏ ਜਾਣਗੇ। ਤਾਂ ਫਿਰ ਤੁਹਾਨੂੰ ਕੀ ਮਿਲੇਗਾ? ਤੁਹਾਨੂੰ ਪਵਿੱਤਰ ਆਤਮਾ ਮਿਲੇਗਾ। ਹੁਣ ਦੇਖੋ, ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਇੱਕ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਸੱਚਾ ਵਿਸ਼ਵਾਸ ਹੀ ਕਰ ਲਿਆ, ਸੱਚੀ ਤੋਬਾ ਹੀ ਕਰ ਲਈ, ਤੋਬਾ ਦੇ ਵਿੱਚ ਜੋ ਗੱਲਾਂ ਆਈਆਂ 9 ਉਹ ਗੱਲਾਂ ਕਰ ਲਈਆਂ, ਉਮਰ ਦਾ ਜ਼ਿਕਰ ਵਿੱਚ ਆ ਗਿਆ, ਫਿਰ ਚੱਲਦੇ ਹੋਏ ਪਾਣੀ ਵਿੱਚ ਡੁੱਬ ਗਏ, ਪਾਪਾਂ ਦੀ ਮਾਫੀ ਵੀ ਆ ਗਈ। ਹੁਣ ਤੁਸੀਂ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੀ ਅੱਡੀ ਤੱਕ ਪ੍ਰਭੂ ਯਿਸੂ ਮਸੀਹ ਦੇ ਲਹੂ ਨਾਲ ਸ਼ੁੱਧ ਹੋ ਚੁੱਕੇ ਹੋ, ਤੁਹਾਨੂੰ ਪਾਪ ਮਾਫ ਹੋ ਚੁੱਕੇ ਨੇ। ਤਾਂ ਫਿਰ ਕਿਹੜੀ ਚੀਜ਼ ਹੈ ਕਿ ਜੋ ਤੁਹਾਨੂੰ ਪਵਿੱਤਰ ਆਤਮਾ ਲੈਣ ਤੋਂ ਰੋਕੇ? ਫਿਰ ਕੋਈ ਵੀ ਨਹੀਂ ਹੈ। ਲੇਕਿਨ ਹੁੰਦਾ ਕੀ ਹੈ, ਕਈ ਲੋਕ ਕਹਿੰਦੇ ਨੇ ਕਿ ਤੁਸੀਂ ਬਪਤਿਸਮਾ ਲੈ ਲਿਆ, ਹੁਣ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਉਹ ਪਵਿੱਤਰ ਆਤਮਾ ਜਦੋਂ ਮਰਜ਼ੀ ਦੇਵੇ। ਇਸ ਤਰ੍ਹਾਂ ਨਹੀਂ ਹੈ। ਲੇਕਿਨ ਪਵਿੱਤਰ ਆਤਮਾ ਇਨਸਾਨ ਨੂੰ ਮਿਲਦਾ ਗਾ। ਵਚਨ ਪੜ੍ਹ ਕੇ ਦੇਖਿਓ ਅੱਗੇ ਰਸੂਲਾਂ ਦੇ ਵਿੱਚ ਕਿ ਜਿਨ੍ਹਾਂ ਲੋਕਾਂ ਨੇ ਵਚਨ ਨੂੰ ਸੁਣਿਆ ਸੀਗਾ, ਜਿਨ੍ਹਾਂ ਲੋਕਾਂ ਨੇ ਵਚਨ ਨੂੰ ਮੰਨਿਆ ਸੀਗਾ, ਉਹ 3000 ਲੋਕ ਸੀਗੇ। ਔਰ ਉਹ ਲੋਕ ਉਹਨਾਂ ਲੋਕਾਂ ਦੇ ਵਿੱਚ ਰਲ ਗਏ ਸੀਗੇ। ਕਿੰਨਾਂ ਲੋਕਾਂ ਦੇ ਵਿੱਚ? ਜੋ 120 ਲੋਕਾਂ ਦੀ ਮੰਡਲੀ ਸੀਗੀ। ਮਤਲਬ ਜੋ ਇਨਸਾਨ ਬਪਤਿਸਮਾ ਲੈਂਦਾ ਸੀਗਾ ਉਸ ਨੂੰ ਨਾਲ ਦੀ ਨਾਲ ਹੀ ਪਵਿੱਤਰ ਆਤਮਾ ਮਿਲਦਾ ਗਾ। ਸੰਤ ਪੌਲਸ ਨੇ ਉਹਨਾਂ 12 ਲੋਕਾਂ ਨੂੰ, ਜੋ ਅਫਸੀਆ ਦੇ ਲੋਕ ਸੀਗੇ, ਉਹਨਾਂ ਨੂੰ ਜਦੋਂ ਬਪਤਿਸਮਾ ਦਿੱਤਾ ਗਾ ਤਾਂ ਉਹ ਲੋਕ ਪਵਿੱਤਰ ਆਤਮਾ ਦੇ ਨਾਲ ਭਰ ਗਏ। ਪਤਰਸ ਔਰ ਯਹੂਨਾ ਗਏ, ਉਹਨਾਂ ਨੇ ਜਾ ਕੇ ਹੱਥ ਰੱਖ ਕੇ ਪ੍ਰਾਰਥਨਾ ਕਰੀ ਤਾਂ ਉਹ ਲੋਕ ਪਵਿੱਤਰ ਆਤਮਾ ਦੇ ਨਾਲ ਭਰ ਗਏ। ਇਹਦਾ ਮਤਲਬ ਕਿ ਅੱਜ ਅਗਰ ਤੁਸੀਂ ਵਿਸ਼ਵਾਸ ਕਰਦੇ ਹੋ, ਅੱਜ ਅਗਰ ਤੋਬਾ ਕਰਦੇ ਹੋ, ਅੱਜ ਅਗਰ ਤੁਸੀਂ ਚੱਲਦੇ ਹੋਏ ਪਾਣੀ ਵਿੱਚ ਡੁੱਬ ਜਾਂਦੇ ਹੋ, ਅੱਜ ਤੁਹਾਨੂੰ ਪਾਪਾਂ ਦੀ ਮਾਫੀ ਮਿਲ ਜਾਂਦੀ ਹੈ, ਤਾਂ ਅੱਜ ਹੀ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਜਾਏਗਾ। ਇਹ ਪਰਮੇਸ਼ਵਰ ਦਾ ਵਚਨ ਹੈ। ਅੱਜ ਤੁਸੀਂ ਪਾਪਾਂ ਦੀ ਮਾਫੀ ਲੈ ਲਈ, ਤੁਸੀਂ ਨਵੇਂ ਜੀਵਨ ਦੇ ਵਿੱਚ ਚੱਲਣਾ ਚਾਹੁੰਦੇ ਹੋ, ਔਰ ਨਵੇਂ ਜੀਵਨ ਦੇ ਵਿੱਚ ਅਗਵਾਈ ਕਰਨ ਵਾਲਾ ਤੁਹਾਡਾ ਪਵਿੱਤਰ ਆਤਮਾ ਹੀ ਹੈ। ਪਰਮੇਸ਼ਵਰ ਨੂੰ ਕੀ ਫਾਇਦਾ ਕਿ ਤੁਹਾਨੂੰ 2 ਸਾਲ ਬਾਅਦ ਜਾਂ 5 ਸਾਲ ਬਾਅਦ ਜਾਂ 6 ਮਹੀਨੇ ਬਾਅਦ ਤੁਹਾਨੂੰ ਪਵਿੱਤਰ ਆਤਮਾ ਦੇਵੇ? ਬਾਈਬਲ ਦੇ ਵਿੱਚ ਲਿਖਿਆ ਹੈਗਾ ਯਹੂਨਾ ਉਹਦੀ 16 ਉਹਦੀ 8 ਦੇ ਵਿੱਚ ਕਿ ਉਹ ਪਵਿੱਤਰ ਆਤਮਾ ਆਏਗਾ, ਤੁਹਾਨੂੰ ਮਤਲਬ ਪਾਪ ਕੀ ਹੈ, ਧਰਮ ਕੀ ਹੈ, ਉਹਦੇ ਬਾਰੇ ਤੁਹਾਨੂੰ ਦੱਸੇਗਾ, ਤੁਹਾਨੂੰ ਚੇਤੇ ਕਰਾਏਗਾ। ਇਹਦਾ ਮਤਲਬ ਜੇ ਪਵਿੱਤਰ ਆਤਮਾ ਆਏਗਾ ਤਾਂ ਹੀ ਤਾਂ ਇਨਸਾਨ ਪਾਪ ਤੋਂ ਦੂਰ ਰਹਿ ਸਕਦਾ ਗਾ, ਤਾਂ ਹੀ ਤਾਂ ਇਨਸਾਨ ਪਰਮੇਸ਼ਵਰ ਦੇ ਨੇੜੇ ਰਹਿ ਸਕਦਾ ਗਾ, ਜੇ ਪਵਿੱਤਰ ਆਤਮਾ ਆਏਗਾ। ਇਹਦਾ ਮਤਲਬ ਅੱਜ ਤੁਸੀਂ ਤੋਬਾ ਕੀਤੀ, ਅੱਜ ਬਪਤਿਸਮਾ ਲਿਆ, ਅੱਜ ਪਾਪਾਂ ਦੀ ਮਾਫੀ ਲਈ, ਤਾਂ ਅੱਜ ਹੀ ਪਵਿੱਤਰ ਆਤਮਾ ਗਾ, ਉਹਦੇ ਲਈ ਟਾਈਮ ਨਹੀਂ ਹੈ। ਅਗਰ ਬਪਤਿਸਮਾ ਲੈਣ ਤੋਂ ਬਾਅਦ ਤੁਹਾਨੂੰ ਪਵਿੱਤਰ ਆਤਮਾ 2 ਸਾਲ ਨੂੰ ਮਿਲਾਂਗਾ, ਉਸ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਹਾਦਸਾ ਵਾਪਰ ਜੇ, ਤੁਸੀਂ ਸੰਸਾਰ ਛੱਡ ਕੇ ਚਲੇ ਜਾਓ, ਤਾਂ ਸੰਸਾਰ ਦੇ ਵਿੱਚ ਮਤਲਬ ਬਿਨਾਂ ਪਵਿੱਤਰ ਆਤਮਾ ਤੋਂ ਕੋਈ ਵੀ ਇਨਸਾਨ ਸਵਰਗ ਵਿੱਚ ਜਾ ਹੀ ਨਹੀਂ ਸਕਦਾ। ਕੋਈ ਵੀ ਇਨਸਾਨ ਸਵਰਗ ਵਿੱਚ ਜਾ ਹੀ ਨਹੀਂ ਸਕਦਾ ਬਿਨਾਂ ਪਵਿੱਤਰ ਆਤਮਾ ਤੋਂ। ਚਾਹੇ ਤੁਸੀਂ ਬਪਤਿਸਮਾ ਲੈ ਲਿਆ, ਚਾਹੇ ਪਾਪਾਂ ਦੀ ਮਾਫੀ ਲੈ ਲਈ, ਅਗਰ ਪਵਿੱਤਰ ਆਤਮਾ ਨਹੀਂ ਤਾਂ ਸਵਰਗ ਵਿੱਚ ਵੀ ਨਹੀਂ ਜਾ ਸਕਦੇ। ਸਵਰਗ ਦੇ ਵਿੱਚ ਐਂਟਰੀ ਵੀ ਨਹੀਂ ਹੈ। ਸਵਰਗ ਦੇ ਵਿੱਚ ਐਂਟਰੀ ਨਹੀਂ ਹੈ ਅਗਰ 2 ਸਾਲ ਬਾਅਦ ਤੁਹਾਨੂੰ ਪਵਿੱਤਰ ਆਤਮਾ ਮਿਲਣਾਗਾ। ਲੇਕਿਨ ਅੱਜ ਤੁਸੀਂ ਤੋਬਾ ਕੀਤੀ, ਅੱਜ ਬਪਤਿਸਮਾ ਲਿਆ, ਤਾਂ ਅੱਜ ਹੀ ਤੁਹਾਨੂੰ ਪਵਿੱਤਰ ਆਤਮਾ ਗਾ। ਜਦੋਂ ਅੱਜ ਹੀ ਪਵਿੱਤਰ ਆਤਮਾ ਗਾ ਤਾਂ ਉਸ ਤੋਂ ਬਾਅਦ ਤੁਸੀਂ ਸਵਰਗ ਵਿੱਚ ਜਾ ਸਕਦੇ ਹੋ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈਗਾ ਪਵਿੱਤਰ ਆਤਮਾ ਕੀ ਹੈ? ਉਹ ਬਿਆਨਾ ਹੈਗਾ। ਔਰ ਬਿਆਨਾ ਮਿਲਦਾ ਕਦੋਂ ਹੈ? ਕਿ ਜਦੋਂ ਕੋਈ ਚੀਜ਼ ਪਸੰਦ ਕਰ ਲੈਂਦੇ ਹੋ। ਤੁਸੀਂ ਕੋਈ ਗੱਡੀ ਦੇਖ ਲਈ ਜਾਂ ਕੋਈ ਜਗ੍ਹਾ ਜ਼ਮੀਨ ਦੇਖੀ ਜਾਂ ਕੋਈ ਘਰ ਦੇਖਿਆ, ਤੁਹਾਨੂੰ ਪਸੰਦ ਆ ਗਿਆ, ਤੁਹਾਡਾ ਸੌਦਾ ਵੀ ਹੋ ਗਿਆ, ਤੁਹਾਡਾ ਸਭ ਕੁਝ ਓਕੇ ਹੈ, ਤਾਂ ਤੁਸੀਂ ਕੀ ਕਰੋਗੇ? ਬਦਲੇ ਵਿੱਚ ਉਸ ਇਨਸਾਨ ਨੂੰ ਬਿਆਨਾ ਦੋਗੇ, 20-50 ਹਜ਼ਾਰ ਲੈ ਭਾਈ, ਆਪਣਾ ਸੌਦਾ ਹੋ ਗਿਆ, ਆ ਚੱਕ ਬਿਆਨਾ, ਤੂੰ ਇਹ ਚੀਜ਼ ਮੈਨੂੰ ਪਸੰਦ ਹੈ, ਇਹ ਮੈਨੂੰ ਪਸੰਦ ਹੈ, ਮੈਂ ਫਲਾਣੇ ਦਿਨ ਨੂੰ ਆਵਾਂਗਾ, ਫਲਾਣੇ ਸਮੇਂ ਨੂੰ ਆਵਾਂਗਾ, ਮੈਂ ਤੈਨੂੰ ਪੂਰੀ ਪੇਮੈਂਟ ਦੇ ਕੇ ਇਹ ਚੀਜ਼ ਮੈਂ ਲੈ ਕੇ ਚਲਾ ਜਾਵਾਂਗਾ। ਹੁੰਦਾ ਇੱਦਾਂ ਜਦੋਂ ਪਸੰਦ ਆ ਜਾਂਦੀ ਹੈ ਕੋਈ ਚੀਜ਼। ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਪਸੰਦ ਆਉਨੇ ਹੋ, ਕਦੋਂ? ਕਿ ਜਦੋਂ ਤੋਬਾ ਕੀਤੀ, ਮਤਲਬ ਜਦੋਂ ਵਿਸ਼ਵਾਸ ਕੀਤਾ, ਤੋਬਾ ਕੀਤੀ, ਬਪਤਿਸਮਾ ਲਿਆ, ਪਾਪਾਂ ਦੀ ਮਾਫੀ ਪਾ ਲਈ, ਤਾਂ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਆਪਣਾ ਲਹੂ ਦੇ ਦਿੱਤਾ। ਹੁਣ ਤੁਸੀਂ ਪਸੰਦ ਕਰ ਲਏ, ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ, ਪ੍ਰਭੂ ਯਿਸੂ ਮਸੀਹ ਨੇ ਪਸੰਦ ਕਰ ਲਿਆ। ਜਦੋਂ ਪਸੰਦ ਹੀ ਕਰ ਲਿਆ ਪ੍ਰਭੂ ਯਿਸੂ ਮਸੀਹ ਨੇ, ਤਾਂ ਪਸੰਦ ਕੀਤਾਗਾ ਤਾਂ ਬਦਲੇ ਵਿੱਚ ਤੁਹਾਨੂੰ ਕੁਝ ਦੇਣਾ ਤਾਂ ਚਾਹੀਦਾ ਹੈਗਾ। ਤਾਂ ਪ੍ਰਭੂ ਬਦਲੇ ਵਿੱਚ ਤੁਹਾਨੂੰ ਨਾਲ ਦੀ ਨਾਲ ਆਪਣਾ ਪਵਿੱਤਰ ਆਤਮਾ ਦੇ ਦਿੰਦੇ ਨੇ। ਇਹ ਕੀ ਹੈ? ਇਹ ਬਿਆਨਾ, ਇਹ ਸਾਈ ਹੈ, ਤੂੰ ਮੇਰਾ ਗਾ, ਤੂੰ ਮੇਰਾ ਗਾ, ਔਰ ਮੈਂ ਜਦੋਂ ਵੀ ਆਵਾਂਗਾ ਮੈਂ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਇਹ ਚੱਕ ਮੇਰਾ ਬਿਆਨਾ, ਇਹ ਚੱਕ ਸਾਈ। ਇਹ ਕਦੋਂ ਮਿਲਦੀ ਹੈ ਇਨਸਾਨ ਨੂੰ? ਇਹ ਉਦੋਂ ਮਿਲਦੀ ਹੈ ਕਿ ਜਦ ਇਨਸਾਨ ਪਰਮੇਸ਼ਵਰ ਦੇ ਨੇੜੇ ਚਲਾ ਜਾਂਦਾ ਗਾ, ਜਦ ਪਰਮੇਸ਼ਵਰ ਇਨਸਾਨ ਨੂੰ ਪਸੰਦ ਕਰ ਲੈਂਦੇ ਨੇ। ਪਸੰਦ ਕਦੋਂ ਕਰਦੇ ਨੇ?
ਜਦੋਂ ਇਨਸਾਨ ਆਪਣੇ ਪਾਪਾਂ ਦੀ ਮਾਫੀ ਲੈ ਲੈਂਦਾ ਗਾ, ਜਦੋਂ ਇਨਸਾਨ ਪਾਪਾਂ ਦੀ ਮਾਫੀ ਲੈ ਲੈਂਦਾ ਗਾ। ਔਰ ਬਿਨਾਂ ਪਵਿੱਤਰ ਆਤਮਾ ਤੋਂ ਕੋਈ ਇਨਸਾਨ ਸਵਰਗ ਵਿੱਚ ਨਹੀਂ ਜਾ ਸਕਦਾ। ਕਈ ਵਾਰ ਲੋਕ ਕਹਿੰਦੇ ਨੇ ਕਿ ਜੋ ਪ੍ਰਭੂ ਯਿਸੂ ਮਸੀਹ ਦੇ ਨਾਲ ਕਰੂਸ ਦੇ ਉੱਪਰ ਡਾਕੂ ਸੀਗਾ ਉਹ ਚਲਾ ਗਿਆ, ਤਾਂ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਜੋ ਬਪਤਿਸਮਾ ਗਾ, ਮੈਂ ਤੁਹਾਡੇ ਲਈ ਵਚਨ ਪੜ੍ਹਦਾ ਗਾ। ਰੋਮੀਆਂ ਉਹਦਾ 6 ਅਧਿਆਇ ਉਹਦਾ 4 ਵਚਨ। ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਹਾਂ, ਜਿਹਦੇ ਕੋਲ ਜੀਵਨ ਹੈ, ਜੀਵਨ ਹੈ ਜਿਹਦੇ ਕੋਲ, ਉਹ ਇਨਸਾਨ ਜੋ ਜੀਵਨ ਵਿੱਚ ਚੱਲਣਾ ਚਾਹੁੰਦਾ ਗਾ, ਉਸ ਲਈ ਪਰਮੇਸ਼ਵਰ ਗੱਲ ਕਰਦੇ ਨੇ ਪਵਿੱਤਰ ਆਤਮਾ ਦੀ। ਉਸ ਲਈ ਗੱਲ ਕਰਦੇ ਨੇ ਪਰਮੇਸ਼ਵਰ ਬਪਤਿਸਮਾ ਦੀ। ਹੁਣ ਡਾਕੂ ਹੈ, ਡਾਕੂ ਦਾ ਮਰਨ ਦੇ ਕਿਨਾਰੇ ਹੈ, ਡਾਕੂ ਦਾ ਮਰਨ ਵਾਲਾ ਗਾ, ਉਸ ਨੂੰ ਕਿਸ ਤਰ੍ਹਾਂ ਬਪਤਿਸਮਾ ਦਿੱਤਾ ਜਾਂਦਾ ਜਾਂ ਉਸ ਨੂੰ ਕਿਸ ਤਰ੍ਹਾਂ ਪਵਿੱਤਰ ਆਤਮਾ ਮਿਲ ਜਾਂਦਾ? ਅੱਜ ਵੀ ਜੋ ਇਨਸਾਨ ਮੌਤ ਦੇ ਕਿਨਾਰੇ ਹੈ, ਮੰਨ ਲਓ ਆਪਣੀ ਉਮਰ ਕਾਫੀ ਪੂਰੀ ਕਰ ਚੁੱਕਿਆ ਹੈਗਾ, ਕੋਈ ਬਿਰਧ ਹੈ ਜਾਂ ਕੋਈ ਐਸਾ ਇਨਸਾਨ ਹੈ ਜੋ ਕਾਫੀ ਸਮੇਂ ਤੋਂ ਬਿਮਾਰ ਹੈ ਔਰ ਮੌਤ ਦੇ ਕਿਨਾਰੇ ਹੈ, ਤਾਂ ਪਰਮੇਸ਼ਵਰ ਨੇ ਆਪਣੇ ਅਭਿਸ਼ੇਕ ਕੀਤੇ ਹੋਏ ਦਾਸ ਨੂੰ ਇਹ ਦਿੱਤਾ ਹੋਇਆਗਾ ਕਿ ਤੁਸੀਂ ਉਹਦੇ ਪਾਪ ਮਾਫ ਕਰ ਦਿਓ, ਮੈਂ ਉਹਦੇ ਪਾਪ ਮਾਫ ਕਰ ਦਿਆਂਗਾ ਔਰ ਉਹਦੀ ਆਤਮਾ ਨੂੰ ਮੈਂ ਆਪਣੇ ਸਵਰਗ ਵਿੱਚ ਕਬੂਲ ਕਰ ਲਾਂਗਾ। ਪਰਮੇਸ਼ਵਰ ਨੇ ਆਪਣੇ ਦਾਸ ਲੋਕਾਂ ਨੂੰ ਇਹ ਅਧਿਕਾਰ ਦਿੱਤਾ ਹੋਇਆਗਾ, ਇਖਤਿਆਰ ਦਿੱਤਾ ਹੋਇਆਗਾ ਕਿ ਤੁਸੀਂ ਜਿਹਦੇ ਪਾਪ ਮਾਫ ਕਰੋਗੇ ਮੈਂ ਵੀ ਪਾਪ ਮਾਫ ਕਰਾਂਗਾ ਔਰ ਮੈਂ ਉਹਨੂੰ ਸਵਰਗ ਵਿੱਚ ਕਬੂਲ ਕਰ ਲਾਂਗਾ। ਦੇਖੋ ਪ੍ਰਭੂ ਯਿਸੂ ਮਸੀਹ ਨੇ ਗੱਲ ਦਿੱਤੀ ਹੋਈ ਹੈ, ਮਤਲਬ ਜੋ ਮੌਤ ਦੇ ਕਿਨਾਰੇ ਹੈ, ਜੋ ਮਰਨ ਵਾਲਾ ਗਾ, ਜੋ ਬਿਸਤਰ ਉੱਪਰ ਲੇਟਿਆ ਹੋਇਆਗਾ, ਉੱਠ ਨਹੀਂ ਸਕਦਾ, ਚੱਲ ਨਹੀਂ ਸਕਦਾ, ਜਿਹਦੇ ਕੋਲ ਜੀਵਨ ਹੈ ਹੀ ਨਹੀਂ, ਉਹ ਇਨਸਾਨ ਕੀ ਕਰ ਸਕਦਾ ਹੈ? ਉਸ ਇਨਸਾਨ ਦੇ ਪਾਪਾਂ ਦੀ ਮਾਫੀ ਹੋ ਸਕਦੀ ਹੈ। ਔਰ ਦੂਸਰੀ ਗੱਲ, ਜਦੋਂ ਡਾਕੂ ਕਰੂਸ ਦੇ ਉੱਪਰ ਸੀਗਾ, ਸਲੀਬ ਦੇ ਉੱਪਰ ਸੀਗਾ ਪ੍ਰਭੂ ਯਿਸੂ ਮਸੀਹ ਦੇ ਨਾਲ, ਪ੍ਰਭੂ ਯਿਸੂ ਮਸੀਹ ਨੇ ਉਦੋਂ ਕੋਈ ਆਗਿਆ ਨਹੀਂ ਦਿੱਤੀ ਸੀਗੀ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ। ਲੇਕਿਨ ਇਹ ਆਗਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਆਪ ਮਰਨ ਤੋਂ ਬਾਅਦ, ਜਦ ਪ੍ਰਭੂ ਯਿਸੂ ਮਸੀਹ ਜਿੰਦਾ ਹੋ ਗਏ ਔਰ ਜਿੰਦਾ ਹੋਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜਦ ਸਵਰਗ ਵਿੱਚ ਜਾਣ ਵਾਲੇ ਨੇ, ਉਦੋਂ ਇਹ ਆਗਿਆ ਦਿੱਤੀ, ਉਦੋਂ ਇਹੀ ਆਗਿਆ ਦਿੱਤੀ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ। ਉਸ ਤੋਂ ਪਹਿਲਾਂ ਤਾਂ ਪ੍ਰਭੂ ਯਿਸੂ ਮਸੀਹ ਨੇ ਕੋਈ ਆਗਿਆ ਦਿੱਤੀ ਨਹੀਂ। ਔਰ ਇਹ ਆਗਿਆ ਤਾਂ ਫਿਰ ਆਪਣਾ ਉਹ ਵੀ ਕਹਿ ਸਕਦਾ ਗਾ, ਡਾਕੂ ਵੀ ਕਹਿ ਸਕਦਾ ਗਾ, ਪ੍ਰਭੂ ਯਿਸੂ ਉਸ ਸਮੇਂ ਕਿਹੜੀ ਕੋਈ ਆਗਿਆ ਸੀ ਮੇਰੇ ਵਾਸਤੇ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲਓ? ਇਹ ਸਾਰੇ ਐਸੇ ਆਲਤੂ ਫਾਲਤੂ ਦੇ ਸਵਾਲ ਬਣਾ ਲੈਂਦੇ ਨੇ ਇਨਸਾਨ, ਇਹਨਾਂ ਵਿੱਚੋਂ ਬਾਹਰ ਨਿਕਲੋ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਯਿਸੂ ਮਸੀਹ ਨੇ ਮਰਨ ਤੋਂ ਬਾਅਦ ਹੀ ਇਹ ਗੱਲ ਕਹੀ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ। ਕੀ ਪਹਿਲਾਂ ਗੱਲ ਕਹੀ? ਪਹਿਲਾਂ ਗੱਲ ਨਹੀਂ ਕਹੀ ਪ੍ਰਭੂ ਯਿਸੂ ਮਸੀਹ ਨੇ, ਇਹ ਬਾਅਦ ਦੀ ਗੱਲ ਹੈ। ਲੇਕਿਨ ਸਵਾਲ ਬਣਾਉਣ ਵਾਲੇ ਤਾਂ ਸਵਾਲ ਬਣਾ ਕੇ ਬੈਠ ਜਾਂਦੇ ਨੇ। ਹਾਂ, ਲੇਕਿਨ ਜੇ ਕੋਈ ਮੌਤ ਦੇ ਕਿਨਾਰੇ ਹੈ, ਕੋਈ ਮਰਨ ਵਾਲਾ ਗਾ, ਤਾਂ ਅਗਰ ਪਰਮੇਸ਼ਰ ਨੇ ਤੁਹਾਡਾ ਅਭਿਸ਼ੇਕ ਕੀਤਾ ਹੋਇਆਗਾ ਤਾਂ ਤੁਸੀਂ ਉਸਦੇ ਪਾਪ ਮਾਫ ਕਰ ਦਿਓ। ਪਰਮੇਸ਼ਵਰ ਨੇ ਤੁਹਾਨੂੰ ਮਸਾ ਕੀਤਾ ਹੋਇਆਗਾ ਤਾਂ ਉਸਦੇ ਪਾਪ ਮਾਫ ਕਰ ਦਿਓ। ਪਰਮੇਸ਼ਵਰ ਮੈਂ ਇਸਦੇ ਪਾਪ ਮਾਫ ਕਰਤਾ, ਤੁਸੀਂ ਇਸਦੇ ਪਾਪ ਮਾਫ ਕਰਕੇ ਇਸ ਨੂੰ ਆਪਣੇ ਸਵਰਗ ਵਿੱਚ ਕਬੂਲ ਕਰ ਲਓ, ਤਾਂ ਪਰਮੇਸ਼ਵਰ ਉਸਦੀ ਆਤਮਾ ਨੂੰ ਸਵਰਗ ਵਿੱਚ ਲੈ ਲਵੇਗਾ। ਉਸ ਨੂੰ ਬਪਤਿਸਮਾ ਦੀ ਲੋੜ ਨਹੀਂ ਹੈ। ਬਪਤਿਸਮਾ ਕਿਹਦੇ ਲਈ ਹੈ? ਉਹ ਤਾਂ ਨਵੇਂ ਜੀਵਨ ਦੇ ਰਾਹ ਚੱਲਣ ਵਾਲੇ ਲੋਕਾਂ ਦੇ ਲਈ ਹੈ। ਉਹ ਨਵੇਂ ਜੀਵਨ ਦੇ ਰਾਹ ਚੱਲਣ ਵਾਲੇ ਲੋਕਾਂ ਦੇ ਲਈ ਹੈ। ਹੁਣ ਦੇਖੋ, ਪਵਿੱਤਰ ਆਤਮਾ ਇਨਸਾਨ ਨੂੰ ਮਿਲਦਾ ਗਾ, ਪਵਿੱਤਰ ਆਤਮਾ ਵੀ ਇਨਸਾਨ ਨੂੰ ਨਾਲ ਦੀ ਨਾਲ ਹੀ ਮਿਲਦਾ ਗਾ। ਲੇਕਿਨ ਕਦੋਂ? ਕਿ ਜਦੋਂ ਇਨਸਾਨ ਸੱਚਾ ਵਿਸ਼ਵਾਸ ਕਰੇ, ਸੱਚੀ ਤੋਬਾ ਕਰੇ, ਸੱਚਾ ਬਪਤਿਸਮਾ ਲਵੇ, ਚੱਲਦੇ ਹੋਏ ਪਾਣੀ ਵਿੱਚ ਪਾਪਾਂ ਦੀ ਮਾਫੀ ਲੈ ਲਵੇ, ਔਰ ਉਸ ਤੋਂ ਬਾਅਦ ਉਸ ਨੂੰ ਪਵਿੱਤਰ ਆਤਮਾ ਇੱਕ ਬਿਆਨੇ ਦੇ ਤੌਰ ਤੇ ਮਿਲ ਜਾਂਦਾ ਗਾ। ਬਿਆਨੇ ਦੇ ਤੌਰ ਦੇ ਉੱਪਰ ਉਸ ਨੂੰ ਪਵਿੱਤਰ ਆਤਮਾ ਮਿਲਦਾ ਹੀ ਮਿਲਦਾ ਗਾ। ਮੈਂ ਤੁਹਾਨੂੰ ਦੱਸ ਦੇਣਾ ਬਚਨ, ਐਫਸੀਆਂ ਉਹਦਾ 1 ਅਧਿਆਇ ਉਹਦੇ 13-14 ਦੇ ਵਿੱਚ ਲਿਖਿਆ ਗਾ। ਇੱਕ ਪੜ੍ਹ ਦੇਣਾ ਮੈਂ। ਉਸ ਵੇਲੇ ਜਿਸ ਵੇਲੇ ਤੁਸੀਂ ਸੱਚਾਈ ਦਾ ਵਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨਿਹਚਾ ਵੀ ਕੀਤੀ, ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ। ਦੇਖੋ, ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਤੇ ਮੋਹਰ ਲੱਗੀ। ਇਹ ਪਰਮੇਸ਼ਵਰ ਦੇ ਨਿੱਜ ਦੇ ਲੋਕਾਂ ਦੇ, ਨਿੱਜ ਮਤਲਬ ਖਾਸ ਲੋਕਾਂ ਦੇ ਲਈ, ਨਿੱਜ ਦੇ ਲੋਕਾਂ ਦੇ ਨਿਸਤਾਰੇ ਦੇ ਲਈ ਸਾਡੇ ਅਧਿਕਾਰ ਦੀ ਸਾਈ ਹੈ ਕਿ
ਉਹਦੀ ਮਹਿਮਾ ਦੀ ਉਸਤਤ ਹੋਵੇ। ਦੇਖੋ ਈਸਾਈ ਹੈ, ਬਿਆਨਾ ਗਾ ਕਿ ਪਰਮੇਸ਼ਵਰ ਦੀ ਮਹਿਮਾ ਹੋਵੇ। ਨਿੱਜ ਦੇ ਲੋਕਾਂ ਦੇ ਮਤਲਬ ਖਾਸ ਲੋਕ ਕੌਣ ਨੇ? ਜੋ ਸੱਚਾ ਵਿਸ਼ਵਾਸ ਕਰਦੇ ਨੇ, ਸੱਚੀ ਤੋਬਾ ਕਰਦੇ ਨੇ। ਤੋਬਾ ਦੇ ਵਿੱਚ 9 ਗੱਲਾਂ ਨੇ। ਸੱਚਾ ਵਿਸ਼ਵਾਸ, ਸੱਚੀ ਤੋਬਾ, ਚੱਲਦੇ ਹੋਏ ਪਾਣੀ ਵਿੱਚ ਡੁੱਬਣਾ, ਪਾਪਾਂ ਦੀ ਮਾਫੀ, ਫਿਰ ਪਵਿੱਤਰ ਆਤਮਾ। ਉਮਰ ਤਾਂ ਆਏ ਕੇ ਵਿੱਚ ਤੁਹਾਨੂੰ ਪਤਾ ਹੀ ਹੈ। ਇਹ ਕੀ ਹੈ? ਇਹ ਕੰਪਲੀਟ ਬਪਤਿਸਮਾ ਗਾ। ਜਦੋਂ ਇਨਸਾਨ ਇਸ ਤਰ੍ਹਾਂ ਬਪਤਿਸਮਾ ਲੈਂਦਾ ਗਾ, ਲੈ ਲੈਂਦਾ ਗਾ ਤਾਂ ਉਸ ਨੂੰ ਕਹਿੰਦੇ ਨੇ ਇੱਕੋ ਹੀ ਬਪਤਿਸਮਾ। ਇਸ ਤੋਂ ਇਲਾਵਾ ਅਗਰ ਤੁਸੀਂ ਬਪਤਿਸਮਾ ਲੈ ਕੇ ਬੈਠੇ ਹੋਏ ਹੋ, ਉਹਦੇ ਵਿੱਚ ਵਿਸ਼ਵਾਸ ਕੀ ਸੀ, ਤੋਬਾ ਕੀ ਸੀ, ਪਾਣੀ ਵਿੱਚ ਡੁੱਬਣਾ ਕੀ ਸੀਗਾ, ਪਵਿੱਤਰ ਆਤਮਾ ਮਿਲਿਆ ਜਾਂ ਨਹੀਂ ਮਿਲਿਆ, ਮਤਲਬ ਉਹ ਗੱਲਾਂ ਅਗਰ ਕੁਝ ਵੀ ਨਹੀਂ ਹੋਇਆ ਤੁਹਾਡੇ ਜੀਵਨ ਦੇ ਵਿੱਚ, ਤਾਂ ਮੈਂ ਤੁਹਾਨੂੰ ਸਪਸ਼ਟ ਕਹਿਣਾ ਕਿ ਤੁਹਾਡਾ ਬਪਤਿਸਮਾ ਹੋਇਆ ਹੀ ਨਹੀਂ ਹੈ। ਹਾਂ, ਤੁਸੀਂ ਕਿਸੇ ਚਰਚ ਦੇ ਮੈਂਬਰ ਬਣ ਗਏ ਹੋਵੋ, ਕਿਸੇ ਪਾਸਟਰ ਦੇ ਅਧੀਨ ਹੋ ਗਏ ਹੋਵੋ, ਕਿਸੇ ਪਾਸਟਰ ਨਾਲ ਜੁੜ ਗਏ ਹੋਵੋ, ਕਿਸੇ ਕਲੀਸਿਆ ਨਾਲ ਜੁੜ ਗਏ ਹੋਵੋ, ਇਹ ਹੋ ਸਕਦਾ ਗਾ। ਲੇਕਿਨ ਪਰਮੇਸ਼ਵਰ ਦੀ ਕਲੀਸਿਆ ਦੇ ਵਿੱਚ ਉਹ ਨਹੀਂ ਜੁੜੇ ਤੁਸੀਂ। ਜਦੋਂ ਪਤਰਸ ਨੇ ਪਹਿਲੀ ਵਾਰ ਪ੍ਰਚਾਰ ਕੀਤਾ, ਉੱਥੇ 3000 ਲੋਕਾਂ ਨੇ ਬਪਤਿਸਮਾ ਲਿਆ ਸੀਗਾ, ਉਹਨਾਂ ਨੇ ਪਵਿੱਤਰ ਆਤਮਾ ਨੂੰ ਪਾਇਆ। ਉਹ ਲੋਕ ਪ੍ਰਭੂ ਯਿਸੂ ਮਸੀਹ ਦੀ ਕਲੀਸਿਆ ਵਿੱਚ ਜੁੜੇ ਨੇ, ਜਿਹੜੀ ਕਲੀਸਿਆ ਪ੍ਰਭੂ ਯਿਸੂ ਮਸੀਹ ਨੇ ਕਹੀ ਸੀ ਪਤਰਸ ਨੂੰ, ਪਤਰਸ ਤੇਰੇ ਉੱਤੇ ਮੈਂ ਮੇਰੀ ਕਲੀਸਿਆ ਬਣਾਵਾਂਗਾ, ਔਰ ਉਸੇ ਹੀ ਕਲੀਸਿਆ ਦੇ ਵਿੱਚ ਉਹ 3000 ਲੋਕ ਜੁੜੇ ਸੀਗੇ। ਅੱਜ ਤੁਸੀਂ ਕਿਹੜੀ ਕਲੀਸਿਆ ਵਿੱਚ ਜੁੜੇ ਹੋਏ ਹੋ? ਕਿਸੇ ਪਾਸਟਰ ਦੀ ਕਲੀਸਿਆ ਵਿੱਚ, ਕਿਸੇ ਸੰਸਥਾ ਦੀ ਕਲੀਸਿਆ ਵਿੱਚ। ਅਗਰ ਤੁਹਾਡਾ ਬਪਤਿਸਮਾ ਸਹੀ ਨਹੀਂ ਹੋਇਆ ਤਾਂ ਆਪਣੀਆਂ ਅੱਖਾਂ ਖੋਲ ਲਓ। ਜੋ ਸਿੱਖਿਆ ਗਾ ਸਿਰਫ ਇਹੀ ਬਪਤਿਸਮਾ ਗਾ। ਇਸ ਤੋਂ ਇਲਾਵਾ ਅਗਰ ਤੁਹਾਡਾ ਬਪਤਿਸਮਾ ਨਹੀਂ ਹੋਇਆ, ਇਹ ਗੱਲਾਂ ਤੁਹਾਡੇ ਜੀਵਨ ਦੇ ਵਿੱਚ ਨਹੀਂ ਹੋਈਆਂ, ਤਾਂ ਤੁਹਾਡਾ ਪ੍ਰੋਪਰ ਬਪਤਿਸਮਾ ਬਾਈਬਲ ਦੇ ਅਨੁਸਾਰ ਬਪਤਿਸਮਾ ਨਹੀਂ ਹੈ। ਚਾਹੇ ਤੁਸੀਂ 2 ਵਾਰ ਡੁੱਬੇ ਹੋ, ਚਾਹੇ 4 ਵਾਰ ਡੁੱਬੇ ਹੋ, ਚਾਹੇ 5 ਵਾਰ, ਚਾਹੇ 10 ਵਾਰ, ਚਾਹੇ 50 ਵਾਰ, ਉਸ ਨੂੰ ਪਰਮੇਸ਼ਵਰ ਬਾਈਬਲ ਦੇ ਅਨੁਸਾਰ ਬਪਤਿਸਮਾ ਨਹੀਂ ਕਹਿੰਦੇ। ਬਾਈਬਲ ਦੇ ਅਨੁਸਾਰ ਸਿਰਫ ਔਰ ਸਿਰਫ ਇੱਕੋ ਹੀ ਬਪਤਿਸਮਾ ਗਾ, ਜੋ ਬਾਈਬਲ ਦੇ ਵਿੱਚ ਸਿੱਖਿਆ ਗਾ, ਜੋ ਤੁਸੀਂ ਇਹ ਬਾਈਬਲ ਦੇ ਵਿੱਚੋਂ ਬਪਤਿਸਮਾ ਨੂੰ ਸਿੱਖ ਰਹੇ ਹੋ, ਇਹ ਬਪਤਿਸਮਾ ਗਾ। ਅਗਰ ਇਸ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹੋ, ਪੂਰਾ ਕਰਦੇ ਹੋ, ਤਾਂ ਹੀ ਬਪਤਿਸਮਾ ਗਾ, ਤਾਂ ਹੀ ਤੁਹਾਨੂੰ ਪਵਿੱਤਰ ਆਤਮਾ ਮਿਲਦਾ ਗਾ। ਮੈਂ ਇੱਕ ਵਾਰ ਫਿਰ ਦੱਸਣਾ ਚਾਹਾਂਗਾ, ਇੱਕ ਮੈਸੇਜ ਪਿਆ YouTube ਦੇ ਉੱਪਰ, ਪਵਿੱਤਰ ਆਤਮਾ ਔਰ ਪ੍ਰੇਰਿਤ, ਉਸ ਨੂੰ ਦੇਖਿਓ। ਉਹਦੇ ਵਿੱਚ ਪਰਮੇਸ਼ਵਰ ਦਾਸ ਨੇ ਬਪਤਿਸਮਾ ਦਿੱਤਾ ਗਾ, ਔਰ ਪ੍ਰੇਰਿਤ ਜੀ ਨੇ ਉਹਨਾਂ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕੀਤੀ, ਔਰ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ ਗਾ। ਤਾਂ ਅੱਜ ਵੀ ਅਗਰ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਕੰਟੈਕਟ ਕਰ ਸਕਦੇ ਹੋ, ਮਿਲ ਸਕਦੇ ਹੋ, ਤੇ ਪਰਮੇਸ਼ਵਰ ਤੁਹਾਨੂੰ ਬਹੁਤ ਆਸੀਸ ਦੇਣ ਇਸ ਵਚਨ ਦੇ ਦੁਆਰਾ। ਆਮੀਨ। ਜੈ ਮਸੀਹ ਦੀ।